एक्सीडेंट भी किया गया, दीप सिद्धू दा कतल ते दीप सिद्धू नूं शहीद भी किया गया। हाँ जी। सच की है, होया की सी? मैं चाहूंगा कि अज बिल्कुल सच सच बोलो। करोड़ां लोग तुहानूं अज देख रहे ने, तुहाडे ते यकीन उन्होंने तां करना है जे उन्होंने तुहाडी गल च सच्चाई नजर आएगी। तो हाँ सच तुहाडे तो जानना चाहूंगा। हाँ जी बिल्कुल, मैं दसदी हूँ सच्चाई है की आ। 15 तरीक फरवरी नूं 2022 मैं आई सी दीप दे नाल सी वैलेंटाइन्स डे, सारे नूं पता सी वैलेंटाइन्स डे भी सैलीब्रेट कीता सी। उस दिन असीं 15 तरीक नूं सोचिया कि ओके ठीक असीं पंजाब नूं जांदे आ। पहलों साडा मन नहीं सी कि यू नो पंजाब जां बॉम्बे इधर उधर, मैं ऑलरेडी एक्सप्लेन ये कीता वा सारिਆਂ ਨੂੰ। सो एज वी आर गोइंग मैनूं भी नींद आ गई सी। मैं दीप नूं ਇਹ ਕਿਹਾ ਸੀ ਕਿ ਜਾਨ ਮੈਨੂੰ ਨੀਂਦ ਆਉਂਦੀ ਹੈ ਕਿ ਤੂੰ ਧਿਆਨ ਨਾਲ ਹੁਣ ਡਰਾਈਵ ਕਰੀ। ਕਹਿੰਦਾ ਠੀਕ ਆ। ਮੈਂ ਸੀਟ ਪਿੱਛੇ ਕਰਤੀ, ਨਾਲੇ ਮੈਂ ਮੇਰੇ ਸ਼ੂ ਵੀ ਲਾਤੇ ਤੇ ਮੇਰੇ ਪੈਰ ਦੀਪ ਦੇ ਪੱਟਾਂ ਦੇ ਵਿੱਚ ਸੀ, ਕਿਉਂਕਿ ਹਮੇਸ਼ਾ ਅਸੀਂ ਇੱਦਾਂ ਹੀ ਟਰੈਵਲ ਕਰਦੇ ਹੁੰਦੇ ਆ। ਐਂਡ 7 ਆਵਰਸ ਤੁਸੀਂ ਅੱਗੇ ਬੈਠੇ ਸੀ ਨਾਲ ਦੀ ਸੀਟ? ਹਾਂਜੀ ਹਾਂਜੀ ਬਿਲਕੁਲ, ਨਾਲੇ ਬੈਠੀ ਸੀ। ਉਸ ਟਾਈਮ ਦੀਪ ਯੂ نو ਆਪਸ ਵਿੱਚ ਗੱਲ ਹੋਈ ਸੀ। ਕਹਿੰਦਾ ਸੀ ਯੂ نو ਆਈ ਲਵ ਯੂ, ਐਂਡ ਕਿਹੜੀਆਂ ਚੀਜ਼ਾਂ ਮੈਂ ਸੁਣਨੀਆਂ ਮੰਗਦੀ ਸੀ ਉਹ ਵੀ ਸੁਣ ਲਿਆ। ਐਂਡ 7:40 ਕਦੋਂ ਐਕਸੀਡੈਂਟ ਹੋਇਆ, ਮੈਂ ਸੀਪਰ ਨਹੀਂ ਲਾਈ ਸੀ, ਦੀਪ ਨੇ ਸੀਪਰ ਲਾਈ ਸੀ, ਮੈਂ ਨਹੀਂ ਸੀ ਲਾਈ। ਉਸ ਟਾਈਮ ਮੇਰੀ ਬੋਡੀ ਕਿਦੋਂ ਇੰਨਾ ਜ਼ੋਰ ਦੇ ਨਾਲ ਇੰਪੈਕਟ ਹੋਇਆ, ਮੈਂ ਸਲਿਪ ਹੋ ਕੇ ਥੱਲੇ ਕਿਤੇ ਪੈਰ ਨਹੀਂ ਰੱਖੇ ਤੇ ਉੱਥੇ ਮੈਂ ਫਸ ਗਈ ਸੀ। ਮੈਂ ਉਸ ਟਾਈਮ ਮੈਨੂੰ ਨਹੀਂ ਪਤਾ ਸੀ ਕਿ ਹੋਇਆ ਕੀ। ਐਂਡ ਕਦੋਂ ਮੈਂ ਉੱਠੀ, ਮੈਂ ਦੀਪ ਨੂੰ ਦੇਖਿਆ। ਦੀਪ ਨੇ ਕਿਹਾ ਓ ਸ਼ਿਟ, ਇਹੀ ਉਹਦੀ ਆਖਰੀ ਵਰਡ ਸੀ। ਮੈਂ ਕਿਹਾ ਨਹੀਂ ਨਹੀਂ ਦੀਪ, ਮੈਂ ਕਿਹਾ ਨਹੀਂ ਯੂਰ ਫਾਈਨ, ਤੂੰ ਠੀਕ ਹੈ, ਤੂੰ ਉੱਠ। ਖੂਨ ਨਹੀਂ ਨਿਕਲ ਰਿਹਾ ਸੀ ਉਦੋਂ ਜਦੋਂ? ਉਸ ਟਾਈਮ ਯਾ ਆਉਂਦਾ ਸੀ ਪਰ ਇੰਨਾ ਡਾਰਕ ਸੀ। ਸੋ ਜਦ ਤੱਕ ਮੈਂ ਗਈ ਨਹੀਂ ਦੀਪ ਦੇ ਕੋਲ, ਮੈਂ ਦੇਖਿਆ ਨਹੀਂ ਯੂ نو ਦੀਪ ਦੇ ਕਿੱਥੇ ਸੱਟਾਂ ਉਹਦੇ ਮੂੰਹ ਤੇ ਲੱਗੀਆਂ ਸੀ, ਬਿਕਾਜ਼ ਹੀ ਵਾਸ ਫੇਸਿੰਗ ਦਿਸ ਵੇ। ਮੈਂ ਉੱਥੇ ਥੱਲੇ ਯੂ نو ਵਿੱਚ ਫਸੀ ਹੋ ਸੀ, ਸੋ ਆਈ ਕੈਨ ਸੀ। ਜਦ ਤੱਕ ਮੈਂ ਉੱਪਰ ਨੂੰ ਆਈ ਫਿਰ ਮੈਂ ਦੇਖਿਆ ਹਾਏ ਲਾਈਕ ਯੂ نو ਹੋਇਆ ਕਿ ਅਸੀਂ ਟਰੱਕ ਦੇ ਉੱਪਰ ਏਦਾਂ ਸਕੋਰਪੀਓ ਫਸਿਆ ਸੀ। ਐਂਡ ਦੀਪ ਦੇ ਕੋਲ ਮੈਂ ਗਈ, ਕਾਫੀ ਲਗੇਜ ਵੀ ਯੂ نو ਇੱਧਰੋਂ ਆਇਆ, ਮੈਂ ਪਾਸੇ ਕੀਤਾ। ਮੈਂ ਦੀਪ ਦੇ ਕੋਲ ਗਈ, ਉਹਦੇ ਮੈਂ ਪੋਸਟ ਵੀ ਫੀਲ ਕੀਤਾ। ਪਰ ਉਦੋਂ ਉਸ ਟਾਈਮ ਮੈਂ ਵੀ ਸ਼ੌਕ ਦੇ ਵਿੱਚ ਸੀ। ਮੈਂ ਕਿਹਾ ਨਹੀਂ ਇਹ ਐਕਸੀਡੈਂਟ ਕੀ ਹੋਇਆ ਕੀ? ਸਾਹ ਸੀ ਕਿ ਦੀਪ ਦੇ ਵਿੱਚ ਉਸ ਟਾਈਮ ਮੇਰੇ ਵੀ ਹੱਥ ਵੀ ਕੰਬਦੇ ਸੀ, ਮੈਨੂੰ ਨਹੀਂ ਪਤਾ ਲੱਗਿਆ। ਉਹ ਬੇਹੋਸ਼ ਸੀ ਉਸ ਵੇਲੇ। ਮੈਂ ਇਹੀ ਮਨ ਨੂੰ ਕਹੀ ਕਿ ਹਾਂ ਦੀਪ ਤਾਂ ਅਨਕੌਂਸ਼ੀਅਸ ਹੋਗਾ, ਯੂ نو ਵੀ ਗਾਟ ਐਨ ਐਕਸੀਡੈਂਟ। ਮੈਂ ਇਹ ਨਹੀਂ ਸੀ ਸੋਚਿਆ ਕਿ ਦੀਪ ਦੀ ਡੈਥ ਵੀ ਹੋ ਸਕਦੀ ਹੈ। ਮੈਂ ਦੀਪ ਦੇ ਕੋਲ ਗਈ, ਉਹ ਇੱਧਰ ਨੂੰ ਮੂੰਹ ਕੀਤਾ ਸੀ। ਮੈਂ ਕਿਹਾ ਜਾਨ ਉੱਠ, ਆ ਲਾਈਕ ਯੂਰ ਫਾਈਨ। ਮੈਂ ਉਹਦਾ ਮੂੰਹ ਇੱਧਰ ਨੂੰ ਮੇਰੇ ਵਾਂਗ ਕਰਤਾ। ਉਸ ਟਾਈਮ ਮੈਂ ਦੇਖਿਆ ਸਾਰਾ ਖੂਨ, ਦੀਪ ਦੇ ਮੂੰਹ ਤੋਂ ਖੂਨ ਬਹੁਤ ਜ਼ਿਆਦਾ ਨਿਕਲਦਾ ਸੀ। ਸੋ ਫਿਰ ਮੈਂ ਉੱਠ ਕੇ ਮੈਂ ਸਾਈਡ ਨੂੰ ਪੈ ਗਈ ਸੀ, ਕਿਉਂਕਿ ਮੇਰੇ ਵੀ ਦਰਦ ਹੁੰਦਾ ਸੀ ਬੈਕ ਦੇ ਵਿੱਚ। ਐਂਡ ਉਸ ਟਾਈਮ ਮੈਂ ਵਾਪਸ ਚਲ ਗਈ ਸੀਟ ਤੇ। ਮੈਂ ਐਜ਼ ਮੱਚ ਐਜ਼ ਆਈ ਨੋ ਉਹਦਾ ਨਾਮ ਮੁਹੰਮਦ ਆ, ਉਹ ਆਇਆ। ਮੈਂ ਉਹਨੂੰ ਕਿਹਾ ਸੀ ਕਿ ਮੈਂ ਠੀਕ ਆ। ਦੀਪ ਨਹੀਂ ਰਿਸਪੌਂਡ ਕਰਦਾ ਉਦੋਂ। ਉਸ ਟਾਈਮ ਮੈਨੂੰ ਦੱਸ ਕੇ ਤੁਸੀਂ ਉਨੀ ਦੇਰ ਗੱਡੀ ਦੇ ਵਿੱਚ ਹੀ ਸੀ? ਗੱਡੀ ਦੇ ਵਿੱਚੋਂ ਬਾਹਰ ਕਿਹਨੇ ਕੱਢਿਆ ਤੁਹਾਨੂੰ? ਤੁਸੀਂ ਆਪੇ ਨਿਕਲੇ ਕਿ ਲੋਕਾਂ ਨੇ ਕੱਢਿਆ? ਨਹੀਂ, ਉਹ ਆਇਆ ਸੀ ਮੁਹੰਮਦ, ਉਹਦਾ ਨਾਮ। ਕਿੰਨੀ ਦੇਰ ਬਾਅਦ? I would say maybe not even like 5 ਮਿੰਟ 4। ਕਿੱਥੇ ਸੀ ਉਹ? ਮੈਨੂੰ ਪਿੱਛੋਂ ਆਇਆ ਹੋਊਗੇ, ਮੈਨੂੰ ਪਤਾ ਨਹੀਂ। ਉਸ ਟਾਈਮ ਮੈਂ ਇਹ ਨਹੀਂ ਸੀ, ਮੇਰੇ ਧਿਆਨ ਕੌਣ ਯੂ نو ਸਾਈਡ ਤੇ ਸੀ। ਮੈਨੂੰ ਇਹ ਸੀ ਕਿ ਤੁਸੀਂ ਸਿਰਫ ਦੀਪ ਨੂੰ ਕੱਢ ਲਓ, ਕਿ ਉਹ ਨਹੀਂ ਬੋਲਦਾ ਸੀ। ਨਾ ਉਸ ਮੈਂ ਤਾਂ ਠੀਕ ਆ। ਦੀਪ ਉਦੋਂ ਮੈਨੂੰ ਕਿਹਾ ਸੀ ਆਪਕੋ ਮਾਲੂਮ ਹੈ ਦੀਪ ਸਿੱਧੂ ਕੌਣ ਹੈ? ਐਂਡ ਉਸ ਟਾਈਮ ਮੈंने ਕਿਹਾ ਹਾਂ ਮੁਝਕੋ ਮਾਲੂਮ ਆ ਗਿਆ, ਪਲੀਜ਼ ਉਹਨੂੰ ਸੇਵ ਕਰ ਦਿਓ, ਉਹ ਨਹੀਂ ਗੱਲ ਕਰਦਾ। ਆਮ ਫਾਈਨ, ਤੁਸੀਂ ਮੈਨੂੰ ਸਾਈਡ ਤੇ ਰੱਖ ਦਿਓ। ਉਸ ਟਾਈਮ ਮੇਰੀ ਵੀ ਡੋਰ ਵੀ ਜੈਮਡ ਸੀ। ਉਹਨਾਂ ਨੇ ਮਸੀ ਡੋਰ ਖੋਲ ਕੇ ਫਿਰ ਮੈਨੂੰ ਵੀ ਬਾਹਰ ਕੱਢਿਆ, ਮੈਨੂੰ ਥੱਲੇ ਰੱਖਤਾ। ਉਸ ਟਾਈਮ ਮੈਂ ਥੱਲੇ ਸੀ। ਯੂ نو ਫਰਸਟ ਪਰਸਨ ਮੈਂ ਫੋਨ ਕੀਤਾ ਸੀ ਮਨਦੀਪ ਨੂੰ, ਦੀਪ ਸਿੱਧੂ ਦਾ ਭਰਾ। ਮੈਂ ਕਿਹਾ ਮਨਦੀਪ ਸਾਡਾ ਐਕਸੀਡੈਂਟ ਹੋ ਗਿਆ, ਤੁਸੀਂ ਜਲਦੀ ਆ ਜਾਓ। ਦੀਪ ਨਹੀਂ ਰਿਸਪੌਂਡ ਕਰਦਾ। ਕਹਿੰਦਾ ਓਕੇ ਠੀਕ ਆ, ਤੁਸੀਂ ਕਿੱਥੇ ਆ? ਮੈਂ ਕਿਹਾ ਮੈਂ ਲੋਕੇਸ਼ਨ ਭੇਜ ਦਿੰਦੀ ਆ। ਉਹ ਲੁਧਿਆਣੇ ਸੀ? ਹਾਂਜੀ ਲੁਧਿਆਣੇ ਸੀ, ਪੰਜਾਬ ਸੀ। ਐਂਡ ਉਸ ਟਾਈਮ ਯੂ نو ਕਾਫੀ ਪੀਪਲ ਪੁੱਛਦੇ ਸੀ ਫੋਨ ਕਿੱਥੋਂ ਆਇਆ ਤੇਰਾ, ਤੂੰ ਕਿੱਦਾਂ ਕੀਤਾ ਫੋਨ? ਉਹ ਕਿਹੜਾ ਹੁਣ ਬਾਈ ਨਾ ਉੱਥੇ ਬਹੁਤ ਲੋਕ ਸੀ, ਬਹੁਤ ਜ਼ਿਆਦਾ ਲੋਕ ਆ ਗਏ ਸੀ। ਉਹਨਾਂ ਕੋਲ ਵੀ ਵੀਡੀਓਜ਼ ਆ। ਇਸ ਨਾ ਕਿ ਨਹੀਂ ਉੱਥੇ ਕੋਈ ਕਿਸੇ ਨੇ ਵੀਡੀਓਜ਼ ਨਹੀਂ ਬਣਾਈ, ਵੀਡੀਓਜ਼ ਬਣਾਈ ਆ। ਮੇਰੇ ਮੂੰਹ ਤੇ ਵੀ ਲਾਈਟ ਬਹੁਤ ਜ਼ਿਆਦਾ ਆਉਂਦੀ ਸੀ ਉਸ ਟਾਈਮ, ਬਿਕਾਜ਼ ਯੂ نو ਕਾਫੀ ਡਾਰਕ ਸੀ ਉੱਥੇ, ਕਿਤੇ ਮੈਨੂੰ ਰੋਡ ਤੇ ਸਾਈਡ ਤੇ ਰੱਖਿਆ ਸੀ। ਐਂਡ ਉਹ ਭਾਈ ਕੋਈ ਆਇਆ ਮੇਰੇ ਕੋਲ, ਉਹ ਕਹਿੰਦਾ ਆ ਕਿਹਦਾ ਫੋਨ ਆ? ਇਹੀ ਫੋਨ ਸੀ, ਇਹ ਫੋਨ। ਮੈਂ ਕਿਹਾ ਇਹ ਮੇਰਾ ਫੋਨ ਆ। ਉਸ ਟਾਈਮ ਜਲਦੀ ਚ ਮੈਂ ਯੂ نو ਮੈਂ ਵੀ ਸ਼ੌਕ ਦੇ ਵਿੱਚ ਸੀ, ਮੇਰੇ ਬੋਡੀ ਵੀ ਦਰਦ। ਤੁਸੀਂ ਫੋਨ ਆਪਦੇ ਫੋਨ ਤੋਂ ਕੀਤਾ ਸੀ ਮਨਦੀਪ ਨੂੰ ਕਿ ਦੀਪ ਨੂੰ? ਹਾਂਜੀ, ਮੈਂ ਕੀਤਾ ਸੀ ਮੇਰੇ ਫੋਨ ਤੋਂ। ਉਸ ਟਾਈਮ ਮੇਰੀ ਸਰਵਿਸ ਇਦਾਂ ਦੀ ਯੂ نو US ਦਾ ਨੰਬਰ ਸੀ, ਮੇਰੇ ਕੋਲ ਸਰਵਿਸ ਇੰਨੀ ਵਧੀਆ ਨਹੀਂ ਸੀ। ਫਿਰ ਮੈਂ ਉਹਨੂੰ ਕਿਹਾ ਇਹ ਆ ਲੈ, ਇਹ ਦੀਪ ਦਾ ਭਰਾ ਆ, ਇਹਨੂੰ ਆਪ ਤੇ ਨੰਬਰ ਤੇ ਫੋਨ ਕਰ,
ਇਹ tell them ਅਸੀਂ ਕਿੱਥੇ ਹੈਗੇ ਆ ਕਿ ਸਾਰਿਆਂ ਨੂੰ ਦੱਸਣ। ਫਿਰ ਮੈਂ ਇੱਕ ਹੋਰ ਬੰਦਾ ਕਿਹੜੇ ਦਿੱਲੀ ਦੇ ਵਿੱਚ ਰਹਿੰਦਾ ਐਂਡ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤੂੰ ਆ ਸਾਡਾ ਐਕਸੀਡੈਂਟ ਹੋ ਗਿਆ। ਇਹ ਕਹਿੰਦਾ ਕਿੱਥੇ ਆ। ਫਿਰ ਉਹਨੂੰ ਮੈਂ ਲੋਕੇਸ਼ਨ ਭੇਜਤੀ ਸੀ, ਉਹ ਆ ਗਿਆ, ਫਿਰ ਉਹ ਵੀ ਆ ਗਿਆ ਸੀ ਨਾਲ। ਤੁਹਾਨੂੰ ਮੈਂ ਚਲੋ ਅੱਗੇ ਵੱਧਦਾ, ਤੁਹਾਨੂੰ ਸਿੱਧਾ ਉੱਥੋਂ ਪਹਿਲਾਂ ਹਸਪਤਾਲ ਇਕੱਠਿਆਂ ਨੂੰ ਲੈ ਕੇ ਗਏ, ਕਿਵੇਂ ਲੈ ਕੇ ਗਏ, ਕੌਣ ਲੈ ਕੇ ਗਿਆ? ਹਾਂਜੀ ਇੱਕੋ ਗੱਡੀ 'ਚ ਲੈ ਕੇ ਗਏ? ਨਹੀਂ ਸੋ ਐਂਬੂਲੈਂਸ ਆ ਗਈ ਸੀ, ਮੈਨੂੰ ਬਿਠਾਤਾ। ਮੈਨੂੰ ਬਹੁਤ ਦਰਦ ਹੁੰਦਾ ਸੀ। ਮੈਂ ਕਿਹਾ ਤੁਸੀਂ ਮੈਨੂੰ ਮੈਡੀਸਿਨ ਦੇ ਦਿਓ, ਕੁਛ ਤਾਂ ਦੇ ਦਿਓ ਮੇਰੇ ਕੋਲ। ਤੁਹਾਨੂੰ ਕਿੱਥੇ ਬਿਠਾਤਾ? ਐਂਬੂਲੈਂਸ ਦੇ ਵਿੱਚ। ਠੀਕ ਹੈ। ਤੇ ਦੀਪ ਉਸ ਟਾਈਮ ਸਕੋਰਪੀਓ ਦੇ ਵਿੱਚ ਸੀ, ਬਹੁਤ ਔਖਾ ਸੀ ਦੀਪ ਨੂੰ। ਤੁਸੀਂ ਇਕੱਲੇ ਚਲੇ ਗਏ? ਨਹੀਂ, ਮੈਂ ਹਲੇ ਉੱਥੇ ਹੀ ਸੀ, ਉਹੀ ਥਾਂ ਤੇ ਸੀ। ਮੈਂ ਕਿੱਥੇ ਨਹੀਂ ਗਈ ਜਦ ਤੱਕ ਦੀਪ ਨਹੀਂ ਸੀ ਦੂਸਰੇ ਐਂਬੂਲੈਂਸ ਦੇ ਵਿੱਚ। ਮੈਂ ਦੋ ਐਂਬੂਲੈਂਸ ਆਈਆਂ ਫਿਰ? ਹਾਂਜੀ, 2 ਐਂਬੂਲੈਂਸ ਆਈਆਂ। ਠੀਕ ਹੈ। ਉਹ ਲੋਕ ਕੀ ਕਹਿ ਰਹੇ ਸੀ? ਤੁਸੀਂ ਕਹਿ ਨਹੀਂ ਕਿ ਸਾਨੂੰ ਇਕੱਠੇ ਲੈ ਜਾਓ ਇੱਕ ਐਂਬੂਲੈਂਸ 'ਚ? ਕੀ ਹੋਇਆ ਕੀ ਸੀ ਉਸ ਟਾਈਮ, ਕਦੋਂ ਮੈਨੂੰ ਰੱਖਤਾ ਤੇ 30 ਮਿੰਟ ਬਾਅਦ ਉਹ ਦੀਪ ਨੂੰ ਮਸੀਂ ਕੱਢਿਆ, ਸਾਰਾ ਕੁਝ ਕੱਢ ਕੇ ਪਤਾ ਨਹੀਂ ਉਹਨੇ ਕਿੱਦਾਂ ਦੀਪ ਨੂੰ ਕੱਢਿਆ, ਪਰ ਕੱਢਿਆ। 8 ਪੀਪਲ ਦੀਪ ਨੂੰ ਫੜੇ ਸੀ, ਆ ਕੇ ਮੇਰੇ ਕੋਲ ਰੱਖਤਾ। ਮੈਂ ਕਿਹਾ ਮੈਂ ਨਹੀਂ ਦੇਖ ਸਕਦੀ ਇਦਾਂ ਦੀਪ ਨੂੰ, ਕਿਉਂਕਿ ਕਾਫੀ ਖੂਨ ਸੀ। ਮੈਂ ਇਹ ਨਹੀਂ ਸੀ ਕਿ ਹਾਂ ਦੀਪ ਦੀ ਡੈਥ ਹੋ ਗਈ, ਮੈਨੂੰ ਬਹੁਤ ਡਰ ਲੱਗਦਾ ਸੀ ਕਿ ਦੀਪ ਦੀ ਤੁਸੀਂ ਦੀਪ ਵਾਲੀ ਗੱਡੀ 'ਚੋਂ ਉਤਰ ਗਏ ਫਿਰ? ਹਾਂ, ਉਹ ਤਾਂ ਪਹਿਲਾਂ ਉਹਨਾਂ ਨੇ ਥੱਲੇ ਮੈਨੂੰ ਰੱਖਤਾ ਸੀ ਸਾਈਡ ਵਾਕ ਤੇ। ਜਦ ਤੱਕ ਦੀਪ ਮੈਂ ਇੱਥੇ ਪਈ ਆ ਸਕੋਰਪੀਓ ਅੱਗੇ ਮੈਂ ਦੇਖ ਰਹੀ ਹਾਂ ਕਿ ਉਹ ਕੀ ਕਰਦੇ ਕੀ ਦੀਪ ਨੂੰ ਜਲਦੀ ਤੁਸੀਂ ਕੱਢੋ, ਹੀ ਇਜ਼ ਨਾਟ ਗੋਇੰ ਟੂ ਸਰਵਾਈਵ। ਉਸ ਟਾਈਮ ਮੈਂ ਸ਼ੌਕ ਦੇ ਵਿੱਚ ਸੀ, ਇਹੀ ਮੈਂ ਬਸ ਚੀਕਾਂ ਮਾਰਦੀ ਸੀ ਕਿ ਤੁਸੀਂ ਮੇਰੇ ਦੀਪ ਨੂੰ ਕੱਢ ਦਿਓ ਬਾਹਰ। ਪਰ ਬਹੁਤ ਜਦੋਂ ਬਾਹਰ ਕੱਢ ਲਿਆ, ਮੈਂ ਉੱਥੇ ਆਉਣਾ, ਜਦੋਂ ਬਾਹਰ ਕੱਢ ਲਿਆ ਫਿਰ ਤੁਸੀਂ ਕਿਹੜੀ ਗੱਡੀ 'ਚ ਬੈਠੇ, ਦੀਪ ਕਿਹੜੀ ਗੱਡੀ 'ਚ ਬੈਠਿਆ, ਹਸਪਤਾਲ ਤੁਸੀਂ ਦੋਨੋਂ ਕਿਵੇਂ ਪਹੁੰਚੇ, ਬੜਾ ਕਲੀਅਰ ਕਰਿਓ। ਹਾਂਜੀ, ਸੋ ਮੈਂ ਪਹਿਲੀ ਐਂਬੂਲੈਂਸ 'ਚ ਸੀ, ਉਹਨਾਂ ਨੇ ਦੀਪ ਨੂੰ ਉਹੀ ਐਂਬੂਲੈਂਸ 'ਚ ਲੈ ਕੇ ਆਂਦਾ। ਤੁਸੀਂ ਬੈਠੇ ਸੀ? ਠੀਕ ਹੈ। ਫਿਰ ਕੀ ਹੋਇਆ? ਮੈਂ ਦੀਪ ਨੂੰ ਦੇਖਿਆ, ਮੈਂ ਕਿਹਾ ਨਹੀਂ ਮੈਂ ਨਹੀਂ ਦੇਖ ਸਕਦੀ ਦੀਪ ਨੂੰ, ਤੁਸੀਂ ਮੈਨੂੰ ਦੂਸਰੀ ਐਂਬੂਲੈਂਸ 'ਚ ਰੱਖ ਦਿਓ, ਬਿਕਾਜ਼ ਮੈਂ ਬਹੁਤ ਡਰਦੀ ਸੀ ਉਸ ਟਾਈਮ। ਸੋ ਉਹਨਾਂ ਨੇ ਮੈਨੂੰ ਚੱਕ ਕੇ ਦੂਸਰੀ ਐਂਬੂਲੈਂਸ 'ਚ ਰੱਖਤਾ। ਹੁਣ ਅਸੀਂ ਦੋਨੇ ਉਹ ਹਸਪਤਾਲ 'ਚ ਗਏ ਸੀ, ਦੋਨੇ ਐਂਬੂਲੈਂਸ ਚੱਲ ਗਏ ਸੀ। ਠੀਕ ਹੈ। ਉਹਨਾਂ ਨੇ ਮੈਨੂੰ ਹੋਰ ਰੂਮ 'ਚ ਰੱਖਤਾ, ਦੀਪ ਨੂੰ। ਤੁਸੀਂ ਆਖਰੀ ਵਾਰ ਦੀਪ ਨੂੰ ਫਿਰ ਉੱਥੇ ਹੀ ਦੇਖਿਆ ਬਸ, ਜਦੋਂ ਤੁਹਾਡੇ ਗੱਡੀ 'ਚੋਂ ਕੱਢਿਆ? ਹਾਂ, ਉਹੀ ਸੀ ਆਖਰੀ ਟਾਈਮ ਮੈਂ ਦੀਪ ਨੂੰ ਦੇਖਿਆ ਸੀ। ਨਹੀਂ ਤੇ ਬੇਸ਼ੱਕ ਜਿੰਨਾ ਮਰਜ਼ੀ ਹੋਵੇ, ਜੋ ਮਰਜ਼ੀ ਰੀਨਾ ਇਦਾਂ ਦੀਆਂ ਚੀਜ਼ਾਂ ਸਵਾਲ ਖੜੇ ਕਰਦੀਆਂ, ਬੇਸ਼ੱਕ ਜੋ ਮਰਜ਼ੀ ਖੂਨ ਸੀ ਜਿੱਦਾਂ ਵੀ ਸੀ, ਤਾਂ ਤੁਸੀਂ ਇਹ ਨਹੀਂ ਕਿਹਾ ਕਿ ਮੈਂ ਹੋ ਸਕਦਾ ਦੀਪ ਠੀਕ ਹੋ ਗਿਆ? ਤੁਹਾਨੂੰ ਉਦੋਂ ਲੱਗਦਾ ਸੀ ਕਿ ਦੀਪ ਨਹੀਂ ਰਿਹਾ? ਨਹੀਂ, ਉਹਨਾਂ ਨੂੰ ਕਦੋਂ ਉਹਨਾਂ ਨੂੰ ਲੈ ਕੇ ਆਉਂਦੀ ਸੀ ਦੀਪ ਨੂੰ, ਉਹਨਾਂ ਨੇ ਮੈਨੂੰ ਦੱਸਿਆ ਕਿ ਦੀਪ ਕੋ ਹਾਰਟਬੀਟ ਹੈਗੀ ਆ। ਕਦੋਂ ਫਿਰ ਤੁਸੀਂ ਉਹਨੂੰ ਇਕੱਲੇ ਨੂੰ ਛੱਡ ਕੇ ਮਤਲਬ ਦੂਜੀ ਗੱਡੀ 'ਚ ਕਿਵੇਂ ਚਲੇ ਗਏ? ਤੁਹਾਡਾ ਮਨ ਮੰਨ ਗਿਆ ਕਿ ਦੀਪ ਤਾਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਜਿਹੜਾ ਆਪਣੀ ਜਾਨ ਤੋਂ ਪਿਆਰਾ, ਆਪਾਂ ਉਹਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ? ਰਾਈਟ। ਮੈਂ ਨਹੀਂ ਛੱਡਣਾ ਮੰਗਦੀ ਸੀ ਉਹਨੂੰ, ਪਰ ਇਹ ਵੀ ਸੀ ਕਿ ਮੈਂ ਜਦ ਪਤਾ ਲੱਗੇ ਕਿ ਦੀਪ ਦੀ ਡੈਥ ਹੋ ਗਈ, ਮੈਂ ਵੀ ਮਰ ਜਾਊਗੀ। ਓਨੈਸਟਲੀ ਇਹ ਮੇਰੇ ਲਈ ਬਹੁਤ ਜ਼ਿਆਦਾ ਔਖਾ ਸੀ ਟੂ ਐਕਸੈਪਟ। ਤੇ ਜਦੋਂ ਹਸਪੀਟਲ ਚਲੇ ਗਏ ਫਿਰ ਤੁਸੀਂ ਕਿਹਾ ਕਿ ਮੈਨੂੰ ਦੀਪ ਕੋਲ ਲੈ ਕੇ ਜਾਓ? ਬਿਲਕੁਲ, ਮੈਂ ਚੀਕਾਂ ਹਾਂ ਨਹੀਂ, ਮੈਂ ਉੱਥੇ ਆ ਗਈ, ਉਹਨਾਂ ਨੇ ਮੈਨੂੰ ਬੈੱਡ ਤੇ ਪਾਤਾ। ਉਸ ਟਾਈਮ ਮੈਂ ਪੁੱਛਦੀ, ਮੈਂ ਕਿ ਦੀਪ ਕਿੱਥੇ ਆ, ਦੀਪ ਕਿੱਥੇ? ਮੈਂ ਮੇਬੀ ਮੋਰ ਦੈਨ 1000 ਟਾਈਮ ਮੈਂ ਹਰੇਕ ਬੰਦੇ ਨੂੰ ਪੁੱਛਿਆ ਮੇਰਾ ਦੀਪ ਕਿੱਥੇ ਆ। ਉਹਨਾਂ ਨੇ ਕਿਹਾ ਕਿ ਉਹ ਦੂਸਰੇ ਹਸਪੀਟਲ ਦੇ ਵਿੱਚ ਆ, ਹੀ ਇਜ਼ ਫਾਈਟਿੰਗ ਫॉर ਉਹਦੀ ਲਾਈਫ ਲਈ। ਮੈਂ ਕਿਹਾ ਓਕੇ ਠੀਕ ਆ, ਹੀ ਇਜ਼ ਫਾਈਟਿੰਗ। SSPI ਸਾਰੇ ਬਿਗ ਆਫੀਸਰਸ ਨੇ ਮੈਨੂੰ ਦੱਸਿਆ ਕਿ ਹਾਂ ਦੀਪ ਠੀਕ ਆ। ਸੋ ਮੈਂ ਯਕੀਨ ਕਰਕੇ ਹਾਂ ਦੀਪ ਠੀਕ ਆ। ਉਹਨਾਂ ਦੇ ਫਰੈਂਡਸ ਵੀ ਆਏ ਸੀ ਮੇਰੇ ਕੋਲ। ਤੁਹਾਡੇ ਕੋਈ ਮਾੜੀ ਮੋਟੀ ਸੱਟ ਲੱਗੀ ਸੀ? ਹਾਂ ਬਿਲਕੁਲ ਲੱਗੀ ਆ। ਗੁੱਜੀਆਂ ਸੀ ਜਾਂ ਕਿਤੇ ਬਲੱਡ ਵੀ ਨਿਕਲੇ? ਨਹੀਂ, ਬਲੱਡ ਤਾਂ ਮੇਰੇ ਪੈਰਾਂ ਤੇ ਤੇ ਮੇਰੀ ਲੱਤਾਂ ਤੇ ਬਲੱਡ ਹੈ ਲਿਕਿਆ। ਇਹਨਾਂ ਚੀਜ਼ਾਂ ਨੂੰ ਲੈ ਕੇ ਰੀਨਾ ਸਾਰੇ ਇਹ ਕਹਿੰਦੇ ਆ ਕਿ ਇੰਨਾ ਖਤਰਨਾਕ ਐਕਸੀਡੈਂਟ, ਇੱਕ ਸੀਟ ਤੇ ਉਹ ਬੈਠਾ, ਇੱਕ ਸੀਟ ਤੇ ਤੁਸੀਂ ਬੈਠੇ ਹੋ, ਕਹਿੰਦੇ ਇੱਕ ਸੀਟ ਵਾਲਾ ਬੰਦਾ ਬਿਲਕੁਲ ਲਹੂ ਲੁਹਾਨ ਹੋ ਗਿਆ, ਮੌਤ ਹੋ ਗਈ, ਦੂਜੀ ਸੀਟ ਵਾਲੀ ਨੂੰ ਕੁਝ ਵੀ ਨਹੀਂ ਹੋਇਆ ਜਿਹੜੀ ਕਿ ਆਰਾਮ ਨਾਲ ਸੁੱਤੀ ਪਈ ਸੀ। ਜਦੋਂ ਏਡੀ ਭੈੜੀ ਟੱਕਰ ਹੁੰਦੀ ਆ ਤਾਂ ਇਹ ਸਵਾਲ ਕਰ ਰਹੇ ਨੇ ਲੋਕ ਕਿ ਜੇ ਇੰਨੀ ਭੈੜੀ ਟੱਕਰ ਹੋਈ ਸੀ ਤਾਂ ਤੁਸੀਂ ਤਾਂ ਬੁਰੀ ਤਰ੍ਹਾਂ ਕਿਸੇ ਸਮਾਨ ਵਾਂਗ ਸੀ, ਸੁੱਤਾ ਹੋਇਆ ਬੰਦਾ ਤਾਂ ਇੱਕ ਸਮਾਨ ਬੈਗ ਵਰਗਾ ਹੁੰਦਾ, ਤੁਸੀਂ ਸ਼ੀਸ਼ੇ ਤੋਂ ਬਾਹਰ ਜਾ ਕੇ ਡਿੱਗ ਸਕਦੇ ਸੀਗੇ ਤੇ ਤੁਸੀਂ ਉੱਥੇ ਹੀ, ਤੁਹਾਨੂੰ ਝਰੀਟ ਤੱਕ ਨਹੀਂ ਆਈ। ਇਹ ਸਵਾਲ ਕਰਦੇ ਲੋਕ। ਸੋ ਫਿਜ਼ੀਕਲੀ ਨਹੀਂ ਆਈ, ਇਹ ਇੱਕ ਰੀਜ਼ਨਿੰਗ ਆ ਬਿਕਾਜ਼ ਮੇਰੀ ਸੀਟ ਪਿੱਛੇ ਸੀ। ਸੋ ਜਾਂ ਮੈਂ ਉੱਪਰ ਮੇਰੀ ਸੀਟ ਹੁੰਦੀ ਤਾਂ ਮੈਂ ਸੀਟ ਨਹੀਂ ਲਾਈ, ਮੈਂ ਤਾਂ ਅੱਗੇ ਬਾਹਰ ਨਿਕਲ ਜਾਣਾ ਸੀ। ਰਾਈਟ, ਕਿਉਂ ਨਹੀਂ ਨਿਕਲੋਗੇ? ਬਿਕਾਜ਼ ਮੈਂ ਸਾਰੇ ਪਿੱਛੇ ਮੇਰੀ ਸੀਟ ਸੀ। ਮੈਂ ਕਦੋਂ ਜ਼ੋਰ ਦੀ ਨਾਲ ਸਲਿਪ ਹੋਈ, ਮੇਰੀ ਬਾਡੀ ਸਲਿਪ ਹੋ ਕੇ ਥੱਲੇ ਉੱਥੇ ਫਸ ਗਈ ਨਾ, ਮੈਂ ਉੜ ਕੇ ਉੱਪਰ ਨੂੰ ਨਹੀਂ ਸੀ ਜਾਣਾ ਬਿਕਾਜ਼ ਇੰਪੈਕਟ ਮੋਸਟਲੀ ਦੀਪ ਦੇ ਸਾਈਡ ਤੇ ਹੋਇਆ। ਹੁਣ ਅਸੀਂ ਇਹ ਇਹ ਮੇਰੇ ਤੇ ਨਹੀਂ ਪਰ ਇਹ ਗੁਰੂ ਸਾਹਿਬ ਤੇ ਆ। ਰਾਈਟ, ਇਹ ਹੁਣ ਕੀ ਕਿੱਦਾਂ ਮੈਂ ਬੱਚੀ ਕਿੱਦਾਂ ਹੋਈ। ਹਸਪਤਾਲ ਤੁਸੀਂ ਜਾਵੜੇ, ਤੁਹਾਡਾ ਵੀ ਟ੍ਰੀਟਮੈਂਟ ਹੋਇਆ, ਤੁਹਾਨੂੰ ਕਦੋਂ ਪਤਾ ਲੱਗਿਆ ਕਿ ਦੀਪ ਸਿੱਧੂ ਨਹੀਂ ਰਿਹਾ? ਅਗਲੇ ਦਿਨ ਜਾਂ ਕਦੋਂ? ਮੈਨੂੰ ਅਗਲੇ ਦਿਨ ਪਤਾ ਲੱਗ ਗਿਆ ਸੀ, 16 ਤਰੀਕ ਨੂੰ ਮੈਨੂੰ ਸਵੇਰ ਨੂੰ ਪਤਾ ਲੱਗਿਆ ਕਿ ਦੀਪ ਨਹੀਂ ਰਿਹਾ। ਪਤਾ ਲੱਗ ਗਿਆ ਤੁਹਾਨੂੰ?
ਬਾਹਰ ਤੁਸੀਂ ਕਿੰਨੀ ਤਰੀਕ ਨੂੰ ਗਏ? 18 ਨੂੰ ਗਈ ਸੀ। ਸੰਸਕਾਰ ਕਿੰਨੀ ਤਰੀਕ ਨੂੰ ਹੋਇਆ? ਆਈ ਥਿੰਕ ਦ ਨੈਕਸਟ ਡੇ ਹੋ ਗਿਆ ਸੀ। 17 ਨੂੰ। 18 ਨੂੰ ਤੁਸੀਂ ਗਏ ਹੋ ਤੇ ਇਹ ਵੀ ਵੱਡੇ ਸਵਾਲ ਹੋਏ, ਕਹਿੰਦੇ ਦੁਨੀਆ ਜਹਾਨ ਤੋਂ ਲੋਕ ਪਹੁੰਚ ਗਏ ਤੇ ਰੀਨਾ ਦੀਪ ਸਿੱਧੂ ਦੇ ਅੰਤਿਮ ਸੰਸਕਾਰ ਤੇ ਨਹੀਂ, ਜਿਹਨੂੰ ਤੁਸੀਂ ਉਹਦਾ ਮੰਗੇਤਰ ਕਹਿੰਦੇ ਹੋ, ਜਿਹਦੇ ਨਾਲ ਵੈਲੈਂਟਾਈਨ ਡੇ ਮਨਾ ਕੇ ਆ ਰਹੇ ਹੋ, ਜਿਹਦੇ ਨਾਲ ਤੁਸੀਂ ਇੰਨੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ, ਤੁਹਾਡੀ ਜਾਨ, ਤੁਸੀਂ ਜਾਨ ਸ਼ਬਦ ਯੂਜ਼ ਕਰਦੇ ਹੋ ਉਹਨਾਂ ਲਈ, ਉਸ ਜਾਨ ਨੂੰ ਤੁਸੀਂ ਆਖਰੀ ਵਾਰੀ ਵਿਦਾ ਵੀ ਨਹੀਂ ਕਰਕੇ ਗਏ, ਉਹਦੇ ਸੰਸਕਾਰ ਤੱਕ ਤੇ ਨਹੀਂ ਪਹੁੰਚੇ ਗਏ। ਇਹਦੀ ਵੀ ਮੈਂ ਗੱਲ ਦੱਸ ਦਿੰਦੀ ਹਾਂ, ਸੱਚ ਹੈ ਕੀ ਆ। ਸੋ ਮਨਦੀਪ ਨੇ ਉਸ ਟਾਈਮ ਕਦੋਂ ਉਹਨਾਂ ਨੇ ਮੈਨੂੰ ਕੱਢਤਾ ਹਸਪੀਟਲ ਤੋਂ, ਮੈਨੂੰ ਦਿੱਲੀ ਭੇਜਤਾ ਸੀ ਬਿਕਾਜ਼ ਮੇਰੀ ਟੈਸਟ ਕਰਨੇ ਸੀ। ਸੋ ਉਹਨਾਂ ਨੇ ਮੈਨੂੰ ਕਿਹਾ ਤੂੰ ਪਹਿਲਾਂ ਟੈਸਟ ਕਰ ਲੈ, ਤੂੰ ਆ ਕੇ ਦੀਪ ਨੂੰ ਦੇਖ ਲਈ। ਮੈਂ ਕਿਹਾ ਨਹੀਂ ਮੈਂ ਇਦਾਂ ਨਹੀਂ ਜਾ ਸਕਦੀ। ਆਜ ਮੈਨੂੰ ਇਹ ਤਾਂ ਦੱਸੋ ਕਿ ਦੀਪ ਹਲੇ ਠੀਕ ਆ, ਮੈਂ ਉਹਨੂੰ ਇੱਕ ਵਾਰੀ ਦੇਖ ਸਕਦੀ ਹਾਂ, ਫੇਰ ਮੈਂ ਚਲ ਜੂੰਗੀ ਦਿੱਲੀ ਨੂੰ, ਆਈ ਹੈਵ ਨੋ ਪ੍ਰੋਬਲਮ। ਕਹਿੰਦੇ ਨਹੀਂ ਦੀਪ ਠੀਕ ਆ, ਉੱਥੇ ਆ, ਤੂੰ ਫਿਕਰ ਨਾ ਕਰ। ਕੌਣ ਕਹਿੰਦਾ ਠੀਕ ਹੈ? SSP ਦੀਪ ਤੇ ਕਿਹੜੇ ਸਾਰੇ ਫਰੈਂਡ ਸੀ, ਦੀਪ ਤੇ ਕਿਹੜਾ ਲਾਇਰ ਸੀ, ਉਹਦਾ ਨਾਮ ਸਨੀ ਆ, ਕਿਹੜਾ ਮਨਦੀਪ ਦੇ ਨਾਲ ਕਲੋਸ ਆ। ਉਹਨੇ ਮੈਨੂੰ ਆ ਕੇ ਕਿਹਾ ਸੀ ਕਿ ਨਹੀਂ ਤੇਲੇ ਕਾਫੀ ਮੀਡੀਆ ਬਾਹਰ, ਉਹਨਾਂ ਨੇ ਤੈਨੂੰ ਕੁਐਸਚਨ ਕਰਨਾ। ਮੈਂ ਕਿਹਾ ਮੈਨੂੰ ਨਹੀਂ ਕਿ ਕੋਈ ਮੈਨੂੰ ਕੁਐਸਚਨ ਕਰ ਲਓ, ਮੈਨੂੰ ਪਤਾ ਲਾਈਕ ਇਹ ਮੇਰਾ ਦੀਪ ਆ, ਮੈਨੂੰ ਉਹਨੂੰ ਦੇਖਣਾ ਪੈਣਾ, ਅਦਰਵਾਈਜ਼ ਆਈ ਐਮ ਨਾਟ ਗੋਇੰਗ। ਉਹਨਾਂ ਨੇ ਫਿਰ ਕਿਹਾ ਨਹੀਂ ਤੂੰ ਫਿਕਰ ਨਾ ਕਰ, ਸਮਝਾਇਆ ਮੈਨੂੰ ਕਿ ਇਟਸ ਓਕੇ, ਤੂੰ ਜਾ ਆ ਕੇ ਤੂੰ ਦੀਪ ਨੂੰ ਦੇਖ ਲਈ। ਮੈਂ ਉਹੀ ਵਿਸ਼ਵਾਸ ਤੇ ਮੈਂ ਦਿੱਲੀ ਚਲ ਗਈ। ਕਿੰਨੀ ਤਰੀਕ ਨੂੰ ਦਿੱਲੀ ਗਏ? 16 ਨੂੰ ਚਲ ਗਈ ਸੀ ਮੈਂ। तो उस दिन तो ਤੁਹਾਨੂੰ ਪਤਾ ਲੱਗ ਚੁੱਕਿਆ ਸੀ ਕਿ ਦੀਪ ਦੀ ਮੌਤ ਹੋ ਗਈ ਹੈ। ਹਾਂ ਸੋ ਮੈਂ ਪਹੁੰਚ ਗਈ ਦਿੱਲੀ, ਉਹਨਾਂ ਨੇ ਮੇਰਾ ਟੈਸਟ ਕੀਤੇ। ਦਿੱਲੀ ਜਾ ਕੇ ਪਤਾ ਲੱਗਿਆ ਤੁਹਾਨੂੰ? ਹਾਂ ਮੈਨੂੰ ਦਿੱਲੀ ਜਾ ਕੇ ਪਤਾ। ਕਿਹਨੇ ਦੱਸਿਆ? ਇਹਨਾਂ ਨੇ ਦੱਸਿਆ ਸੀ ਕਿ ਮੇਰਾ ਤਾਂ ਰੌਲਾ ਪੈ ਗਿਆ ਸੀਗਾ। ਹਾਂ ਪਰ ਮੈਂ ਸੀ ਇੱਥੇ ਕੰਫਿਊਜ਼ਨ ਆ, ਮੈਨੂੰ ਨਹੀਂ ਪਤਾ ਸੀ ਕਿ ਦੀਪ ਦੀ ਹੱਲੇ ਮੌਤ ਹੋ ਗਈ। ਈਵਨ ਕਦੋਂ ਮੈਂ ਦਿੱਲੀ ਜਾਂਦੀ ਸੀ, ਲਾਇਰ ਮੇਰੇ ਨਾਲ ਬੈਠਾ ਸੀ, ਉਹਨੇ ਕਿ ਮੈਂ ਕਿ ਦੀਪ ਕਿੱਥੇ ਆ ਮੇਰਾ, ਮੈਂ ਉੱਥੇ ਉਲਟੀਆਂ ਕਰੀ ਜਾਂਦੀ ਆ, ਔਨ ਦ ਵੇ ਰੁਕੀ ਜਾਂਦੇ ਆ ਲੋਕ। ਇਹ ਵੀ ਸਵਾਲ ਕਰਦੇ ਆ, ਕਹਿੰਦੇ ਤੁਹਾਡੀ ਨਾ ਇੱਕ ਹਸਪੀਟਲ ਦੇ ਵਿੱਚੋਂ ਇੱਕ ਵੀਡੀਓ ਆਈ ਸੀਗੀ, ਕਿਸੇ ਨੇ ਬਣਾਈ ਹੋਣੀ ਹੈ। ਹਾਂ ਲੋਕਾਂ ਨੇ ਤੁਹਾਡੇ ਉਹਦੇ ਉਸ ਵੇਲੇ ਜਿਹੜੀ ਤੁਹਾਡੀ ਮੂਵਮੈਂਟ ਸੀ, ਜਿਹੜੇ ਇਸ ਤਰ੍ਹਾਂ ਤੁਹਾਡੀਆਂ ਐਕਟੀਵਿਟੀਜ਼ ਸੀ, ਉਹਨਾਂ ਨੂੰ ਲੈ ਕੇ ਵੀ ਸਵਾਲ ਕੀਤੇ, ਕਹਿੰਦੇ ਕਿ ਫੇਕ ਲੱਗ ਰਹੀ ਹੈ ਰੀਨਾ। ਠੀਕ ਆ, ਬਿਕਾਜ਼ ਮੈਂ ਪਈ ਸੀ ਤਾਂ ਕਿਹੜਾ ਤੁਸੀਂ ਚਾਹ ਦੇ ਬਾਰੇ ਗੱਲ ਕੀਤੀ, ਮੈਂ ਪਈ ਸੀ। ਹਾਂ ਫੋਨ ਤੇ ਸੀ, ਫੋਨ ਤੇ ਮੇਰੀ ਫੈਮਿਲੀ ਸੀ, ਮੇਰੀ ਫੈਮਿਲੀ ਕਹਿੰਦੀ ਸੀ ਕਿ ਮੈਂ ਉਹਨਾਂ ਨੂੰ ਪੁੱਛੀ ਗਈ ਕਿ ਦੀਪ ਕਿੱਥੇ ਆ ਮੇਰਾ, ਦੀਪ ਕਿੱਥੇ ਆ, ਠੀਕ ਆ ਦੀਪ। ਉਹ ਆਬਵੀਅਸਲੀ ਮੇਰੀ ਫੈਮਿਲੀ ਫੇਸ ਟਾਈਮ ਤੇ ਹੋਗੀ, ਉਹ ਤਾਂ US ਦੇ ਵਿੱਚ ਆ, ਉਹ ਇੱਥੇ ਨਹੀਂ। ਵਾਪਸ ਆਉਣੇ ਆਪਾਂ ਉਸੇ ਗੱਲ ਤੇ ਚੱਲਦੇ ਆ ਠੀਕ ਆ ਕਿ ਜਦੋਂ ਤੁਹਾਨੂੰ ਪਤਾ ਲੱਗ ਗਿਆ ਦੀਪ ਦੀ ਮੌਤ ਹੋ ਗਈ, ਜਹਾਜ਼ੇ ਕਿਵੇਂ ਚੜ ਗਏ? ਨਹੀਂ ਹੌਸਲਾ ਕਿਵੇਂ ਪੈ ਗਿਆ ਜਹਾਜ਼ੇ ਚੜ ਕੇ ਅਮਰੀਕੇ ਪਹੁੰਚਣ ਦਾ? ਦੀਪ ਸਿੱਧੂ ਜਾਨ ਤੋਂ ਪਿਆਰਾ ਇਨਸਾਨ ਚਲਾ ਗਿਆ। ਲੋਕ ਤਾਂ ਉੱਤੇ ਜਿਹਨਾਂ ਨੇ ਇੱਕ ਵਾਰੀ ਦੇਖਿਆ ਸੀ, ਉਹ ਅੱਜ ਤੱਕ ਮੈਂ ਦੇਖਦਾ ਸਟੇਜਾਂ ਤੋਂ ਲੋਕ ਰੋਂਦੇ ਆ। ਤੇ ਰੀਨਾ ਰਾਏ ਛੱਡ ਕੇ ਜਹਾਜ਼ ਚੜ ਗਈ। ਮੈਂ ਛੱਡਣ ਨਹੀਂ ਮੰਗਦੀ ਸੀ। ਮਨਦੀਪ ਨੇ ਮੈਨੂੰ ਕਿਹਾ ਸੀ, ਉਹਨਾਂ ਨੇ ਫੋਨ ਕੀਤਾ ਮੈਨੂੰ, ਉਹਨਾਂ ਨੇ ਕਿਹਾ ਕਿ ਰੀਨਾ ਕਿ ਤੈਨੂੰ ਵਾਪਸ ਜਾਣਾ ਪੈਣਾ, ਇਟਸ ਨਾਟ ਸੇਫ ਫॉर ਯੂ। ਕਿਉਂ ਨਹੀਂ ਸੇਫ? ਐਸਾ ਕੀ ਹੋ ਗਿਆ? ਬਹੁਤ ਐਲੀਗੇਸ਼ਨਸ ਕਿ ਹਾਂ ਤੂੰ ਦੀਪ ਨੂੰ ਮਾਰਤਾ, ਕਿ ਤੂੰ ਹੀ ਸੀ ਦੀਪ, ਤੂੰ ਤਾਂ ਗੱਡੀ ਦੇ ਵਿੱਚ ਵੀ ਨਹੀਂ ਸੀ, ਜਾਂ ਇਹ ਸੀ ਉਹ ਸੀ, ਬਹੁਤ ਇੰਨੀਆਂ ਸਟੋਰੀਜ਼ ਪੋਲੀਟੀਕਲ ਚੀਜ਼ ਬਣ ਗਈ ਸੀ ਉਸ ਟਾਈਮ। ਤੁਸੀਂ ਡਰ ਕੇ ਚਲੇ ਗਏ? ਉਹ ਤਾਂ ਹਾਲਾਤ ਮੈਨੂੰ ਲੱਗਦਾ ਹੈ ਕਿ ਜਾਨ ਤੋਂ ਪਿਆਰੇ ਨੂੰ ਤਾਂ ਕੋਈ ਨਹੀਂ ਛੱਡਦਾ। ਰਾਈਟ ਮੈਂ ਉਹ ਮੇਰੀ ਜਾਨ ਸੀ, ਮੈਂ ਕਿੱਥੇ ਉਹਨੂੰ ਛੱਡਣਾ ਮੰਗਦੀ ਸੀ। ਮੈਂ ਸਮਝਦੀ ਕਿ ਮਨਦੀਪ ਹਾਂ ਮੇਰੀ ਫੈਮਿਲੀ ਆ, ਉਹ ਸਹੀ ਕਹਿੰਦੇ ਆ ਮੈਨੂੰ। ਮਨਦੀਪ ਨਾਲ ਕਿੰਨੀ ਗੱਲ ਹੁੰਦੀ ਸੀ ਤੁਹਾਡੀ? ਹੋ ਜਾਂਦੀ ਹੁੰਦੀ ਸੀ ਇੰਨੀ, ਕਦੋਂ ਦੀਪ ਉਹਨਾਂ ਦੇ ਨਾਲ ਗੱਲ ਹੁੰਦੀ ਸੀ, ਮੈਂ ਘਰੇ ਵੀ ਆਈ ਆ, ਅਸੀਂ ਫੈਮਿਲੀ ਤਰ੍ਹਾਂ ਰਹੇ ਆ, ਅਸੀਂ ਇਕੱਠੇ ਵੀ ਘਰੇ ਵੀ ਰੋਟੀ ਖਾਧੀ ਆ। ਹਾਂਜੀ ਮਾਤਾ ਜੀ ਨੂੰ ਮੈਂ ਮਿਲੀ ਆ, ਉਹਨਾਂ ਦੇ ਨਿਆਣਿਆਂ ਦੇ ਨਾਲ ਵੀ ਅਸੀਂ ਖੇਲਦੇ ਹੁੰਦੇ ਸੀ। ਤੁਹਾਡੇ ਵਿਆਹ ਦੀ ਗੱਲ ਫਾਈਨਲ ਸੀ? ਹਾਂਜੀ ਸੈਪਟੈਂਬਰ 2022। ਤੇ ਹਾਲੇ ਤਾਂ ਉਹਦਾ ਡਿਵੋਰਸ ਨਹੀਂ ਹੋਇਆ? ਉਹ ਤਾਂ ਸਾਰਾ ਕੁਝ ਇਨ ਪ੍ਰੋਸੈਸ ਦੇ ਵਿੱਚ ਹੁੰਦਾ ਸੀ। ਉਹਨੂੰ ਪ੍ਰਾਪਰਟੀ ਕਿਹੜੀ ਐਕਸ ਵਾਈਫ ਨੂੰ ਦੇਣੀ ਸੀ, ਦੀਪ ਇਨ ਦਾ ਪ੍ਰੋਸੈਸ ਆਫ ਮਿਊਚੁਅਲ ਐਗਰੀਮੈਂਟ ਹੋ ਗਈ ਸੀ। ਪਰ ਲੋਕ ਇਹ ਵੀ ਕਹਿੰਦੇ ਵੇਖ ਲਓ, ਅਖੀਰ ਤੇ ਘਰ ਵਾਲੀ ਸੰਸਕਾਰ ਤੇ ਵੀ ਘਰ ਵਾਲੀ ਦਿਖੀ, ਸਾਰੇ ਰੀਤੀ ਰਿਵਾਜ ਵੀ ਘਰ ਵਾਲੀ ਨਿਭਾਉਂਦੀ ਰਹੀ। ਤੇ ਰੀਨਾ ਰਾਏ ਤਾਂ ਕਹਿੰਦੇ ਵੀ ਉਹਨਾਂ ਚ ਨਹੀਂ ਸੀ ਜਿੰਨਾ ਚਿਰ ਦੀਪ ਸਿੱਧੂ ਇੱਕ ਸਟਾਰ ਸੀ, ਚਮਕਦਾ ਸਤਾਰਾ ਸੀ, ਜਿਉਂਦਾ ਜਾਗਦਾ ਸੀ, ਸਾਹ ਚੱਲਦੇ ਸੀ। ਦੀਪ ਦੇ ਸਾਹ ਨਿਕਲੇ ਨਹੀਂ ਤੇ ਤੁਸੀਂ ਵੀ ਨਿਕਲ ਗਏ। ਸੋ ਮੈਂ ਦੱਸਦੀ ਹਾਂ ਕਿ ਐਕਸ ਵਾਈਫ ਦੀ ਇਹਨਾਂ ਦੀ ਬਿਗ ਕਨਫਿਊਜ਼ਨ ਹੋਈ ਹੋਇਆ। ਐਕਸ ਵਾਈਫ ਤਾਂ ਇਹਨਾਂ ਦਾ ਚੱਲਦਾ ਸੀ ਡਿਵੋਰਸ, ਸੋ ਆਬਵੀਅਸਲੀ ਲੀਗਲੀ ਉਹਨੇ ਤਾਂ ਹੋਣਾ ਸੀ। ਓਕੇ ਵਾਟਐਵਰ, ਠੀਕ ਆ। ਈਵਨ ਮੈਂ ਮਨਦੀਪ ਉਹਨਾਂ ਨੂੰ ਵਾਰਨ ਕੀਤਾ ਸੀ ਕਿ ਤੁਸੀਂ ਨਾ ਉਹਨੂੰ ਲੈ ਕੇ ਆਵੇ, ਤੁਸੀਂ ਇੱਕ ਕਨਫਿਊਜ਼ਨ ਹੋ ਜਾਣਾ ਹਨਾ ਦੀਪ, ਬਿਕਾਜ਼ ਆਬਵੀਅਸਲੀ ਸਾਡਾ ਵਿਆਹ ਹੋਣਾ ਸੀ। ਇਹਨਾਂ ਦੇ ਆਪਸ ਵਿੱਚ ਕਿਹਨਾਂ ਦੀ ਪਲੈਨਿੰਗ ਸੀ ਕਿ ਅੱਧਾ ਇਹਨਾਂ ਨੂੰ ਪ੍ਰਾਪਰਟੀ ਮਿਲ ਜੂਗੀ, ਐਂਡ ਉਹੀ ਕੰਮ ਹੋਇਆ। ਇਹ ਮੈਨੂੰ ਤੋੜਤਾ US ਨੂੰ। ਦੀਪ ਸਿੱਧੂ ਦੀ ਮੌਤ ਕਿਵੇਂ ਹੋਈ ਆ? ਹੁਣ ਇਸ ਗੱਲ ਤੇ ਆਉਣੇ ਆ। ਐਕਸੀਡੈਂਟ ਹੋਇਆ, ਪਰ ਅਨੇਕਾਂ ਮੈਂ ਐਸੀਆਂ ਇੰਟਰਵਿਊ ਸੁਣ ਲਈਆਂ, ਐਸੇ ਲੋਕ ਜਿਨ੍ਹਾਂ ਨੂੰ ਸ਼ਾਇਦ ਕੋਈ ਨਹੀਂ ਜਾਣਦਾ, ਮੈਂ ਵੀ ਨਹੀਂ ਜਾਣਦਾ, ਕਈ ਐਸੇ ਬੰਦੇ ਸਾਹਮਣੇ ਆਏ। ਇੱਕ ਦੀ ਤਾਂ ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਮੱਥੇ 'ਚ ਗੋਲੀ ਵੱਜੀ, ਕਹਿੰਦਾ ਜੀ ਮੈਂ ਦੇਖੀ ਆ। ਏਦਾਂ ਦੇ ਲੋਕ ਵੀ ਸਾਹਮਣੇ ਆਏ। ਨਹੀਂ
ਗੋਲੀ ਕਿੱਥੇ ਨਹੀਂ ਲੱਗੀ ਦੀਪ ਤੇ, ਜਾਂ ਲੱਗੀ ਹੋਵੇ ਪਿੱਛੋਂ ਨਹੀਂ ਨਿਕਲਣਾ ਸੀ, ਜਾਂ ਐਟਲੀਸਟ ਸਕੋਰਪੀਓ ਤੇ ਲੱਗੂਗੀ, ਕਿੱਥੇ ਤਾਂ ਲੱਗੂਗੀ। ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਆ, ਇਨਵੈਸਟੀਗੇਸ਼ਨ ਚ ਮਨਦੀਪ ਨੂੰ ਵੀ ਪਤਾ ਕਿ ਕਿੱਥੇ ਨਹੀਂ ਗੋਲੀ ਲੱਗੀ। ਇਹ ਤਾਂ ਕਿਸੇ ਦੀ ਮੈਂ ਹੁਣ ਕੀ ਕਹਾਂ, ਕਿਸੇ ਦੀ ਇਹ ਗੋਲੀ ਵਾਲਾ ਕੰਮ ਕਿੱਥੋਂ ਆਇਆ? ਕਿਉਂਕਿ ਮੈਨੂੰ ਯਾਦ ਹੈ ਮਨਦੀਪ ਹੋਰਾਂ ਦਾ ਵੀ ਇੱਕ ਜਿਹੜਾ ਪਹਿਲਾ ਬਿਆਨ ਸੀ, ਉਹ ਕਹਿੰਦੇ ਸੀ ਐਕਸੀਡੈਂਟ ਹੋਇਆ ਜੀ, ਮੌਤ ਹੋਈ ਹੈ। ਉਸ ਤੋਂ ਬਾਅਦ ਇਹ ਗੋਲੀ ਵਾਲਾ ਸੀਨ, ਕਤਲ ਵਾਲਾ ਸੀਨ ਕਿਉਂ ਸ਼ੁਰੂ ਹੋਇਆ? ਇਹ ਤਾਂ ਫੇ ਹੁਣ ਕਿਸੇ ਨੇ ਪੋਲੀਟੀਕਲ ਟਾਇਰਲ ਚਾਹੀਦਾ ਸੀ, ਜਾਂ ਕਿਸੇ ਨੂੰ ਹੋਰ ਕੁਝ ਦੀਪ ਦੇ ਨਾਂ ਤੇ। ਆਬਵੀਅਸਲੀ ਦੀਪ ਤਾਂ ਵੱਡਾ ਹੈ, ਇੰਨਾ ਵੱਡਾ ਨਾਂ ਤੇ ਉਹਨਾਂ ਨੇ ਤਾਂ ਕੁਝ ਚਲਾਉਣਾ ਸੀ ਬਈ। ਉਸ ਟਾਈਮ ਤਾਂ ਇਲੈਕਸ਼ਨ ਹੁੰਦੇ ਸੀ। ਤੇ ਫਿਰ ਜੇ ਰੀਨਾ ਰਾਏ ਉਦੋਂ ਜਹਾਜ਼ ਨਾ ਚੜਦੇ, ਜੇ ਰੀਨਾ ਰਾਏ ਉਦੋਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ, ਫੇਸ ਕਰਦੇ, ਤਾਂ ਨਹੀਂ ਲੱਗਦਾ ਕਿ ਸ਼ਾਇਦ ਇਹ ਸਵਾਲ ਖੜੇ ਨਾ ਹੁੰਦੇ? ਬਿਲਕੁਲ, ਪਰ ਉਹਨਾਂ ਨੇ ਮੈਨੂੰ ਚੁੱਪ ਕਰਾਇਆ ਸੀ। ਮਨਦੀਪ ਨੇ ਵੀ, ਮੈਂ ਹੁਣ ਦੱਸਦੀ ਆ ਇਹ, ਕਦੋਂ ਮੈਂ US ਵਾਪਸ ਚਲ ਗਈ ਸੀ, ਐਕਚੁਅਲੀ ਮੈਨੂੰ ਵਾਪਸ ਆ ਲੈਂਦੇ, ਕਿੱਥੇ ਦੀਪ ਤੇ ਉਹਨੂੰ ਕਹਿੰਦੇ ਕਿ ਗੋਲੀ ਮਾਰੀ, ਨਹੀਂ ਗੋਲੀ ਨਹੀਂ ਸੀ। ਕਿਹੜੀ ਸਕੋਰਪੀਓ ਦੀ ਛੱਤ ਸੀ, ਉਹ ਆ ਕੇ ਦੀਪ ਦੇ ਮੱਥੇ ਤੇ ਲੱਗੀ, ਤਾਂ ਹੀ ਦੀਪ ਦੀ ਡੈਥ ਹੋ ਗਈ ਸੀ। ਉਹ ਇੰਨੀ ਬੈਡ ਇੰਜਰੀ ਸੀ। ਅਦਰਵਾਈਜ਼ ਜਾਂ ਹੋਰ ਕਿੱਥੇ ਲੱਗੀ, ਮੇਬੀ ਹੀ ਵੁੱਡ ਹੈਵ ਸਰਵਾਈਵਡ, ਹਨਾ। ਪਰ ਉਹ ਮੱਥੇ ਤੇ ਆ ਕੇ, ਤੁਹਾਨੂੰ ਪਤਾ ਹੀ ਆ, ਲਾਈਕ your head is the most sensitive area. So ਤੁਸੀਂ sorry ਮਨਦੀਪ ਦੀ ਤੁਸੀਂ ਗੱਲ ਕਰ ਰਹੇ ਕਿ ਮਨਦੀਪ ਨੇ ਮਨਦੀਪ ਨੂੰ ਪਤਾ ਸੀ, ਫਿਰ ਮਨਦੀਪ ਨੇ ਕਿਉਂ ਇਹ ਚੀਜ਼ ਮਨਦੀਪ ਤੋਂ ਸ਼ੁਰੂ ਹੋਈ ਜਾਂ ਕਿੱਥੋਂ ਸ਼ੁਰੂ ਹੋਈ ਕਿ ਇਹ ਐਕਸੀਡੈਂਟ ਨਹੀਂ, ਇਹ ਕਤਲ ਹੈ? ਠੀਕ ਹੈ, ਮੈਂ ਹੁਣ ਇਹ ਵੀ ਕਨਫਿਊਜ਼ਨ ਦੱਸ ਦਿੰਦੀ। ਸੋ 18 ਨੂੰ ਮੈਂ ਵਾਪਸ ਚਲ ਗਈ ਸੀ। ਮੈਂ ਮਨਦੀਪ ਨੂੰ ਮੈਸੇਜ ਭੇਜਿਆ ਸੀ ਕਿ ਤੁਸੀਂ ਸੱਚ ਦੱਸ ਦਿਓ ਕਿ ਐਕਸੀਡੈਂਟ ਸੀ, ਬਿਕਾਜ਼ ਜਾਂ ਐਕਸੀਡੈਂਟ ਨਹੀਂ ਸੀ, ਫਿਰ ਮਨਦੀਪ ਨੇ ਕਿਉਂ ਨਹੀਂ ਦੀਪ ਦੀ ਬੋਡੀ ਰੱਖੀ? ਤੁਹਾਨੂੰ ਕੀ ਕਿਹਾ? ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਹਾਲੇ ਸੱਚ ਨਾ ਕਹੋ, ਭੋਗ ਦੇ ਬਾਅਦ ਤੁਸੀਂ ਸੱਚ ਦੱਸ ਦਿਓ। ਮੈਂ ਵੇਟ ਕਰੀ ਗਈ, ਇਹੀ ਵਿਸ਼ਵਾਸ ਤੇ ਮੈਂ ਵੇਟ ਕਰੀ। ਮੈਂ ਕਿਹਾ ਓਕੇ ਠੀਕ ਹੈ ਮਨਦੀਪ, ਮੈਨੂੰ ਪਤਾ ਫਿਊਨਰਲ ਦੇ ਬਾਅਦ ਸਾਰਾ ਪ੍ਰੋਸੈਸ ਹੁੰਦਾ ਹੈ ਨਾ। ਸੋ ਮਨਦੀਪ ਨੇ ਮੈਨੂੰ ਕਿਹਾ, ਐਕਚੁਅਲੀ ਆਪਸ ਵਿੱਚ ਕਿਹੜਾ ਗਬਲਾ ਬੰਦਾ ਸੀ, ਉਹ ਅੰਮ੍ਰਿਤਪਾਲ ਸੀ। ਅੰਮ੍ਰਿਤਪਾਲ ਤੇ ਹਮੇਸ਼ਾ ਮੇਰੇ ਨਾਲ ਗੱਲ ਹੁੰਦੀ ਸੀ। ਅੰਮ੍ਰਿਤਪਾਲ ਮੈਨੂੰ ਕਹਿੰਦਾ ਸੀ ਕਿ ਠੀਕ ਆ ਮਨਦੀਪ ਕਰ ਦੂਗਾ, ਦੱਸ ਦੂਗਾ ਸੱਚ ਹੈ ਕੀ ਆ। ਐਕਸ ਵਾਈਫ ਤੋਂ ਮਗਰੋਂ ਤੁਹਾਡੀ ਅੰਮ੍ਰਿਤਪਾਲ ਨਾਲ ਗੱਲ ਹੋਈ? ਹਾਂਜੀ। ਅੰਮ੍ਰਿਤਪਾਲ ਤੇ ਆਪਾਂ ਬਾਅਦ ਚ ਆਉਣੇ ਆ, ਪਹਿਲਾਂ ਇਹ ਐਪੀਸੋਡ ਕੰਪਲੀਟ ਠੀਕ ਹੈ। ਮਨਦੀਪ ਨੂੰ ਮੈਂ ਇਹੀ ਕਿਹਾ ਸੀ ਕਿ ਮੈਨੂੰ ਭਰਾ ਬਣ ਕੇ ਸੱਚ ਦੱਸ ਦੇ, ਬਹੁਤ ਜ਼ਿਆਦਾ ਐਲੀਗੇਸ਼ਨਸ ਆ ਮੇਰੇ ਤੇ। ਤੁਹਾਨੂੰ ਪਤਾ ਕਿ ਦੀਪ ਮੇਰਾ ਪਿਆਰ ਸੀ, ਅਸੀਂ ਕਿੰਨਾ ਪਿਆਰ ਕਰਦੇ ਸੀ ਆਪਸ ਵਿੱਚ, ਕਿ ਤੁਸੀਂ ਇਹ ਨਾ ਕਰੋ ਉਹਦੇ ਨਾਲ। ਗਿਵ ਹਿਮ ਸਮ ਪੀਸ, ਕਿ ਤੁਸੀਂ ਸੱਚ ਦੱਸ ਦਿਓ ਕਿ ਹੋਇਆ ਕੀ। ਮੈਨੂੰ ਹਾਲੇ ਵੀ ਮੈਨੂੰ ਇਹਦਾ ਜਵਾਬ ਪਤਾ ਲੱਗੇ ਕਿ ਮਨਦੀਪ ਕਿਉਂ ਨਹੀਂ ਦੱਸਦਾ। ਐਨੀਵੇਜ਼ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਲੀਅਰ ਕਰ ਦਿਓ। ਮਨਦੀਪ ਨੇ ਮੈਨੂੰ ਆਪਸ ਵਿੱਚ ਕਿਹਾ ਸੀ ਕਿ ਹਾਂ ਤੁਸੀਂ ਮੈਨੂੰ 7 ਦਿਨ ਦੇ ਦਿਓ, ਭੋਗ ਦੇ ਬਾਅਦ ਅਸੀਂ ਸਾਰਾ ਸੱਚ ਦੱਸ ਦੂੰਗੇ। ਮੈਂ ਕਿਹਾ ਠੀਕ ਆ, ਮੈਂ ਵੇਟ ਕਰੀ ਗਈ, ਮਿਲੇ ਵੀ ਨਹੀਂ। ਜਦੋਂ ਤੁਸੀਂ ਚਲੋ ਸੰਸਕਾਰ ਤੇ ਨਹੀਂ ਆਏ, ਤੁਸੀਂ ਚਲੇ ਗਏ, ਉਸ ਤੋਂ ਬਾਅਦ ਭੋਗ ਆ ਗਿਆ, ਤੇ ਜੇ ਤੁਹਾਨੂੰ ਕਿਹਾ ਗਿਆ ਸੀ ਕਿ ਆਪਾਂ ਦੱਸ ਦਿਆਂਗੇ, ਤੇ ਤੁਸੀਂ ਭੋਗ ਤੇ ਆ ਜਾਂਦੇ। ਭੋਗ ਤੇ ਆ ਕੇ ਤੁਸੀਂ ਦੱਸ ਦਿੰਦੇ, ਤੁਸੀਂ ਭੋਗ ਤੇ ਵੀ ਨਹੀਂ ਆਏ। ਉਹਨਾਂ ਨੇ ਮੈਨੂੰ ਮਨਾ ਕੀਤਾ ਸੀ। ਰੀਨਾ ਰਾਏ ਕੋਈ ਐਸਾ ਤਾਂ ਹੈ ਨਹੀਂ ਸੀ ਵੀ ਟਿਕਟ ਨਹੀਂ ਸੀ ਮਿਲਦੀ ਜਾਂ ਰੀਨਾ ਰਾਏ ਆ ਨਹੀਂ ਸੀ ਸਕਦੇ, ਭੋਗ ਤੇ ਹੀ ਆ ਜਾਂਦੇ ਘੱਟੋ ਘੱਟ। ਭੋਗ ਤੇ ਤਾਂ 7 ਬਗਾਨੇ ਵੀ ਪਹੁੰਚ ਜਾਂਦੇ ਆ, ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ ਸੀ। ਮੈਂ ਵੀ ਉੱਥੇ ਗਿਆ ਸੀ, ਬੇਸ਼ੱਕ ਐਜ਼ ਅ ਜਰਨਲਿਸਟ ਗਿਆ ਸੀ, ਲੱਖਾਂ ਦੀ ਗਿਣਤੀ 'ਚ ਲੋਕ ਸੀ। ਰੀਨਾ ਰਾਏ ਹੈ ਨਹੀਂ ਸੀ ਉੱਥੇ, ਜਾਨ ਤੋਂ ਪਿਆਰਾ ਸੀ ਜਿਹਦਾ। ਠੀਕ ਹੈ, ਮੈਨੂੰ ਕਦੋਂ ਪਤਾ ਲੱਗੇ ਕਿ ਮਨਦੀਪ ਉਹਨਾਂ ਨੇ ਕਿਹਾ ਤਾਂ ਕਿ ਰੀਨਾ ਨਹੀਂ ਆ ਸਕਦੀ ਫਿਊਨਰਲ ਤੇ, ਨਾ ਉਹਦੀ ਫੈਮਿਲੀ ਆ ਸਕਦੀ ਆ, ਉਹਨਾਂ ਨੂੰ ਮਨਾ ਕੀਤਾ ਆਲਾ ਰੀਨਾ ਦਾ ਪਾਸਪੋਰਟ। ਫਿਰ ਮੈਂ ਕਿਹਾ ਠੀਕ ਹੈ, ਜੇ ਇਹਨਾਂ ਨੇ ਇਦਾਂ ਮੇਰੇ ਨਾਲ ਕਰਨਾ, ਫਿਰ ਤੁਸੀਂ ਐਟਲੀਸਟ ਸੱਚ ਤਾਂ ਬੋਲ ਲਓ, ਰਾਈਟ। ਭੋਗ ਤੇ ਵੀ ਮੈਨੂੰ ਮਨਾ ਕੀਤਾ। ਮੈਂ ਕਦੇ ਅੰਮ੍ਰਿਤਪਾਲ ਨੂੰ ਮੈਸੇਜ ਕਰਾਂ, ਕਦੇ ਮਨਦੀਪ, ਉਦੋਂ ਤਾਂ ਅੰਮ੍ਰਿਤਪਾਲ ਸੀਨ 'ਚ ਹੀ ਨਹੀਂ ਸੀਗਾ। ਨਹੀਂ, ਪਰ ਮੇਰੇ ਨਾਲ ਦਾ ਸੀਨ ਤਾਂ ਬਾਅਦ ਸ਼ੁਰੂ ਹੁੰਦਾ। ਨਹੀਂ, ਪਰ ਮੇਰੇ ਨਾਲ ਤਾਂ ਗੱਲ ਹੁੰਦੀ ਸੀ। ਹੁਣ ਹੋ ਸਾਰਾ ਪ੍ਰੂਫ ਮੇਰੇ ਕੋਲ ਹੈਗਾ ਇਸ ਫੋਨ ਦੇ ਵਿੱਚ। 17 ਤਰੀਕ ਤੋਂ ਬਾਅਦ until July 2022। ਅੰਮ੍ਰਿਤਪਾਲ ਤੇ ਮਨਦੀਪ ਦੀ ਤਾਂ ਉਹਨਾਂ ਦੀ ਤਾਂ ਆਪਸ 'ਚ ਬਣਦੀ ਨਹੀਂ ਸੀ ਉਸ ਦੌਰ। ਉਸ ਟਾਈਮ ਬਣਦੀ ਸੀ, ਉਦੋਂ ਬਣਦੀ ਸੀ। ਹਾਂ ਬਿਲਕੁਲ ਬਣਦੀ ਸੀ, ਉਹਨਾਂ ਦੇ ਆਪਸ ਵਿੱਚ ਗੱਲ ਹੁੰਦੀ ਸੀ। ਬਿਕਾਜ਼ ਵਿਗੜੀ ਕਿਉਂ? ਹੁਣ ਉਹਨਾਂ ਦੇ ਇੱਕ ਤਾਂ ਉਹ ਤਾਂ ਕਾਫੀ, ਹੁਣ ਤੁਸੀਂ ਦੇਖਦੇ ਕਿਉਂ ਨਹੀਂ ਬਣਦੀ। ਅੰਮ੍ਰਿਤਪਾਲ ਨਾਲ ਤਾਂ ਮੈਂ ਇੱਕ ਸਟਾਰਟਿੰਗ ਦੇ ਵਿੱਚ ਉਹਨਾਂ ਨੂੰ ਮੈਂ ਸਵਾਲ ਕੀਤਾ ਸੀ ਕਿ ਤੁਸੀਂ ਦੀਪ ਸਿੱਧੂ ਦੇ ਪਰਿਵਾਰ ਨੂੰ ਮਿਲੇ ਆ, ਤਾਂ ਉਹ ਕਹਿੰਦੇ ਮੈਂ ਕੋਸ਼ਿਸ਼ ਕਰ ਰਿਹਾ, ਪਰ ਦੀਪ ਸਿੱਧੂ ਦਾ ਪਰਿਵਾਰ ਮੈਨੂੰ ਮਿਲ ਨਹੀਂ ਰਿਹਾ। ਕਿਸ ਟਾਈਮ ਇਹ ਸੀ? ਇਹ ਜਦੋਂ ਅੰਮ੍ਰਿਤਪਾਲ ਵਾਰਿਸ ਪੰਜਾਬ ਦੇ ਮੁਖੀ ਬਣ ਕੇ ਸਾਹਮਣੇ ਆਉਂਦੇ। ਠੀਕ ਆ, ਫਿਰ ਉਹਨਾਂ ਦੇ ਆਪਸ ਵਿੱਚ ਤਾਂ ਲੜਾਈ ਤਾਂ ਹੁੰਦੀ ਸੀ ਕਿ ਇਹਨੇ ਵਾਰਿਸ ਪੰਜਾਬ ਨੇ ਅੱਗੇ ਲੈ ਕੇ ਜਾਣਾ ਸੀ। ਉਹਨਾਂ ਦੇ ਮਨਦੀਪ ਚਾਹੁੰਦਾ ਸੀ ਕਿ ਮੈਨੂੰ ਚੀਫ ਬਣਾਇਆ ਜਾਵੇ। ਇਸ ਗੱਲ ਤੇ ਮੈਨੂੰ ਨਹੀਂ ਪਤਾ। ਮੈਨੂੰ ਇੰਨਾ ਪਤਾ ਸੀ ਕਿ ਹਾਂ ਇਹਨਾਂ ਦੀ ਆਪਸ ਵਿੱਚ ਚੱਲਦੀ ਸੀ। ਉੱਥੇ ਤਾਂ ਮੈਂ ਦੂਰੋਂ ਰਹੀ ਸੀ, ਬਿਕਾਜ਼ ਮੇਲੇ ਤਾਂ ਬਹੁਤ ਉਸ ਟਾਈਮ ਔਖਾ ਸੀ। ਮੈਂ ਇਸ ਗੱਲਾਂ ਦੇ ਵਿੱਚ ਨਹੀਂ ਸੀ ਆਉਂਦੀ, ਬਿਕਾਜ਼ ਮੇਲੇ ਤੇ ਦੀਪ ਦੀ ਕਿਹੜਾ ਦਰ ਸੀ, ਉਹ ਬਹੁਤ ਵੱਡਾ ਸੀ। ਇੱਕ ਲਾਈਨ 'ਚ ਦੱਸਿਓ, ਦੀਪ ਸਿੱਧੂ ਕੌਣ ਸੀ? ਦੀਪ ਸਿੱਧੂ ਕਹਿੰਦੇ ਕਿ ਸ਼ਹੀਦ ਹੋਇਆ, ਦੀਪ ਸਿੱਧੂ ਨੂੰ ਸ਼ਹੀਦ ਦਾ ਦਰਜਾ ਦਿੱਤਾ। ਵੱਡੇ ਵੱਡੇ ਮੰਚਾਂ ਤੇ ਹੁਣ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਵੀ ਉਹਨਾਂ ਦੀ ਤਸਵੀਰ ਲੱਗਦੀ ਹੈ, ਧਾਰਮਿਕ ਸਮਾਗਮਾਂ ਤੇ ਉਹਨਾਂ ਦੀ ਤਸਵੀਰ ਲੱਗਦੀ ਹੈ।
ਸ਼ਹੀਦ ਦਾ ਫਿਰ ਦਰਜਾ ਉਹਨੂੰ ਦਿੱਤਾ ਗਿਆ, ਜੇ ਉਹਨਾਂ ਦੀ ਕੋਈ ਖਾਸੀਅਤ ਹੋਊਗੀ ਤਾਂ ਦਿੱਤਾ ਗਿਆ, ਕਾਰਨ ਕੀ ਸਮਝਦੇ ਹੋ? ਠੀਕ ਆ। ਦੀਪ ਤਾਂ ਸਾਡਾ ਸ਼ਹੀਦ ਮੰਨਦੇ ਹੋ ਤੁਸੀਂ? ਸੀ ਸ਼ਹੀਦ ਦਾ ਮੈਂ ਨਹੀਂ ਮੰਨਦੀ, ਬਿਕਾਜ਼ ਹੁਣ ਤੁਸੀਂ ਸੋਚੋ, ਪੰਜਵਾਂ ਗੁਰੂ ਸਾਡਾ ਗੁਰੂ ਸੌਰੀ ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਰਾਈਟ? ਠੀਕ ਆ। ਹੁਣ ਤੁਸੀਂ ਨੌਵੇਂ ਗੁਰੂ ਤੋਂ ਗੁਰੂ ਤੇਗ ਬਹਾਦਰ, ਉਹ ਵੀ ਸ਼ਹੀਦ। ਠੀਕ ਆ। ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਜੀ ਤੇ ਆਉਂਦੇ ਆ, ਉਹਨਾਂ ਨੂੰ ਵੀ ਨਹੀਂ ਸ਼ਹੀਦ ਮੰਨਿਆ। ਕਿਉਂ? ਬਿਕਾਜ਼ ਉਹਨਾਂ ਦੀ ਤਾਂ ਰਾਤ ਨੂੰ ਅਟੈਕ ਹੋ ਗਿਆ ਸੀ, ਉਹ ਕੋਈ ਚੋਇਸ ਨਹੀਂ ਸੀ। ਹੁਣ ਜਦ ਤੁਸੀਂ ਸੋਚੋ ਸ਼ਹੀਦ ਦਾ ਡੈਫੀਨੇਸ਼ਨ ਕੀ ਆ, ਹੁਣ ਕਿਹਨਾਂ ਨੂੰ ਸਿੱਖੀ ਦੇ ਬਾਰੇ ਜਾਂ ਗੁਰੂਆਂ ਦੇ ਬਾਰੇ ਜਾਂ ਹਿਸਟਰੀ ਦੇ ਬਾਰੇ ਪਤਾ, ਫਿਰ ਉਹ ਸ਼ਹੀਦ ਹੁੰਦਾ। ਹੁਣ ਦੀਪ ਦੀ ਐਕਸੀਡੈਂਟ ਹੋਇਆ, ਉਹ ਕੋਈ ਆਪਸ਼ਨ ਨਹੀਂ ਸੀ, ਚੋਇਸ ਨਹੀਂ ਸੀ। ਪਰ ਜੇ ਕੋਈ ਇਹ ਗੱਲ ਕਰਨ ਲੱਗਦਾ ਤਾਂ ਉਹ ਡਰਦਾ ਕਿ ਯਾਰ ਜੇ ਮੈਂ ਕਹਤਾ ਦੀਪ ਸਿੱਧੂ ਸ਼ਹੀਦ ਨਹੀਂ, ਮਤਲਬ ਅਨੇਕਾਂ ਆਵਾਜ਼ਾਂ ਮੈਂ ਐਸੀਆਂ ਸੁਣੀਆਂ ਜਿਹੜੇ ਕਹਿੰਦੇ ਜੇ ਅਸੀਂ ਕਹਤਾ ਦੀਪ ਸਿੱਧੂ ਸ਼ਹੀਦ ਨਹੀਂ ਤਾਂ ਸਾਡਾ ਵਿਰੋਧ ਸ਼ੁਰੂ ਹੋ ਜਾਣਾ ਪੰਜਾਬ ਦੇ ਵਿੱਚ। ਪਰ ਹਨਾ ਕੀ ਆ, ਹੁਣ ਮੈਂ ਇੰਨਾ ਪਿਆਰ ਕਰਦੀ ਦੀਪ ਨੂੰ, ਮੈਂ ਉਹ ਮੈਂ ਵੀ ਮੰਨ ਕੇ ਹਾਂ ਸ਼ਹੀਦ ਸੀ, ਦੈਟਸ ਅ ਵੈਰੀ ਬਿਊਟੀਫੁਲ ਟਾਈਟਲ, ਬਹੁਤ ਸੋਹਣਾ ਟਾਈਟਲ ਆ। ਪਰ ਮੈਂ ਇੰਨਾ ਪਿਆਰ ਕਰਦੀ ਦੀਪ ਨੂੰ ਕਿ ਮੈਂ ਉੱਥੇ ਅੱਗੇ ਸ਼ਹੀਦ ਨਹੀਂ ਲਾ ਸਕਦੀ, ਬਿਕਾਜ਼ ਸੱਚ ਹੈ ਕੀ ਆ, ਹੀ ਡਿਡਨਟ ਹੈਵ ਅ ਚੋਇਸ, ਆਪਣੀ ਲਾਈਫ ਨਹੀਂ ਉਸ ਟਾਈਮ ਉਹਨੇ ਦਿੱਤੀ। ਅਮਰਤਪਾਲ ਦੇ ਨਾਲ ਕਿਸ ਤਰ੍ਹਾਂ ਦੇ ਰਿਸ਼ਤੇ ਸੀਗੇ ਦੀਪ ਸਿੱਧੂ ਹੋਰਾਂ ਦੇ? ਇੰਨੇ ਨਹੀਂ ਸੀ, ਆਲ ਬੀ ਓਨੈਸਟ। ਪਹਿਲੋ ਮੋਰਚੇ ਤੇ ਜਦੋਂ ਮੋਰਚਾ ਸ਼ੁਰੂ ਹੋਇਆ, ਉਹਨਾਂ ਦੇ ਆਪਸ ਵਿੱਚ ਫੇਰ ਗੱਲ ਹੋਣ ਲੱਗ ਪਈ ਸੀ। ਘਰੇ ਵੀ ਅਸੀਂ ਬੰਬੇ ਰਹਿੰਦੇ ਸੀ ਇਕੱਠੇ, ਮੈਂ ਤੇ ਦੀਪ ਐਜ਼ ਹਸਬੈਂਡ ਐਂਡ ਵਾਈਫ, ਐਂਡ ਉੱਥੇ ਵੀ ਗੱਲ ਹੋ ਜਾਂਦੀ ਸੀ ਅਮਰਪਾਲ ਦੇ ਨਾਲ। ਜਸਟ ਹੋਇਆ ਕਿ ਉਸ ਮੈਂ ਗੱਲਬਾਤ ਇਹਨਾਂ ਦੀ ਨਾ ਇੱਕ ਸੁਣੀ ਹੈਗੀ, ਇੱਕ ਆਡੀਓ ਸੁਣੀ ਹੈ, ਉਹ ਸ਼ਾਇਦ ਇਹਨਾਂ ਦੀ ਕਲੱਬ ਮੀਟਿੰਗ ਹੁੰਦੀ ਸੀਗੀ, ਉਹਦੇ ਵਿੱਚ ਮੈਂ ਸੁਣਿਆ ਕਿ ਉਹ ਕਹਿ ਰਿਹਾ ਕਿ ਬਾਈ ਜੀ, ਅਮਰਤਪਾਲ ਕਹਿ ਰਿਹਾ ਦੀਪ ਸਿੱਧੂ ਹੋਰਾਂ ਨੂੰ ਕਿ ਬਾਈ ਜੀ ਆਪਾਂ ਨੂੰ ਸਿੱਖਾਂ ਬਾਰੇ ਆ ਕਰਨਾ ਚਾਹੀਦਾ, ਇਸ ਤਰ੍ਹਾਂ ਹੀ। ਤਾਂ ਬੜਾ ਦੋਨਾਂ ਦੇ ਵਿੱਚ ਏਦਾਂ ਲੱਗ ਰਿਹਾ ਕਿ ਬੌਂਡਿੰਗ ਬੜੀ ਅੱਛੀ ਹੈ। ਠੀਕ ਆ। ਉਸ ਟਾਈਮ ਹਰੇਕ ਬੰਦਾ ਕਲੱਬ ਹਾਊਸ ਤੇ ਜਾ ਕੇ ਗੱਲ ਕਾਨਫਰੰਸ ਇਕੱਠੇ ਹੋ ਕੇ ਡਿਸਕਸ ਕਰਦੇ ਸੀ। ਮੈਂ ਵੀ ਉੱਥੇ ਸੀ। ਮੈਂ ਦੇਖਿਆ ਕਿ ਦੀਪ ਹਮੇਸ਼ਾ ਕਲੱਬ ਹਾਊਸ ਤੇ ਸਿਰਫ ਅਮਰਪਾਲ ਨਹੀਂ, ਪਰ ਹੋਰ ਵੀ ਕਿਹੜੇ ਵਾਰਿਸ ਪੰਜਾਬ ਦੇ ਵਿੱਚ ਸੀ ਜਾਂ ਕੋਈ ਹੋਰ, ਹਾਂਜੀ ਉਹ ਵੀ, ਐਂਡ ਕਿਹੜੇ ਹੋਰ ਸੰਗਤ ਸੀ ਕਿਹੜੇ ਇਨਵੋਲਵਡ ਸੀ, ਉੱਥੇ ਗੱਲ ਡਿਸਕਸ਼ਨ ਉੱਥੇ ਹੀ ਹੁੰਦੀ ਸੀ। ਅਮਰਤਪਾਲ ਨਾਲ ਆਖਰੀ ਸਮੇਂ ਤੱਕ ਦੀਪ ਸਿੱਧੂ ਹੋਰਾਂ ਦੇ ਸੰਬੰਧ ਵਧੀਆ ਸੀ? ਇਸ ਗੱਲ ਤੇ ਮੈਨੂੰ ਆਨੈਸਟਲੀ ਪਤਾ ਨਹੀਂ, ਪਰ ਇਹੀ ਪਤਾ ਕਿ ਅਮਰਪਾਲ ਬਲੌਕਡ ਸੀ। ਮੈਨੂੰ ਉਹਨਾਂ ਦੇ ਕਿਹਨੇ ਕਿਹਾ? ਇਹ ਮੈਂ ਐਕਚੁਅਲੀ ਆਪ ਦੇਖਿਆ ਸੀ February 30, 2022। ਅਸੀਂ ਦੀਪ ਕਦੋਂ ਹੋਟਲ ਦੇ ਵਿੱਚ, ਓਬਰਾਏ ਹੋਟਲ ਦੇ ਵਿੱਚ ਸੀ, ਅਸੀਂ ਫੋਨ ਤੇ ਸੀ, ਮੈਂ ਦੇਖਿਆ ਸੀ ਤੇ ਕਾਫੀ ਪੀਪਲ ਬਲੌਕਡ ਸੀ, ਐਂਡ ਅਮਰਪਾਲ ਉਹ ਵੀ ਹੀ ਵਾਸ ਵਨ ਆਫ them। ਕਿਉਂ? ਕਿਉਂਕਿ ਜੇ ਦੀਪ ਸਿੱਧੂ ਤੁਹਾਡੇ ਨਾਲ ਇੱਕ ਜਿੱਦਾਂ ਕਹਿੰਦੇ ਕਿ ਪਿਆਰ ਹੁੰਦਾ ਜਿੱਥੇ, ਉਹ ਤਾਂ ਜਾਨ ਤੋਂ ਪਿਆਰੇ ਹੁੰਦੇ ਆ, ਤਾਂ ਜਾਨ ਤੋਂ ਪਿਆਰਾ ਤਾਂ ਕੋਈ ਗੱਲ ਨਹੀਂ ਲੁਕੋਈ ਜਾਂਦੀ। ਤੁਹਾਨੂੰ ਉਹਨਾਂ ਨੇ ਕੋਈ ਦੱਸਿਆ ਕਿ ਅਮਰਤਪਾਲ ਕਿੱਦਾਂ ਦਾ ਇਨਸਾਨ ਹੈ, ਅਮਰਤਪਾਲ ਕਿਸ ਲੈਵਲ ਦਾ ਇਨਸਾਨ ਹੈ, ਜਿਸ ਤਰ੍ਹਾਂ ਦਾ ਹੁਣ ਅਮਰਤਪਾਲ ਸਾਹਮਣੇ ਹੋ ਗਿਆ ਕਿ ਅਮਰਤਪਾਲ ਨਾਲ ਮੇਰਾ ਰੌਲਾ ਕੀ ਹੈ, ਅਮਰਤਪਾਲ ਨਾਲ ਮੇਰਾ ਪਿਆਰ ਕੀ, ਫਿਰ ਕੋਈ ਗੱਲ ਵੀ ਕੀਤੀ ਹੋਏਗੀ ਨਾ? ਨਹੀਂ, ਇਸ ਚੀਜ਼ ਤੇ ਮੈਂ ਇੰਨੀ ਨਹੀਂ ਆ ਕੇ ਅੱਗੇ ਮੋੜੇ ਗੱਲ ਕਰਦੀ ਸੀ, ਮੈਂ ਬਸ ਸਿਰਫ ਸੁਣਦੀ ਹੁੰਦੀ ਸੀ ਕਿ ਉਹਨਾਂ ਦੇ ਆਪਸ ਵਿੱਚ ਕੀ। ਮੈਂ ਇਹ ਨਹੀਂ ਕਿ ਅਮਰਤਪਾਲ ਗਲਤ ਆ, ਮੈਂ ਹੱਲੇ ਵੀ ਉਹਨੂੰ ਰਿਸਪੈਕਟ ਕਰਦੀ ਹਾਂ। ਇਹ ਨਹੀਂ ਕਿ ਮੈਂ ਕੁਛ ਨਹੀਂ, ਆਈ ਡੋਨਟ ਹੈਵ ਐਨੀਥਿੰਗ ਅਗੇਂਸਟ ਅਮਰਤਪਾਲ ਨਾ ਮਦੀਪ, ਬਸ ਸਿਰਫ ਮੇਰੇ ਲਈ ਸੱਚ, ਬਿਕਾਜ਼ ਦੀਪ ਨੇ ਮੈਨੂੰ ਇਹੀ ਇੱਕ ਇੰਪੋਰਟੈਂਟ ਚੀਜ਼ ਸਿਖਾਈ ਕਿ ਕਿਹੜਾ ਓਨੈਸਟ ਹੁੰਦਾ ਹੈ ਨਾ ਬੰਦਾ, ਉਹ ਨਾ ਡਰਦਾ, ਨਾਲੇ ਉਹ ਵੈਰੀ ਸਮੂਥਲੀ ਇਹ ਚੀਜ਼ਾਂ ਹੋ ਰਹੀਆਂ। ਵਾਰਸ ਪੰਜਾਬ ਦੇ ਦਾ ਮੁਖੀ ਬਣਾਇਆ ਗਿਆ ਅਮਰਤਪਾਲ ਹੋਰਾਂ ਨੂੰ, ਤੁਹਾਨੂੰ ਉਹਦੇ ਤੇ ਇਤਰਾਜ਼ ਹੈ? ਸੌਰੀ, ਇਤਰਾਜ਼ ਮਤਲਬ ਤੁਹਾਨੂੰ ਉਹਦੇ ਤੇ ਆਬਜੈਕਸ਼ਨ? ਦੀਪ ਦੀ ਕਿਹੜੀ ਆਈਡੀਓਲੋਜੀ ਸੀ ਉਹ ਬਹੁਤ ਡਿਫਰੈਂਟ ਸੀ। ਦੀਪ ਸਿੱਧੂ ਕੀ ਚਾਹੁੰਦੇ ਸੀ? ਦੀਪ ਸਿੱਧੂ ਇਹ ਕਹਿੰਦੇ ਸੀ ਕਿ ਤੁਸੀਂ ਪੰਜਾਬ ਨੂੰ ਵਧੀਆ ਬਣਾਈਏ, ਇਹ ਨਹੀਂ ਕਿ ਤੁਸੀਂ ਇੱਕ ਪ੍ਰੋਸੈਸ ਹੁੰਦਾ, ਸਟਰਕਚਰ ਹੁੰਦਾ ਪੰਜਾਬ। ਜਦ ਤੁਸੀਂ ਇੱਥੇ ਕਨਸਟੀਟਿਊਸ਼ਨ ਲਾਅ ਦੇ ਵਿੱਚ ਤੁਸੀਂ ਗੱਲ ਕਰੋਗੇ, ਫਿਰ ਚੀਜ਼ਾਂ ਹੋਣਗੀਆਂ। ਜਦ ਤੁਸੀਂ ਵਾਇਲੈਂਸ ਕ੍ਰੀਏਟ ਕਰੋਗੇ, ਇਹ ਚੀਜ਼ਾਂ ਨਹੀਂ, ਇਹਦੇ ਨਾਲ ਕੁਛ ਨਹੀਂ ਸੋਲਵ ਹੋਣਾ। ਨਹੀਂ, ਪਰ ਉਹ ਜਿਸ ਤਰ੍ਹਾਂ ਹੁਣ ਵੱਖਰਾ ਸੂਬੇ ਦੀ ਗੱਲ ਹੁੰਦੀ ਹੈ, ਪੰਜਾਬ ਨੂੰ ਖਾਲਿਸਤਾਨ ਸ਼ਬਦ ਯੂਜ਼ ਕਰ ਲਓ ਚਾਹੇ ਨਾ ਕਰ ਲਓ, ਖਾਲਿਸਤਾਨ ਵੱਖਰੇ ਦੀ ਗੱਲ ਹੁੰਦੀ ਹੈ। ਦੀਪ ਸਿੱਧੂ ਵੀ ਕਿਤੇ ਨਾ ਕਿਤੇ ਸੋਚ ਤਾਂ ਬਾਗੀ ਸੀ ਉਹਨਾਂ ਦੀ, ਫਿਰ ਤੁਸੀਂ ਉਸ ਤੋਂ ਕਿਉਂ ਬਚਣ ਦੀ ਕੋਸ਼ਿਸ਼ ਕਰਦੇ ਆ? ਜੇ ਉਹੀ ਸੋਚ ਅਮਰਤਪਾਲ ਦੀ ਹੈ ਜੋ ਕਹਿੰਦੇ ਕਿ ਦੀਪ ਸਿੱਧੂ ਵੀ ਇਹੀ ਚਾਹੁੰਦੇ ਸੀ, ਫਿਰ ਤੁਸੀਂ ਇਹਨੂੰ ਵੱਖ ਕਿਵੇਂ ਦੇਖਦੇ ਹੋ? ਸੋ ਦੀਪ ਇੱਕ ਚੀਜ਼ ਅਗੇਂਸਟ ਸੀ ਵਾਇਲੈਂਸ, ਉਹ ਚੀਜ਼ ਤੇ ਮੈਨੂੰ ਪਤਾ ਕੀ ਹੋਇਆ। ਉਹ ਤਾਂ 26 ਜਨਵਰੀ ਤੇ ਵੀ ਟੈਗ ਲੱਗਿਆ। ਹਾਂਜੀ, ਪਰ ਦੀਪ ਨੇ ਤਾਂ ਕੁਝ ਕੀਤਾ ਹੀ ਵੀ ਨਹੀਂ, ਉਹ ਤਾਂ ਬਸ ਸਿਰਫ ਬਲੇਮਸ, ਉਹਨੇ ਸਕੇਪਗੋਟ ਦੀਪ ਨੂੰ ਮਨਾਤਾ। ਇਹ ਤਾਂ ਇਹਨਾਂ ਦਾ ਹੁਣ ਪਰ ਜਿਹੜੇ ਇੱਕ ਚੀਜ਼ ਉਹ ਵੀ ਹੈ, ਉਹਨਾਂ ਦਿਨਾਂ ਦੇ ਵਿੱਚ ਦੀਪ ਸਿੱਧੂ ਨੇ ਤੁਹਾਡੇ ਨਾਲ ਹੀ ਉਦੋਂ ਸ਼ਾਇਦ ਜ਼ਿਆਦਾ ਗੱਲ ਹੁੰਦੀ ਸੀ, ਉਹਨਾਂ ਦਿਨਾਂ ਦੇ ਵਿੱਚ ਦੀਪ ਸਿੱਧੂ ਨੇ ਜੋ ਕੁਝ ਫੇਸ ਕੀਤਾ, ਲੋਕਾਂ ਨੇ
ਦੀਪ ਸਿੱਧੂ ਨੂੰ ਮੈਨੂੰ ਲੱਗਦਾ ਕਿ ਸ਼ਾਇਦ ਦੁਨੀਆ ਜਹਾਨ ਦਾ ਕੋਈ ਮਾੜਾ ਲਫ਼ਜ਼ ਨਹੀਂ ਰਿਹਾ ਹੋਣਾ ਜਿਹੜਾ ਉਹਨਾਂ ਦੇ ਲਈ ਵਰਤਿਆ ਨਾ ਹੋਵੇ। ਉਹ ਦੀਪ ਸਿੱਧੂ ਮੌਤ ਤੋਂ ਬਾਅਦ ਸਾਰਿਆਂ ਦੇ ਲਈ ਹਰਮਨ ਪਿਆਰਾ ਹੋ ਜਾਂਦਾ ਹੈ। ਉਦੋਂ ਦੀਪ ਸਿੱਧੂ ਆਪਦੀ ਜਾਨ ਬਚਾਉਣ ਲਈ ਉਹਨੇ ਕਿਹਾ ਸੀ ਕਿ ਮੈਂ ਤਾਂ ਲੱਭਦਾ ਫਿਰਦਾ, ਮੈਂ ਤਾਂ ਝੁੱਗੀਆਂ ਝੋਪੜੀਆਂ 'ਚ ਦਿਨ ਕੱਟ ਰਿਹਾ। ਕਿਉਂ, ਕੀ ਲੱਗਦਾ ਹੈ ਸਾਡੀ ਸੋਚ, ਸਾਡੀ ਸਾਈਕੀ ਕੀ ਹੈ? ਅਸੀਂ ਕਿੱਦਾਂ ਦੇ ਲੋਕ ਹਾਂ? Right. You know, so even 26 ਤਰੀਕ ਤੁਸੀਂ 26 ਤਰੀਕ ਤੇ ਬਾਰੇ ਗੱਲ ਕਰਦੇ ਹੋ, right? Okay. 26 ਤਰੀਕ obviously ਬਹੁਤ ਲੋਕ ਦੀਪ ਦੇ ਅਗੇਂਸਟ ਵੀ ਸੀ। ਉਹਨਾਂ ਨੂੰ ਨਹੀਂ ਪਤਾ ਸੀ ਕਿ ਦੀਪ ਹਾਂ ਸੱਚਾ ਬੰਦਾ ਇੱਥੇ ਆ ਕੇ ਪੰਜਾਬ ਲਈ ਲੋਕਾਂ ਲਈ ਕਿਹੜੀ ਲੋਕਾਂ ਨੂੰ ਹੈਲਪ ਚਾਹੀਦੀ ਜਾਂ ਹੱਕਾਂ ਲਈ ਲੜਾਈ ਕਰਦੇ ਆ। ਸ਼ੁਰੂ ਚ ਇੱਕ ਗੱਲ ਇਹ ਵੀ ਕਹੀ ਗਈ ਕਿ ਏਜੰਸੀਆਂ ਦਾ ਬੰਦਾ ਦੀਪ ਸਿੱਧੂ, ਬੀਜੇਪੀ ਦਾ ਬੰਦਾ ਦੀਪ ਸਿੱਧੂ। ਤਾਂ ਜੇ ਤੁਸੀਂ ਸੱਚ ਹੀ ਬੋਲਣਾ ਹੈ ਤਾਂ ਮੈਂ ਚਾਹੂੰਗਾ ਕਿ ਤੁਹਾਨੂੰ ਤਾਂ ਫਿਰ ਸਭ ਪਤਾ ਹੈ ਕਿ ਵਾਕਈ ਦੀਪ ਸਿੱਧੂ ਬੀਜੇਪੀ ਲੀਡਰਾਂ ਦੇ ਸੰਪਰਕ ਸੀ, ਕਿਉਂਕਿ ਸੰਨੀ ਦਿਓਲ ਹੋਰਾਂ ਦਾ ਉਸ ਟਾਈਮ ਬਹੁਤ ਕਰੀਬੀ ਸੀ। ਉਸ ਤੋਂ ਬਾਅਦ ਫਰਕ ਪੈ ਗਿਆ ਸੀ ਕਿ ਬੀਜੇਪੀ ਦੇ ਲੀਡਰਾਂ ਦੇ ਸੰਪਰਕ ਦੇ ਵਿੱਚ ਸੀ। ਕੀ ਕਦੇ ਕਿਸੇ ਏਜੰਸੀ ਦੇ ਬੰਦੇ ਨਾਲ ਗੱਲ ਹੁੰਦੀ ਸੀ ਉਹਨਾਂ ਦੀ? ਬਿਲਕੁਲ ਨਹੀਂ। ਹਾਲੇ ਵੀ ਉਹਨਾਂ ਨੂੰ ਮੈਨੂੰ ਵੀ ਕਹਿੰਦੇ ਕਿ ਹਾਂ ਤੂੰ ਵੀ ਗਦਾਰ ਆ, ਤੂੰ ਵੀ ਏਜੰਸੀ ਦੇ ਨਹੀਂ ਕਿਹੜੇ ਅਸੀਂ ਨਹੀਂ, ਉਹ ਹੈ ਨਹੀਂ ਸੀ। ਆਮ ਸੌਰੀ ਟੂ ਸੇ ਨਹੀਂ। ਆਪਾਂ ਉਹ ਸੋਚ ਵਿੱਚ ਤੁਹਾਡੀ ਗੱਲ ਰਹਿ ਗਈ ਕਿ ਦੀਪ ਸਿੱਧੂ ਚਾਹੁੰਦਾ ਸੀ ਕਿ ਸਾਨੂੰ ਆਜ਼ਾਦ ਸਟੇਟ ਮਿਲਣੀ ਚਾਹੀਦੀ ਹੈ, ਆਜ਼ਾਦ ਮੁਲਕ ਮਿਲਣਾ ਚਾਹੀਦਾ, ਖਾਲਿਸਤਾਨ ਹੋਣਾ ਚਾਹੀਦਾ। ਕਦੇ ਤੁਹਾਡੇ ਨਾਲ ਸਾਂਝੇ ਕੀਤੇ? ਕਿਉਂਕਿ ਬਾਗੀ ਤਬੀਅਤ ਦਾ ਮਾਲਕ ਸੀ ਦੀਪ ਸਿੱਧੂ। ਤੁਹਾਨੂੰ ਨਾ ਕਦੇ ਕਿਹਾ ਕਿ ਰੀਨਾ ਖਾਲਿਸਤਾਨ ਬਣਾਉਣਾ, ਔਰ ਜੇ ਦੀਪ ਸਿੱਧੂ ਅੱਗੇ ਹੁੰਦਾ ਤਾਂ ਫਿਰ ਘਰੇ ਤਾਂ ਗੱਲ ਕਰਦੀ ਹੈ ਕਿ ਰੀਨਾ ਆਪਾਂ ਆਪਣਾ ਵੱਖਰਾ ਮੁਲਕ ਬਣਾ ਲੈਣਾ, ਲੋਕ ਮੇਰੇ ਨਾਲ ਬਹੁਤ ਨੇ? ਨਹੀਂ, ਖਾਲਿਸਤਾਨ ਦੇ ਬਾਰੇ ਨਹੀਂ ਇਦਾਂ ਗੱਲ ਹੁੰਦੀ ਸੀ। ਇਹੀ ਸੀ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਆ ਕੇ ਲੈਟਸ ਮੇਕ ਪੰਜਾਬ ਅ ਬੈਟਰ ਪਲੇਸ, ਲੈਟਸ ਮੇਕ ਇਟ ਪੀਸਫੁਲ। ਕਿੱਥੇ ਲੋਕਾਂ ਨੂੰ ਹੈਲਪ ਚਾਹੀਦੀ ਆ, ਡਰਗ ਐਡਿਕਸ਼ਨ ਹੋ ਸਕਦਾ ਯੂਥ ਲਈ, ਐਜੂਕੇਸ਼ਨ ਤੇ ਫੋਕਸ ਕਰਨਾ ਚਾਹੀਦਾ। ਜਾਂ ਯੂਥ ਐਜੂਕੇਸ਼ਨ ਕੋ ਹੋਗੀ, ਉਹਨਾਂ ਕੋ ਵਧੀਆ ਜੌਬ ਮਿਲਣਗੇ, ਉਹਨਾਂ ਦੀ ਅਵੇਅਰਨੈਸ ਉੱਪਰ ਹੋਗੀ, ਉਹਨਾਂ ਦੀ ਵਾਈਬ੍ਰੇਸ਼ਨਸ ਵੀ ਉੱਪਰ ਹੋਗੀ, ਫ੍ਰੀਕੁਐਂਸੀ ਲੈਵਲ ਉੱਚੀ ਹੋਣੀ ਚਾਹੀਦੀ ਹੈ। ਐਂਡ ਦੈਨ ਅਸੀਂ ਪੰਜਾਬ ਨੂੰ ਸੋਹਣਾ ਬਣਾ ਸਕਦੇ ਹਾਂ। ਆਪਾਂ ਉੱਥੇ ਚੱਲਦੇ ਹਾਂ ਅੰਮ੍ਰਿਤਪਾਲ ਤੇ। ਅੰਮ੍ਰਿਤਪਾਲ ਨਾਲ ਆਖਰੀ ਵੇਲੇ ਗੱਲ ਤੁਹਾਡੀ ਕਦੋਂ ਹੁੰਦੀ ਹੈ? ਇਹ ਹੋਈ ਸੀ ਲਾਸਟ ਈਅਰ ਸੈਪਟੈਂਬਰ ਦੇ ਵਿੱਚ। ਉਹਨਾਂ ਨੂੰ ਪਤਾ ਸੀ ਕਿ ਮੈਂ ਪੰਜਾਬ ਨੂੰ ਆਉਣਾ, ਕਿ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਤੁਸੀਂ ਆਓ, ਅਸੀਂ ਪ੍ਰੈਸ ਕਾਨਫਰੰਸ ਕਰੂਗੇ, ਅਸੀਂ ਸੱਚ ਦੱਸ ਦੂੰਗੇ। ਉਸ ਤੇ ਸੈਪਟੈਂਬਰ ਦੇ ਵਿੱਚ ਉਹਦੇ ਬਾਅਦ ਕੋਈ ਗੱਲ ਨਹੀਂ ਹੋਈ। ਮੈਂ ਸਿਰਫ ਦੂਸਰੇ ਵਾਰਿਸ ਪੰਜਾਬ ਦੇ ਕਿਹੜੇ ਮੈਂਬਰ ਸੀ ਉਹਨਾਂ ਦੇ ਨਾਲ ਗੱਲ ਹੁੰਦੀ ਸੀ। ਜਦੋਂ ਉਹਨੂੰ ਚੀਫ ਬਣਾਇਆ ਗਿਆ ਅੰਮ੍ਰਿਤਪਾਲ ਹੋਰਾਂ ਨੂੰ, ਤਾਂ ਉਦੋਂ ਜਦੋਂ ਤੁਹਾਡਾ ਡਿਸਕਸ ਹੋਇਆ ਸੀ ਕਿ ਅੰਮ੍ਰਿਤਪਾਲ ਨੂੰ ਚੀਫ ਬਣਾਉਣ ਲੱਗੇ ਆ, ਤੁਹਾਡੀ ਰਾਏ ਲਈ ਗਈ ਸੀ, ਦੱਸਿਆ ਗਿਆ ਸੀ? ਹਾਂਜੀ ਬਿਲਕੁਲ, ਮੈਨੂੰ ਇਨਫੋਰਮ ਰੱਖਿਆ ਸੀ। ਪਹਿਲੋਂ ਫੈਬਰੂਅਰੀ ਦੇ ਵਿੱਚ ਰੱਖਿਆ ਸੀ। ਉਹਨਾਂ ਨੇ ਦੱਸਿਆ ਸੀ, ਅੰਮ੍ਰਿਤਪਾਲ ਨੇ ਦੱਸਿਆ ਸੀ ਕਿ ਮੈਨੂੰ ਬਣਾ ਰਹੇ ਜੀ। ਹਾਂ ਸਰ, ਓਕੇ ਠੀਕ ਆ, ਤੂੰ ਸਿਰਫ ਦੀਪ ਤੇ ਲੈਗੇਸੀ ਤੇ ਤੁਰ। ਜਦੋਂ ਮੈਨੂੰ ਰੈਕਸ ਦੇਖ ਲਿਆ, ਮੈਂ ਨਹੀਂ ਇਹ ਚੀਜ਼ ਤੇ ਟੋਲਰੇਟ ਕਰੂੰਗੀ, ਬਿਕਾਜ਼ ਮੈਂ ਰਹੀ ਹਾਂ ਦੀਪ ਦੇ ਨਾਲ। ਮੈਨੂੰ ਪਤਾ ਉਹ ਕਿੰਨੀ ਉਹਨੇ ਮਿਹਨਤ, ਕਿੰਨਾ ਉਹਨੇ ਪਿਆਰ, ਕੀ ਉਹਨੇ ਛੱਡਿਆ ਪੰਜਾਬ ਲਈ ਛੱਡਿਆ। ਸੋ ਮੈਂ ਉਹਨੂੰ ਕਿਹਾ ਸੀ ਕਿ ਠੀਕ ਆ, ਤੂੰ ਲੈਗੇਸੀ ਲੈ, ਅੱਗੇ ਲੈ ਕੇ ਜਾ, ਪਰ ਇਹ ਚੀਜ਼ਾਂ ਨਾ ਕਰ ਕਿੱਥੇ ਵਾਇਲੈਂਸ ਹੋ ਗਈ ਜਾਂ ਕੋਈ ਪੈਸੇ ਦੀ ਗੱਲ। ਕਿਉਂਕਿ ਦੀਪ ਕਦੇ ਨਹੀਂ ਕਿਸੇ ਤੋਂ ਪੈਸੇ ਲੈਂਦਾ ਸੀ। ਇਹ ਮੈਂ ਅੱਜ ਵੀ ਕਲੀਅਰ ਕਰਨਾ ਮੰਗਦੀ ਹਾਂ। ਕਿੱਥੋਂ ਵੀ ਨਹੀਂ, ਕਿਹੜੇ ਫੰਡਿੰਗ ਆਈ ਸੀ, ਕਦੇ ਦੀਪ ਤੇ ਕੋਲ ਨਹੀਂ ਗਏ। ਅੱਛਾ, ਵਾਰਿਸ ਪੰਜਾਬ ਦੇ ਨੂੰ ਤੁਸੀਂ ਆਪ ਹੀ ਫੰਡਿੰਗ ਦੀ ਗੱਲ ਕੀਤੀ ਆ। ਫੰਡਿੰਗ ਕਿੰਨੀ ਕੁ ਹੈ, ਕਿੰਨੇ ਕੁ ਲੋਕ ਨਾਲ ਨੇ, ਬਾਹਰਲੇ ਲੋਕ ਨਾਲ ਨੇ? ਫੰਡਿੰਗ ਕਿੱਥੋਂ ਆ ਰਹੀ ਹੈ? ਓਨੈਸਟਲੀ ਮੈਨੂੰ ਇਹ ਚੀਜ਼ਾਂ ਦੇ ਮੇਰੇ ਵਾਰਿਸ ਪੰਜਾਬ ਦੇ ਬਾਰੇ ਮੈਨੂੰ ਨਹੀਂ ਪਤਾ ਫੰਡਿੰਗ ਕਿੱਥੋਂ ਆਉਂਦੀ ਹੈ, ਪਰ ਇੰਨਾ ਪਤਾ ਕਿ ਹਾਂ ਬਾਹਰੋਂ ਵੀ ਆਉਂਦੀ ਆ। ਆਈ ਡੋਨਟ ਨੋ ਕਿੱਥੋਂ ਆਉਂਦੀ ਆ, ਪਰ ਡੈਫੀਨਿਟਲੀ ਉਹ ਤਾਂ ਸਾਰਿਆਂ ਨੂੰ ਦੱਸਦਾ ਕਿ ਓਬਵੀਅਸਲੀ ਫੰਡਿੰਗ ਤਾਂ ਪਿੱਛੋਂ ਤੋਂ ਆਉਂਦੀ ਆ, ਤਾਂ ਹੀ ਉਹ ਅੱਗੇ ਚੱਲ। ਅੰਮ੍ਰਿਤਪਾਲ ਨਾਲ ਤੁਹਾਡਾ ਕਨੈਕਸ਼ਨ ਕਿਉਂ ਟੁੱਟਿਆ? ਕੀ ਚੱਕਰ ਪੈ ਗਿਆ ਕਿ ਉਹਦੇ ਨਾਲ ਕਨੈਕਸ਼ਨ ਟੁੱਟ ਗਿਆ? ਇਹ ਸੀ ਕਿ ਉਹਨੇ ਸੱਚ ਨਹੀਂ ਖੜਿਆ ਨਹੀਂ ਮੇਰੇ ਨਾਲ। ਉਹ ਮੈਨੂੰ ਕਿਹਾ ਸੀ, ਉਹਨੇ ਮੈਨੂੰ ਦੱਸਿਆ ਸੀ ਕਿ ਤੂੰ ਫਿਕਰ ਨਾ ਕਰ ਵੀ ਨਾ, ਮੈਂ ਤੇਰੇ ਨਾਲ ਆ, ਮੈਂ ਦੀਪ ਦੇ ਨਾਲ ਵੀ ਆ, ਮੈਂ ਤੇਰੇ ਨਾਲ ਵੀ ਆ। ਉਹ ਤਾਂ ਕਹਿੰਦੀ ਰੀਨਾ ਝੂਠ ਬੋਲਦੀ ਹੈ। ਠੀਕ ਆ, ਜੋ ਲੱਗਦਾ ਕਿ ਮੈਂ ਝੂਠ ਬੋਲਦੀ ਆ, ਤੁਸੀਂ ਆ ਕੇ ਮੈਨੂੰ ਸਿੱਖਾਂ ਦੇ ਸੁਪਰੀਮ ਕੋਰਟ ਮਿਲ ਕੇ ਅਕਾਲ ਤਖਤ ਤੁਸੀਂ ਆ ਕੇ ਆਪੇ ਮੈਨੂੰ ਪੁੱਛ ਲਓ, ਸਾਹਮਣੇ ਪੁੱਛੋ। ਕਿਹਨੇ ਸੰਗਤ ਨੇ ਵੀ ਪੁੱਛਣਾ ਹੈ ਨਾ, ਮੈਨੂੰ ਆ ਕੇ ਪੁੱਛੋ, ਅਸੀਂ ਦੇਖ ਲਵਾਂਗੇ ਕਿਹੜਾ ਝੂਠਾ ਕਿਹੜਾ ਸੱਚਾ। ਉੱਥੇ ਮੈਂ ਆਉਂਗੀ ਤਾਂ ਅਸੀਂ ਆਪੇ ਦੇਖ ਲਵਾਂਗੇ। ਅੰਮ੍ਰਿਤਪਾਲ ਵੀ ਦੇਖ ਰਹੇ ਹੋਣੇ ਆ, 100% ਦੇਖ ਰਹੇ ਹੋਣੇ, ਜਾਂ ਉਹਨਾਂ ਦੇ ਬੜੇ ਕਰੀਬੀ ਦੇਖ ਰਹੇ ਹੋਣੇ ਆ, ਤਾਂ ਕੀ ਤੁਸੀਂ ਅੰਮ੍ਰਿਤਪਾਲ ਨੂੰ ਸੁਨੇਹਾ ਦੇ ਰਹੇ ਹੋ? ਤੁਸੀਂ ਆਮਣੇ ਸਾਹਮਣੇ ਬੈਠ ਕੇ ਗੱਲ ਕਰਨ ਦੇ ਲਈ ਤਿਆਰ ਹੋ? ਬਿਲਕੁਲ, ਮੈਂ ਹੱਲੇ ਵੀ ਖੜੀ ਆ, ਮੈਂ ਸਾਰੀ ਸੰਗਤ ਦੇ ਨਾਲ ਖੜੀ ਆ, ਮੈਂ ਪੰਥ ਦੇ ਨਾਲ ਵੀ ਖੜੀ ਆ, ਮੈਂ ਅੰਮ੍ਰਿਤਪਾਲ ਦੇ ਨਾਲ ਵੀ, ਮਨਦੀਪ, ਸਾਰੇ ਮੈਂ ਇੱਥੇ ਖੜੀ ਆ, ਮੈਂ ਇੱਥੇ ਆਈ ਆ। ਸੋ ਵੀ ਕੈਨ ਇੱਕ ਮੈਨੂੰ ਇੱਕ ਬੇਨਤੀ ਹੈ ਕਿ ਤੁਸੀਂ ਆ ਕੇ ਖੜ ਕੇ ਸੱਚ ਦੱਸ ਦਿਓ। ਕਿਹੜੀ ਚੀਜ਼ ਤੁਸੀਂ ਜਮਾਂ ਕਲੀਅਰ ਕਰਨੀ ਚਾਹੁੰਦੇ ਆ ਕਿ ਮੈਂ ਚਾਹੁੰਦੀ ਆ, ਮੈਂ ਤਾਂ ਆਮਣੇ ਸਾਹਮਣੇ ਹੋਣਾ ਚਾਹੁੰਦੀ ਆ, ਮੈਂ ਤਾਂ ਆਈ ਆ ਕਿ ਇਸ ਸਵਾਲ ਦਾ ਜਵਾਬ ਹੈ ਜਿਹੜਾ ਉਹ ਲੋਕਾਂ ਨੂੰ ਮਿਲ ਜੇ ਕਿ ਮੇਰਾ ਫਾਲਟ ਨਹੀਂ ਸੀ,
ਕਿ ਮੇਰੇ ਬਲੇਮ ਤੋਂ ਤੁਸੀਂ ਯੂ نو ਐਟ ਲੀਸਟ ਐਜ਼ ਅ ਸਿਸਟਰ ਤੁਸੀਂ ਕਹਿ ਦਿਓ ਕਿ ਹਾਂ ਰੀਨਾ ਨੇ ਕੁਛ ਨਹੀਂ ਗਲਤ ਕੀਤਾ। ਰੀਨਾ ਤੇ ਦੀਪ ਤਾਂ ਯੂ نو ਜਦ ਤੱਕ ਦੀਪ ਦੀ ਡੈਥ ਹੋਈ ਯੂ نو ਰੀਨਾ ਸਹੀ ਸੀ, ਰੀਨਾ ਦੀਪ ਦੇ ਨਾਲ ਖੜੀ ਸੀ। ਉਹ ਐਕਸੀਡੈਂਟ ਸੀ ਜਾਂ ਕਤਲ ਸੀ, ਤੁਸੀਂ ਕਹਿੰਦੇ ਹੋ ਕਲੀਅਰ ਹੋਣਾ ਚਾਹੀਦਾ। ਯੈਸ ਬਿਲਕੁਲ ਯੂ نو ਤੇ ਤੁਸੀਂ ਡਿਮਾਂਡ ਕਰਦੇ ਹੋ, ਤੁਸੀਂ ਕਿਸੇ ਏਜੰਸੀ ਨੂੰ ਤੁਸੀਂ ਰਿਕੁਐਸਟ ਪਾਈ ਕਿ ਜਾਂਚ ਹੋਣੀ ਚਾਹੀਦੀ? ਯੈਸ ਓਕੇ ਠੀਕ ਆ, ਇਹ ਵੀ ਮੈਂ ਗੱਲ ਜਾਂ ਨਹੀਂ ਸੀ ਐਕਸੀਡੈਂਟ, ਫਿਰ ਤੁਸੀਂ ਜਸਟਿਸ ਲੈਣਾ ਸੀ ਦੀਪ ਲਈ। ਤੁਸੀਂ ਆ ਕੇ ਯੂ نو ਪ੍ਰੋਟੈਸਟ ਕੀ ਮਰਜ਼ੀ, ਤੁਸੀਂ ਜਸਟਿਸ ਤਾਂ ਪੁੱਛੋ। ਸਿਮਰਜੀਤ ਸਿੰਘ ਮਾਨ ਕਹਿੰਦੇ ਆ ਕਿ ਅਸੀਂ ਤਾਂ ਯੂਐਨ ਤੱਕ ਤੋਂ ਮੰਗ ਕਰਦੇ ਆ ਕਿ ਜਾਂਚ ਹੋਵੇ। ਸੌਰੀ ਹਾਂਜੀ ਸਿਮਰਜੀਤ ਸਿੰਘ ਮਾਨ ਕਹਿੰਦੇ ਆ ਕਿ ਅਸੀਂ ਤਾਂ ਯੂਐਨ ਤੱਕ ਮੰਗ ਕਰਦੇ ਆ ਕਿ ਇਹਦੀ ਜਾਂਚ ਹੋਵੇ। ਕਿੱਥੇ ਮੈਨੂੰ ਕੁਛ ਨਹੀਂ ਦੱਸਦਾ ਕੋਈ, ਨਾ ਕੋਈ ਖੜਦਾ ਉੱਥੇ, ਨਾ ਕੋਈ ਜਸਟਿਸ ਲਈ ਪੁੱਛਣਾ, ਨਾ ਕੋਈ ਸੱਚ ਦੱਸਦਾ। ਯੂ نو ਈਵਨ ਮਨਦੀਪ ਨੂੰ ਉਹਨੂੰ ਆਈ ਡੋਨਟ ਨੋ, ਮੈਨੂੰ ਨਹੀਂ ਪਤਾ ਕੀ ਇਹਨਾਂ ਦੇ ਪਿੱਛੇ ਪ੍ਰੈਸ਼ਰ ਪਿਆ ਕਿ ਨਹੀਂ ਅਸੀਂ ਸੱਚ ਦੱਸਣਾ, ਪਰ ਕਿੰਨਾ ਸਾਨੂੰ ਪਤਾ ਤੇ ਕਿੰਨਾ ਫੈਮਿਲੀ ਨੂੰ ਪਤਾ ਤੇ ਕਿੱਦਾਂ ਦੀਪ ਦੀ ਇਨਵੈਸਟੀਗੇਸ਼ਨ ਦੇ ਬਾਅਦ ਉਹਨਾਂ ਨੇ ਦੱਸਿਆ ਲੱਗਦਾ ਕਿ ਯੈਸ ਇਹ ਐਕਸੀਡੈਂਟ ਸੀ। ਅੰਮ੍ਰਿਤਪਾਲ ਨਾਲ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਗੱਲਬਾਤ ਵੀ ਹੁੰਦੀ ਰਹੀ ਹੈ, ਤੁਸੀਂ ਕੁਝ ਮੈਸੇਜ ਦਾ ਜ਼ਿਕਰ ਕਰ ਰਹੇ ਸੀ ਇੰਟਰਵਿਊ ਤੋਂ ਪਹਿਲਾਂ, ਕਿਹੜੇ ਮੈਸੇਜ, ਕੀ ਰੌਲਾ? ਹਾਂਜੀ ਮੈਨੂੰ ਇਹੀ ਮੈਂ ਐਕਸ਼ਨ ਤੁਹਾਨੂੰ ਦਿਖਾਉਂਦੀ ਆ ਮੈਸੇजेस, ਉਹੀ ਮੈਨੂੰ ਉਹਨੇ ਕਿਹਾ ਸੀ ਕਿ ਹਾਂ ਅਸੀਂ ਇਕੱਠੇ ਆ, ਅਸੀਂ ਸੱਚ ਦੱਸ ਦੂੰਗੇ, ਤੁਸੀਂ ਵੀ ਆਪੇ ਪੜ੍ਹ ਲਓ। ਇਹ ਅੰਮ੍ਰਿਤ ਸੁਖਜਿੰਦਰ ਥੋੜਾ ਨੇੜੇ ਆ ਕੇ ਦਿਖਾਉਣ ਦੀ ਕੋਸ਼ਿਸ਼, ਕੀ ਮੈਸੇਜ ਹੈ, ਕਿਹਨੇ ਕੀਤੇ ਹੋਏ? ਹਾਂਜੀ ਇਹ ਅੰਮ੍ਰਿਤਪਾਲ ਨੇ ਮੈਨੂੰ ਮੈਸੇਜ ਕੀਤੇ ਸੀ। ਕਦੋਂ ਕੀਤੇ ਇਹ? ਫੈਬਰੂਅਰੀ 26 2022 ਦੇ ਵਿੱਚ। ਸੋ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਸਾਨੂੰ ਕੈਂਪੇਨ ਰਨ ਕਰਨਾ ਪੈਣਾ ਸੱਚ ਦੱਸਣ ਨੂੰ, ਮੈਨੂੰ 2-3 ਦਿਨ ਮੈਨੂੰ ਦੇ ਦਿਓ। ਅਸੀਂ ਮਨਦੀਪ ਨੂੰ ਵੀ ਪੁੱਛਦੇ ਆ, ਉਹ we're not asking him to do anything unethical, ਉਹਨੂੰ ਸਿਰਫ ਸੱਚ ਦੱਸਣਾ ਪੈਣਾ ਕਿ ਹੋ ਕੀ ਦੀਪ ਦੇ ਨਾਲ ਕੀ ਹੋਇਆ। ਮੈਂ ਕਿਹਾ ਹਾਂ ਠੀਕ ਆ। ਕਹਿੰਦਾ ਵੀਨਾ ਮੈਨੂੰ ਨਹੀਂ ਪਤਾ ਪਰ ਮੈਂ ਤੇਰੇ ਨਾਲ ਆ। ਉਹ ਕਹਿੰਦਾ ਸੀ ਤੂੰ ਮੀਡੀਆ ਤੇ ਨਾ ਜਾ, ਉਹੀ ਚੀਜ਼ ਹੋਈ ਕਿੱਦਾਂ ਦੀਪ ਦੇ ਨਾਲ 26 ਤਰੀਕ ਤੋਂ ਬਾਅਦ ਹੋਈ ਤੇਰੇ ਨਾਲ। ਤੁਸੀਂ ਕਹਿ ਰਹੇ ਹੋ ਕਿ ਅੰਮ੍ਰਿਤਪਾਲ ਵੀ ਕਹਿ ਰਿਹਾ ਸੀ ਕਿ ਆਪਾਂ ਲੋਕਾਂ ਨੂੰ ਸੱਚ ਦੱਸ ਦੇਣਾ, ਮਨਦੀਪ ਵੀ ਕਹਿ ਰਿਹਾ ਸੀ ਲੋਕਾਂ ਨੂੰ ਸੱਚ ਦੱਸ ਦੇਣਾ, ਫਿਰ ਕੌਣ ਕਹਿ ਰਿਹਾ ਸੀ ਕਿ ਨਹੀਂ ਦੱਸਣਾ? ਇਹ ਹੁਣ ਉਹੀ ਤਾਂ ਮੈਨੂੰ ਨਹੀਂ ਸਮਝ ਆਉਂਦੀ ਕਿਉਂ ਨਹੀਂ ਉਹ ਦੱਸਦੇ। ਮੈਂ ਹੁਣ ਇੱਥੇ ਆਈ ਹਾਂ, ਮੇਰੇ ਨਾਲ ਆ ਕੇ ਤੁਸੀਂ ਬੈਠੋ ਤਾਂ ਮੈਨੂੰ ਐਟਲੀਸਟ ਚਾਂਸ ਤਾਂ ਦੇ ਦਿਓ ਕਿ ਹਾਂ ਅਸੀਂ ਇਕੱਠੇ ਹੋ ਕੇ ਸੱਚ ਦੱਸ ਸਕਦੇ ਹਾਂ। ਕਿ ਮੇਰੇ ਲਈ ਹੈ ਨਾ ਇੱਕ ਚੀਜ਼ ਇੰਪੋਰਟੈਂਟ ਆ, ਦੀਪ ਦੀ ਫਿਆਂਸੇ ਵਾਈਫ, ਹਿਜ਼ ਲਵ ਇੰਪੋਰਟੈਂਟ ਮੇਰੇ ਲਈ ਕੀ ਹੈ ਕਿ ਮੈਂ ਇੱਥੇ ਅੱਜ ਜੀਂਦੀ ਆ, ਇਹ ਸੱਚ ਹੋਣਾ ਚਾਹੀਦਾ। ਇਹ ਮੇਰੇ ਲਈ ਬਹੁਤ ਇੰਪੋਰਟੈਂਟ ਹੈ, ਉਹਦੇ ਲਈ ਵੀ ਇੰਪੋਰਟੈਂਟ ਹੈ ਬਿਕਾਜ਼ ਮੈਨੂੰ ਪਤਾ ਕਿੰਨਾ ਉਹ ਸੱਚਾ ਸੀ। ਲੋਕਾਂ ਲਈ ਵੀ ਬੜਾ ਜ਼ਰੂਰੀ ਹੈ ਰੀਨਾ ਇਹ ਜਾਣਨਾ। ਫਿਰ 1 ਸਾਲ ਰੀਨਾ ਨੂੰ ਕਿਉਂ ਲੱਗ ਗਿਆ? ਤੁਹਾਨੂੰ ਤਾਂ ਮਹੀਨੇ, 2 ਮਹੀਨੇ, 3 ਮਹੀਨੇ, 4, 5, 6, 7, 8, 9, 10 ਕਿਤੇ ਜਾ ਕੇ ਤਾਂ ਪਤਾ ਲੱਗਦਾ ਕਿ ਚੀਜ਼ਾਂ ਉਲਝ ਗਈਆਂ ਜ਼ਿਆਦਾ, ਤੇ ਫਿਰ ਰੀਨਾ ਨੇ 1 ਸਾਲ ਲਾ ਦਿੱਤਾ। ਇਹ ਇਸ ਤਰ੍ਹਾਂ ਦੇ ਸਵਾਲ, ਕਿਉਂਕਿ ਮੈਂ ਵੀ ਇੱਕ ਆਮ ਇਨਸਾਨ ਹਾਂ, ਮੈਂ ਵੀ ਉਹਨਾਂ ਪੰਜਾਬੀਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਦੇ ਜ਼ਿਹਨ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਉੱਠਦੇ ਆ ਕਿ ਆਖਿਰ 1 ਸਾਲ ਲੱਗ ਗਿਆ। ਸੱਚ ਬੋਲ, ਸੱਚ ਤਾਂ ਤੁਸੀਂ ਜਦੋਂ ਮਰਜ਼ੀ ਬੋਲ ਦੋ, ਸੱਚ ਤਾਂ ਸੱਚ ਰਹਿੰਦਾ। ਠੀਕ ਹੈ। ਇਹ ਵੀ ਸਵਾਲ ਉੱਠ ਰਹੇ ਆ ਕਿ ਰੀਨਾ ਨੂੰ ਹੁਣ ਪਤਾ ਨਹੀਂ ਕਿਹਨੇ ਪਲਾਂਟ ਕਰਕੇ ਰੱਖਿਆ। ਕਿਸੇ ਨੇ ਨਹੀਂ ਮੈਨੂੰ ਪਲਾਂਟ ਰੱਖਿਆ। ਮੈਂ ਇਹ ਚੀਜ਼ ਆ, ਹੁਣ ਮੈਂ ਇੰਨਾ ਸੋਸ਼ਲ ਮੀਡੀਆ ਤੇ ਸੱਚ ਦੱਸ ਕੇ ਦੇਖਦੀ ਕਿ ਹਾਂ ਦੀਪ ਯੂ نو ਕਿੰਨਾ ਮੈਂ ਫੋਟੋਸ ਪੋਸਟ ਕਰਦੀ ਜਾਂ ਪੋਸਟ ਕਰਦੀ, ਮੈਂ ਇਹੀ ਦੱਸ ਕਿ ਹਾਂ ਸੱਚ ਤੁਸੀਂ ਪਲੀਜ਼ ਦੱਸ ਦਿਓ। ਯੂ نو ਕਿਹੜੇ ਮੇਰੇ ਸਟੋਰੀਜ਼ ਵੀ ਉੱਥੇ ਵੀ ਮੈਂ ਸੱਚ ਕਹਿੰਦੀ ਆ, ਪਰ ਮੈਂ ਵੇਟ ਕਰਦੀ ਸੀ ਜਦ ਤੱਕ ਵਾਰਿਸ ਪੰਜਾਬ ਮੇਰੇ ਨਾਲ ਆਮਨੇ ਸਾਹਮਣੇ ਖੜੂਗੇ and ਅਸੀਂ ਇਕੱਠੇ ਸੱਚ ਦੱਸੂਗੇ, ਅਦਰਵਾਈਜ਼ ਕਿਸੇ ਨੇ ਮੇਰੇ ਤੇ ਨਹੀਂ ਯਕੀਨ ਕਰਨਾ। ਏਜੰਡਾ ਕੀ ਹੈ? ਚਲੋ ਦੀਪ ਸਿੱਧੂ ਨਾਲ ਤੁਹਾਡਾ ਰਿਲੇਸ਼ਨ ਸੀ, ਦੀਪ ਸਿੱਧੂ ਚਲਾ ਗਿਆ, ਤੁਹਾਡੀ ਇੱਕ ਆਪਣੀ ਲਾਈਫ ਹੈ, ਤੁਹਾਡਾ ਇੱਕ ਆਪਣਾ ਪਰਿਵਾਰ ਹੈ। ਵਾਰਿਸ ਪੰਜਾਬ ਦੇ ਤੁਸੀਂ ਆਪਦਾ ਕੋਈ ਦਾਵਾ ਨਹੀਂ ਠੋਕਦੇ ਜਾਂ ਦਾਵਾ ਠੋਕਦੇ ਹੋ ਕਿ ਵਾਰਿਸ ਪੰਜਾਬ ਦੇ ਮੇਰੀ ਹੈ? ਨਹੀਂ ਠੋਕਦੇ। ਫਿਰ ਐਸਾ ਕੀ ਕਿਉਂ ਰੀਨਾ ਨੂੰ ਐਸੀ ਨੌਬਤ ਆ ਗਈ ਕਿ ਰੀਨਾ ਨੇ ਹੁਣ 1 ਸਾਲ ਬਾਅਦ ਆ ਕੇ ਸਿੱਧਾ ਪੰਜਾਬੀ ਚ ਕਹਿ ਦਈਏ ਕਿ ਆ ਕੇ ਟੱਕਰ ਮਾਰੀ ਹੈ ਕਿ ਮੈਂ ਸੱਚ ਸਾਹਮਣੇ ਲਿਆਉਣਾ? ਐਸਾ ਕਿਉਂ? ਕੀ ਚਾਹੁੰਦੀ ਹੈ ਰੀਨਾ? ਰੀਨਾ ਦੀ ਆਪਣੀ ਲਾਈਫ ਹੈ, ਰੀਨਾ ਆਪਣੀ ਲਾਈਫ ਦੁਬਾਰਾ ਸ਼ੁਰੂ ਕਰ ਸਕਦੀ ਹੈ, ਕੋਈ ਸਪੋਇਲ ਨਹੀਂ ਕਰਨੀ ਚਾਹੁੰਦਾ। ਤਾਂ ਕਿਉਂ ਇਸ ਤਰ੍ਹਾਂ ਦਾ ਐਡਾ ਵੱਡਾ ਔਖਾ ਫੈਸਲਾ ਕੀਤਾ ਗਿਆ? ਫਿਰ ਇਹਦੇ ਪਿੱਛੇ ਕੀ ਰੀਜ਼ਨ? ਸੋ ਪਹਿਲਾਂ ਤਾਂ ਮਨਦੀਪ ਸੀ, ਉਹਨੇ ਕੁਛ ਨਹੀਂ ਵੀਡੀਓ ਪਾਈ। ਹੁਣ ਅੰਮ੍ਰਿਤਪਾਲ ਨੇ ਮੈਨੂੰ ਕਿਹਾ ਸੀ ਕਿ ਤੂੰ ਕਦੋਂ ਆਉਂਗੀ ਪੰਜਾਬ, ਅਸੀਂ ਸੱਚ ਦੱਸ ਦੂੰਗੇ। ਮੈਂ ਕਿਹਾ ਠੀਕ ਹੈ। ਮੈਨੂੰ ਲਾਰੇ ਕਰੀ ਗਏ, ਮੈਂ ਵੇਟ ਕਰੀ ਗਈ ਕਿ ਹਾਂ ਕੋਈ ਤਾਂ ਕੋਈ ਮੇਰੀ ਇੰਟਰਵਿਊ ਲਊਗੀ ਸੋ ਆਈ ਕੈਨ ਗੋ ਟੈਲ ਦਿਸ ਟਰੂਥ, ਮੈਂ ਸੱਚ ਦੱਸ ਸਕਦੀ ਹਾਂ। ਕਦੋਂ ਮੈਂ ਆਈ ਇੱਥੇ ਨਾ ਉਹਨਾਂ ਨੇ ਮੇਰੀ ਕੋਈ ਇੰਟਰਵਿਊ ਕਿਸੇ ਦੇ ਨਾਲ ਕੀਤੀ। ਜਦੋਂ ਤੁਸੀਂ ਆਏ ਸੀ ਕਿਹਨੂੰ ਮਿਲ ਕੇ ਗਏ? ਮਨਦੀਪ ਨੂੰ ਮਿਲੇ, ਅੰਮ੍ਰਿਤਪਾਲ ਨੂੰ ਮਿਲੇ? ਨਹੀਂ, ਮੈਂ ਕਿਸੇ ਨੂੰ ਨਹੀਂ। ਦੀਪ ਦੇ ਪਰਿਵਾਰ ਨੂੰ ਮਿਲੇ, ਉਹਨਾਂ ਦੀ ਮਦਰ ਨੂੰ ਮਿਲੇ? ਨਹੀਂ, ਕੋਈ ਮੇਰਾ ਮੈਂ ਮਨਦੀਪ ਤੇ ਫੈਮਿਲੀ ਦੇ ਨਾਲ ਨਹੀਂ ਮਿਲੀ। ਪਰ ਇੱਕ ਨਾ ਆਪਣੇ ਪਰਿਵਾਰਾਂ ਦੇ ਵਿੱਚ ਇੱਕ ਪੰਜਾਬ ਦਾ ਕਲਚਰ ਹੈ ਕਿ ਜਦੋਂ
ਖੁਦਾ ਨਖਾਸਤਾ ਕਿਸੇ ਦੀ ਮੌਤ ਹੁੰਦੀ ਹੈ ਤਾਂ ਮਗਰੋਂ ਰਿਸ਼ਤੇਦਾਰ ਤੱਕ ਮਿਲਣ ਜਾਂਦੇ ਆ ਉਹਦੇ ਪਰਿਵਾਰ ਨੂੰ। ਬੇਸ਼ੱਕ ਤੁਹਾਡਾ ਬੜਾ ਕਰੀਬੀ ਸੀ ਦੀਪ ਸਿੱਧੂ, ਪਰ ਇੱਕ ਮਾਂ ਦਾ ਪੁੱਤ ਗਿਆ ਸੀ, ਤੁਹਾਡਾ ਦਿਲ ਨਹੀਂ ਕੀਤਾ ਕਿ ਮੈਂ ਦੀਪ ਦੀ ਮਾਂ ਨੂੰ ਹੀ ਜਾ ਕੇ ਮਿਲਿਆ ਵਾਂ ਕਿ ਮਾਂ ਤੇਰਾ ਪੁੱਤ ਨਹੀਂ ਰਿਹਾ ਪਰ ਮੈਂ ਤੇਰੇ ਪੁੱਤ ਦੇ ਬਹੁਤ ਨੇੜੇ ਸੀ, ਦੁੱਖ ਸੁੱਖ ਕਰਿਆ ਮਾਂ ਨਾਲ? ਬਿਲਕੁਲ, ਪਰ ਉਹ ਨਹੀਂ ਸੀ ਚਾਹੁੰਦੇ ਕਿ ਮੈਂ ਆ ਕੇ ਉੱਥੇ, ਇਹਨਾਂ ਨੇ ਇੰਨਾ ਆਬਵੀਅਸਲੀ ਮਿਲਲੇ ਵੀ ਸੀ ਕਿ ਇਹਨਾਂ ਨੇ ਇੰਨਾ ਝੂਠ ਬੋਲਿਆ ਨਾ, ਉੱਥੇ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ। ਯੈਸ, ਮੈਂ ਵੀ ਜਾ ਕੇ ਮਾਤਾ ਨੂੰ ਐਟਲੀਸਟ ਕੁਛ ਤਾਂ ਕੁਛ ਕਹਿ ਸਕਦੀ ਸੀ ਕਿ ਦੀਪ ਦੇ ਬਾਰੇ। ਨਹੀਂ, ਪਰ ਜਿਹੜੇ ਪਰਿਵਾਰ ਨਾਲ ਤੁਹਾਡਾ ਇੰਨਾ ਪਿਆਰ ਸੀ, ਫਿਰ ਤੁਹਾਨੂੰ ਕਿਉਂ ਐਸੀ ਸ਼ੰਕਾ ਹੋ ਗਈ ਕਿ ਉਹ ਪਰਿਵਾਰ ਮੇਰੇ ਨਾਲ ਨਹੀਂ ਖੜੇਗਾ? ਐਸਾ ਕਿਉਂ ਹੋ ਗਿਆ? ਇੰਨਾ ਟਾਈਮ ਉਹਨਾਂ ਨੇ ਨਾ ਸੱਚ ਬੋਲਿਆ, ਨਾ ਉਹਨਾਂ ਦੇ ਮੇਰੇ ਮੈਸੇजेस ਰਿਸਪੌਂਡ ਕੀਤੇ। ਮੇਰੇ ਕੋਲ ਹਰੇਕ ਮੈਸੇਜ ਇੱਥੇ ਹੈਗੇ, ਕਿਤੇ ਮੈਂ ਮਨਦੀਪ ਨੂੰ ਟੈਕਸਟ ਕਰਦੀ ਆ ਕਿ ਐਟਲੀਸਟ ਇੱਕ ਵਾਰੀ ਤਾਂ ਮੈਂ ਦੇਖ ਸਕਦੀ ਹਾਂ ਦੀਪ ਨੂੰ। ਉਹਨਾਂ ਨੇ ਜਵਾਬ ਹੀ ਨਹੀਂ ਵਾਪਸ ਮੈਨੂੰ। ਕਿਹਨੂੰ ਕਰਨ ਦੀ ਕੋਸ਼ਿਸ਼ ਕੀਤੀ? ਮੈਂ ਸਿਰਫ ਵਾਰਿਸ ਪੰਜਾਬ ਦੇ ਨਾਲ ਕੰਟੈਕਟ ਸੀ, ਮਨਦੀਪ ਦੇ ਨਾਲ ਨਹੀਂ ਕੋਈ ਕੰਟੈਕਟ ਹੈਗੀ ਸੀ। ਬਿਕਾਜ਼ ਮਾਂ ਤੁਸੀਂ ਕਹਿੰਦੇ ਮਾਂ ਵੀ ਮੇਰੇ ਸੰਪਰਕ ਸੀ, ਮਾਂ ਨੂੰ ਕਰ ਲੈਂਦੇ ਫੋਨ? ਮੇਰੇ ਕੋਲ ਉਹਨਾਂ ਦਾ ਨੰਬਰ ਹੈ ਨਹੀਂ ਨਾ, ਉਹ it's not that close of a relationship। ਸਿਰਫ ਇਹੀ ਸੀ ਕਿ ਅਸੀਂ ਆਉਂਦੇ ਜਾਂਦੇ ਸੀ, that's it। because ਦੀਪ ਇਹਨਾਂ ਦੇ ਫੈਮਿਲੀ ਦੇ ਨਾਲ ਵੀ ਨਹੀਂ ਸੀ ਇੰਨਾ ਕਲੋਸ, ਸੱਚ ਦੱਸਦੀ ਹਾਂ, ਇੰਨਾ ਕਲੋਸ ਨਹੀਂ ਸੀ, ਸਿਰਫ ਮਨਦੀਪ ਦੇ ਨਾਲ ਸੀ। ਤੇ ਅੱਜ ਰੀਨਾ ਜਾ ਸਕਦੇ? ਅੱਜ ਰੀਨਾ ਨੂੰ ਕਿਹਨੇ ਰੋਕਿਆ ਹੈਗਾ? ਕੋਈ ਮੈਨੂੰ ਜਾਂ ਤੁਹਾਨੂੰ ਕੋਈ ਖਤਰਾ ਹੈ ਜਾਂ ਤੁਹਾਨੂੰ ਕੋਈ ਡਰ ਹੈ, ਤੁਹਾਨੂੰ ਕੋਈ ਥ੍ਰੈਟ ਹੈ, ਤੁਸੀਂ ਆਜ਼ਾਦ ਘੁੰਮ ਰਹੇ ਹੋ? ਇਹ ਨਹੀਂ ਹੈਗਾ, ਪਰ ਮੈਨੂੰ ਪਤਾ ਮੈਂ ਅਨਵੈਲਕਮਡ ਹਾਂ ਐਂਡ ਉਸ ਚੀਜ਼ ਤੇ ਮੈਂ ਜਾ ਕੇ ਉੱਥੇ ਨਹੀਂ ਕਰ ਸਕਦੀ, ਰਾਈਟ? ਜਾਂ ਉੱਥੇ ਮੈਂ ਜਾਊਂਗੀ ਮੇਬੀ ਮੈਨੂੰ ਦੱਸ ਦੋ ਕਿ ਤੂੰ ਯੂ ਆਰ ਨਾਟ ਵੈਲਕਮਡ ਹੇਅਰ, ਫਿਰ ਮੈਨੂੰ ਵੀ ਬਹੁਤ ਦੁੱਖ ਹੋਊਗਾ ਉਸ ਗੱਲ ਤੇ। ਫਿਰ ਇੱਕ ਸਵਾਲ, ਉਹੀ ਸਵਾਲ ਮੈਂ ਦੁਬਾਰਾ ਕਰਦਾ। ਅੱਜ ਰੀਨਾ ਨੂੰ ਕੀ ਐਸੀ ਨੌਬਤ ਆ ਗਈ ਕਿ ਰੀਨਾ ਨੇ ਆ ਕੇ ਇਹ ਪੂਰਾ ਮਸਲਾ ਦੁਬਾਰਾ ਛੇੜ ਦਿੱਤਾ ਹੈ? ਉਹ ਰੀਨਾ ਜਿਹੜੀ 1 ਸਾਲ ਲੱਭੀ ਨਹੀਂ, ਮੈਂ ਰਿਪੀਟ ਕਰ ਰਿਹਾ ਸਵਾਲ, 1 ਸਾਲ ਰੀਨਾ ਲੱਭੀ ਨਹੀਂ, ਅੱਜ ਰੀਨਾ ਨੂੰ ਕੀ ਐਸੀ ਨੌਬਤ ਆ ਗਈ ਜਾਂ ਕੀ ਲੋੜ ਪੈ ਗਈ ਕਿ ਇੱਕ ਵਾਰੀ ਫਿਰ ਤੋਂ ਉਸੇ ਸਕਰੀਨ ਦੇ ਵਿੱਚ ਆ ਕੇ ਰੀਨਾ ਸਾਹਮਣੇ ਫਿੱਟ ਹੋਈ? ਠੀਕ ਹੈ, ਸੋ ਦੀਪ ਦੀ ਬਰਸੀ ਸੀ 15 ਤਰੀਕ। ਮੈਂ ਇਹ ਤੋਂ ਪਹਿਲਾਂ ਐਕਚੁਅਲੀ ਸੱਚ ਮੈਂ ਸਮਝੀ ਕਿ ਸੱਚ ਅੱਗੇ ਆ ਜਾਊਗਾ, ਬਿਕਾਜ਼ ਉਹਨਾਂ ਨੂੰ ਪਤਾ ਕਿ ਮੈਂ ਵਾਪਸ ਆ ਗਈ। ਐਂਡ ਵਾਰਿਸ ਪੰਜਾਬ ਨੇ ਮੈਨੂੰ ਕਿਹਾ ਸੀ, ਖਾਲਸੀ ਬਾਈ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਮੈਨੂੰ 1 ਮਹੀਨਾ ਦੇ ਦਿਓ, ਅਸੀਂ ਸਾਰਾ। ਉਦੋਂ ਕਿਹਾ ਸੀ? ਉਦੋਂ ਨਹੀਂ, ਇਹ ਹੁਣ ਦੀ ਗੱਲ ਆ। ਆਈ ਵਾਸ ਸੇ ਇਨ ਫੈਬਰੂਅਰੀ, ਮੇਰੇ ਕੋਲ ਵੀ ਮੈਸੇਜ ਆ ਗਿਆ ਇਸੇ ਮਹੀਨੇ। ਯੈਸ, ਤੁਹਾਡੀ ਹੁਣ ਦੁਬਾਰਾ ਕਲਸੀ ਨਾਲ ਗੱਲ ਹੋਈ ਹੈ? ਹਾਂਜੀ, ਖਾਲਸੀ ਬਾਈ ਦੇ ਨਾਲ ਹੋਈ ਸੀ, ਦਲਜੀਤ ਕਲਸੀ ਦੇ ਨਾਲ। ਹਾਂਜੀ, ਕੀ ਗੱਲ ਹੋਈ? ਮੈਂ ਉਹਨਾਂ ਨੂੰ ਇਹੀ ਸਿਰਫ ਕਿਹਾ ਸੀ। ਬਰਸੀ ਤੋਂ ਪਹਿਲਾਂ ਕਿ ਮਗਰੋਂ? ਪਹਿਲਾਂ, ਬਰਸੀ ਤੋਂ ਪਹਿਲਾਂ। ਹਾਂਜੀ, ਮੇਰੇ ਕੋਲ ਵੀ ਸਾਰੇ ਹੈਗੇ ਆ। ਕੀ ਕਿਹਾ ਦਲਜੀਤ ਨੇ? ਕੀ ਗੱਲ ਹੋਈ? ਦਲਜੀਤ ਤੁਹਾਡਾ ਵਧੀਆ ਗੱਲ ਕਰਦਾ? ਹਾਂਜੀ ਕਰਤਾ, ਵੈਰੀ ਰਿਸਪੈਕਟ ਦੇ ਨਾਲ ਵੀ ਗੱਲ ਕਰਦੇ ਆ। ਪਰ ਇੱਥੇ ਮੈਨੂੰ ਦਲਜੀਤ ਕਲਸੀ ਦੀਪ ਸਿੱਧੂ ਦੇ ਜ਼ਿਆਦਾ ਨੇੜੇ ਆ ਕਿ ਅਮਰਤਪਾਲ ਦੇ ਨੇੜੇ? ਟੂ ਬੀ ਓਨੈਸਟ ਖਾਲਸੀ ਸੀ ਹਮੇਸ਼ਾ। ਇਵਨ ਮੈਂ ਵੀ ਪਹਿਲਾਂ ਦੀਪ ਦੇ ਨਾਲ ਕਦੋਂ ਅਸੀਂ ਇੱਧਰ ਉੱਧਰ ਜਾਂਦੇ ਹੁੰਦੇ ਸੀ, ਦੀਪ ਸਿੱਧੂ ਸਭ ਤੋਂ ਨੇੜੇ ਸੀ। ਹਾਂਜੀ, ਤੇ ਉਹੀ ਫਿਰ ਤੁਸੀਂ ਅਮਰਤਪਾਲ ਤੇ ਸਵਾਲ ਕਰ ਰਹੇ ਹੋ, ਸ਼ੰਕਾ ਕਰ ਰਹੇ ਹੋ। ਅੱਜ ਦਲਜੀਤ ਕਲਸੀ ਅਮਰਤਪਾਲ ਦੇ ਨਾਲ। ਹਾਂਜੀ, ਫਿਰ ਸੱਚ ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਪਤਾ ਸੱਚ ਕੀ ਹੈ। ਵਾਰਿਸ ਪੰਜਾਬ ਕਾਲਸੀ ਨੂੰ ਸਾਰਿਆਂ ਨੂੰ ਪਤਾ ਕਿ ਵਾਰਿਸ ਪੰਜਾਬ ਦੀ ਟੀਮ ਆ, ਆਰਗੇਨਾਈਜੇਸ਼ਨ ਆ, ਉਹਨਾਂ ਨੂੰ ਸੱਚ। ਕਲਸੀ ਮੇਨ ਬੰਦਿਆਂ ਚੋਂ ਹੈ। ਹਾਂਜੀ, ਕਲਸੀ ਮੇਨ ਲੋਕਾਂ ਦੇ ਵਿੱਚੋਂ ਹੈ। ਤੁਸੀਂ ਕਹਿ ਰਹੇ ਹੋ ਤੁਹਾਨੂੰ ਅਮਰਤਪਾਲ ਤੇ ਸ਼ੰਕਾ ਹੈ, ਫਿਰ ਕਲਸੀ ਤਾਂ ਦੀਪ ਸਿੱਧੂ ਦਾ ਬਹੁਤ ਕਰੀਬੀ ਸੀ, ਫਿਰ ਤੁਸੀਂ ਸ਼ੰਕਾ ਕਿਉਂ ਜਤਾ ਰਹੇ ਹੋ ਜਦੋਂ ਕਲਸੀ ਨਾਲ ਹੈਗਾ? ਠੀਕ ਹੈ। ਸੋ ਇਹ ਵੀ ਮੈਂ ਸਵਾਲ ਵੀ ਆਨਸਰ ਕਰਦੀ ਹਾਂ। ਸੱਚ ਤੁਸੀਂ ਇਸੇ ਗੱਲ ਦੀ ਕਰ ਰਹੇ ਹੋ ਕਿ ਦੀਪ ਸਿੱਧੂ ਦੀ ਮੌਤ ਬਾਰੇ ਸੱਚ ਨਹੀਂ ਦੱਸ ਰਹੇ? ਤੁਹਾਨੂੰ ਇਹੀ ਸਵਾਲ ਹੈ? ਇਹੀ ਆ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕਿ ਤੁਸੀਂ ਆ ਕੇ ਅਲੀ ਸੱਚ ਤਾਂ ਬੋਲ ਲਓ। ਮੈਂ ਵੀ ਪੀਸ ਦੇ ਵਿੱਚ ਹੋਊਂਗੀ, ਉਹਦੀ ਆਤਮਾ ਵੀ ਪੀਸ 'ਚ ਹੋਊਗੀ। ਤੁਹਾਨੂੰ ਇਸ ਗੱਲ ਤੋਂ ਇਤਰਾਜ਼ ਕੀ ਹੈ ਇੰਨਾ ਕਿ ਦੀਪ ਸਿੱਧੂ ਨੂੰ ਸ਼ਹੀਦ ਕਹਿੰਦੇ ਆ, ਦੀਪ ਸਿੱਧੂ ਦਾ ਕਤਲ ਕਹਿੰਦੇ ਆ? ਤੁਹਾਨੂੰ ਇਸ ਗੱਲ ਤੋਂ ਕੀ ਦਿੱਕਤ ਹੈ? ਠੀਕ ਹੈ, ਸ਼ਹੀਦ ਠੀਕ ਹੈ, ਮੈਂ ਮੰਨਦੀ ਹਾਂ, ਲੋਟ ਆਫ ਲੋਕ ਵੀ ਉਹਨੂੰ ਸ਼ਹੀਦ ਕਹਿੰਦੇ ਆ, ਠੀਕ ਹੈ, ਦੈਟਸ ਫਾਈਨ। ਪਰ ਸਿਰਫ ਕਤਲ ਦੇ ਬਾਰੇ ਮੈਨੂੰ ਉਹ ਇੰਪੋਰਟੈਂਟ ਆ, ਬਿਕਾਜ਼ ਕਿਹਨੇ ਉਹਨਾਂ ਨੇ ਕਤਲ ਲਿਖਿਆ ਮੇਰੇ ਫੋਰਹੈਡ ਤੇ, ਉਹ ਠੀਕ ਨਹੀਂ। ਬਿਕਾਜ਼ ਮੈਂ ਦੀਪ ਦੀ ਪਿਆਰ ਸੀ, ਸਾਜ਼ਿਸ਼ ਦਾ ਹਿੱਸਾ ਹੈ। ਇਹ ਫੇਅਰ ਨਹੀਂ ਹੈਗਾ। ਤੇ ਜੇ ਰੀਨਾ ਇਸ ਸਾਜ਼ਿਸ਼ ਦਾ ਹਿੱਸਾ ਤਾਂ ਫਿਰ ਰੀਨਾ ਤੋਂ ਪੁੱਛ ਕੇ ਸੋਚੋ। ਹਾਂਜੀ, ਜੇ ਰੀਨਾ ਇਸ ਸਾਜ਼ਿਸ਼ ਦਾ ਹਿੱਸਾ ਹੈ ਤਾਂ ਰੀਨਾ ਤੋਂ ਪੁੱਛ ਕੇ ਸੋਚੋ। ਤੁਸੀਂ ਓਪਨ ਕਰ ਦਿਓ, ਤੁਸੀਂ ਇੱਕ ਓਪਨ ਲੈਟਰ ਦੇ ਦਿਓ ਕਿ ਰੀਨਾ ਤੋਂ ਪੁੱਛ ਕੇ ਕਰੋ ਆ ਕੇ। ਬਿਲਕੁਲ, ਅੱਜ ਕੱਲ ਤਾਂ ਨਾਰਕੋ ਟੈਸਟ ਹੋ ਜਾਂਦਾ, ਤੁਸੀਂ ਕਹੋ ਲਓ ਮੇਰਾ ਕਰ ਲਓ। ਯੈਸ, ਬਿਲਕੁਲ ਉਹੀ ਤੁਸੀਂ ਆਫਰ ਕਰ ਦਿਓ। ਮੈਂ ਆਫਰ ਇਹੀ ਮੈਂ ਕਿਹਾ ਸੀ ਕਿ ਤੁਸੀਂ ਅਕਾਲ ਤਖਤ ਆ ਜਾਓ। ਜਾਂ ਤੁਹਾਨੂੰ ਲੱਗਦਾ ਕਿ ਵੀਨਾ ਗਲਤ ਆ, ਜਾਂ ਕਿੱਥੇ ਵੀਨਾ ਗਲਤ ਆ, ਜਾਂ ਕੋਈ ਸਜ਼ਾ ਮੈਨੂੰ ਦੇਣੀ, ਜਾਂ ਭਾਵੇਂ ਮੈਨੂੰ ਮਾਰ ਦੋ, ਮੈਂ ਸੱਚ ਤੇ ਠੀਕ ਹੈ, ਮੈਂ ਉਹ ਗੋਲੀ ਖਾ ਲੂੰਗੀ। ਤੁਸੀਂ ਪੰਜਾਬ ਪੁਲਿਸ, ਹਰਿਆਣਾ ਪੁਲਿਸ ਔਰ ਦੇਸ਼ ਦੀਆਂ ਏਜੰਸੀਆਂ, ਸੈਂਟਰਲ ਏਜੰਸੀਆਂ, ਤੁਸੀਂ ਉਹਨਾਂ ਨੂੰ ਆਫਰ ਕਰ ਦਿਓ ਨਿਊਜ਼ 18 ਰਾਹੀਂ ਕਿ ਕਿਸੇ ਕਿਸਮ ਦੀ ਜਾਂਚ ਜਿਹੜੀ ਚਾਹੁੰਦੇ ਹੋ ਸੱਚ ਸਾਹਮਣੇ ਲਿਆਉਣ ਲਈ ਤੁਸੀਂ ਆਓ। ਰੀਨਾ ਰਾਏ ਤੁਹਾਡੇ ਸਾਹਮਣੇ ਪੇਸ਼ ਹੈ, ਜਦੋਂ ਬੁਲਾਓਗੇ ਰੀਨਾ ਪਹੁੰਚੇਗੀ। ਠੀਕ ਹੈ, ਮੈਂ ਬੁਲਾਉਂਦੀ ਹੈ ਸਾਰਿਆਂ ਨੂੰ, ਹਰਿਆਣਾ ਪੁਲਿਸ ਸਾਰਿਆਂ ਨੂੰ ਮੈਂ ਉੱਥੇ ਹੋਇਆ ਸੀ। ਹਾਂਜੀ, ਉੱਥੇ ਸਾਰੇ ਮੈਨੂੰ ਤੁਸੀਂ ਆ ਕੇ
ਮੈਂ ਹਾਜ਼ਰ ਹੋਊਂਗੀ ਅਕਾਲ ਤੱਕ ਤੁਸੀਂ ਕਿਹੜੀ ਪਨਿਸ਼ਮੈਂਟ ਮੈਨੂੰ ਦੇਣੀ ਆ ਕਿਹੜੀ ਕਿੱਥੇ ਮੈਂ ਗਲਤ ਹੋਊਂਗੀ ਇਹ ਵੀ ਪ੍ਰੂਫ ਦੇ ਨਾਲ ਤੁਸੀਂ ਮੈਨੂੰ ਮਾਰ ਦਿਓ ਕੋਈ ਵੀ ਏਜੰਸੀ ਆ ਕੇ ਤੁਹਾਡੇ ਤੋਂ ਪੁੱਛਗਿੱਛ ਕਰੇ ਤੁਸੀਂ ਤਿਆਰ ਹੋ ਬਿਲਕੁਲ ਕੋਈ ਵੀ ਆਵੇ ਸਟੇਟਸ ਤੋਂ ਆਵੇ ਕਿੱਥੋਂ ਮਰਜੀ ਦੁਨੀਆ ਤੇ ਆਵੇ ਮੈਨੂੰ ਇੱਥੇ ਆ ਕੇ ਕਿਹੜਾ ਸਵਾਲ ਪੁੱਛਣਾ ਮੈਨੂੰ ਪੁੱਛ ਲਓ ਤੁਸੀਂ ਦੀਪ ਸਿੱਧੂ ਦਾ ਜਦੋਂ ਹੁਣ ਬਰਸੀ ਹੋਈ ਬੋਧ ਸਿੰਘ ਵਾਲਾ ਦੇ ਵਿੱਚ ਸਮਾਗਮ ਰੱਖਿਆ ਹੁਣ ਤਾਂ ਉਹਦੇ ਨਾਮ ਤੇ ਗੇਟ ਵੀ ਬਣ ਗਿਆ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਉਦੋਂ ਸਕੂਨ ਮਿਲਦਾ ਕਿ ਫਿਰ ਤੋਂ ਉਹੀ ਚੀਜ਼ਾਂ ਅੰਦਰ ਆਤਮਾ ਜਿਹੜੀ ਹੈ ਉਲਝਦੀ ਨਹੀਂ ਬਿਲਕੁਲ ਮੈਨੂੰ ਸਕੂਨ ਮਿਲਦਾ ਮੈਂ ਵੀ ਬਹੁਤ ਪ੍ਰਾਊਡ ਆ ਮੈਂ ਬਹੁਤ ਪ੍ਰਾਊਡ ਆ ਦੀਪ ਤੇ ਇਹ ਨਹੀਂ ਸਿਰਫ ਠੀਕ ਆ ਤੁਸੀਂ ਕਿੱਥੇ ਇਹ ਤਾਂ ਬਹੁਤ ਵਧੀਆ ਚੀਜ਼ ਆ ਇਟਸ ਨਾਟ ਦੈਟ ਮੈਂ ਕੁਛ ਇਹ ਚੀਜ਼ ਤੇ ਕੁਛ ਨਹੀਂ ਅਗੇਂਸਟ ਇਹੀ ਆ ਕਿ ਹਾਂ ਤੁਸੀਂ ਬਸ ਇਹ ਝੂਠ ਤੇ ਫੇਕ ਨੈਰੇਟਿਵ ਤੇ ਨਾ ਚੱਲੋ so ਦੀਪ ਸਿੱਧੂ ਨੂੰ ਜਦੋਂ ਯਾਦ ਕਰਦੇ ਆ ਕੀ ਜ਼ਿਹਨ ਦੇ ਵਿੱਚ ਆਉਂਦਾ his smile ਕਿੰਨਾ ਮੈਨੂੰ ਆ ਕੇ ਜੱਫੀ ਪਾਉਂਦਾ ਇਹ ਚੀਜ਼ ਮੇਰੇ ਲਈ ਬਹੁਤ ਔਖੀ ਆ ਇਹ ਸੌਖੀ ਨਹੀਂ ਸਪੈਸ਼ਲੀ ਦੀਪ ਦੀ ਕਿਹੜੀ ਲਾਸ ਸੀ ਉਹ ਮੇਰੇ ਲਈ ਬਹੁਤ ਔਖੀ ਆ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹ ਕਾਫੀ ਹੈਵੀ ਹੋ ਜਾਂਦਾ ਫਿਰ ਮੈਂ ਫਿਰ ਵੀ ਇੱਥੇ ਖੜੀ ਆ ਲੋਕਾਂ ਲਈ ਖੜੀ ਆ ਦੀਪ ਲਈ ਖੜੀ ਆ ਸੱਚ ਤੇ ਖੜੀ ਆ ਤੁਸੀਂ ਆ ਕੇ ਤਾਂ ਇੱਕ ਵਾਰੀ ਤਾਂ ਮੈਨੂੰ ਪਲੀਜ਼ ਪੁੱਛ ਲਓ ਕਿ ਹਾਂ ਐਟਲੀਸਟ ਮੈਂ ਵੀ ਧੀ ਆ ਮੈਂ ਵੀ ਮੇਰੀ ਇੱਥੇ ਰੂਟਸ ਆ ਮੇਰੀ ਫੈਮਿਲੀ ਵੀ ਇੱਥੇ ਦੀ ਆ ਕਿ ਇਹਨਾਂ ਨੂੰ ਜਾਣਦੇ ਮੇਰੀ ਹਿਸਟਰੀ ਵੀ ਇੱਥੇ ਆ ਤੁਸੀਂ ਇੱਕ ਧੀ ਨੂੰ ਅੱਗੇ ਲੈ ਕੇ ਐਟਲੀਸਟ ਮੈਨੂੰ ਇੱਕ ਬੇਨਤੀ ਕਿ ਤੁਸੀਂ ਮੇਰੀ ਗੱਲ ਸੁਣ ਲਓ ਕਿ ਤੁਸੀਂ ਮੈਨੂੰ ਸਵਾਲ ਪੁੱਛਣੇ ਆ ਉਹ ਵੀ ਮੈਂ ਤਿਆਰ ਆ ਦੀਪ ਕਦੇ ਸੁਪਨੇ ਚ ਆਇਆ ਦੀਪ ਜੇ ਸੁਪਨੇ ਚ ਆਇਆ ਤਾਂ ਕੀ ਕਿਹਾ ਕਿ ਰੀਨਾ ਸੀ ਕੀ ਹੋ ਕੀ ਗਿਆ ਕਦੇ ਵੈਸੇ ਹੋ ਸਕਦਾ ਨਾ ਵੀ ਆਇਆ ਹੋਵੇ ਜਾਂ ਕਦੇ ਆਇਆ ਯਾਦਾਂ ਚ ਸੁਪਨੇ ਚ ਕਦੇ ਆਇਆ ਐਵਰੀ ਡੇ ਹੁੰਦਾ ਦੀਪ ਮੇਰੇ ਕੋਲ ਕਿਹੜੀ ਗੱਲਾਂ ਮੈਨੂੰ ਦੱਸਦਾ ਅੰਗ ਸੰਗ ਸਾਡੇ ਨਾਲ ਆ ਸੰਗਤ ਦੇ ਨਾਲ ਵੀ ਉਹ ਆਉਂਦਾ ਮੈਨੂੰ ਐਵਰੀ ਡੇ ਕਿਹੜੇ ਮੈਸੇजेस ਕਿਹੜਾ ਪਿਆਰ ਕਹਿੰਦਾ ਕਿ ਮੈਂ ਅੰਗ ਸੰਗ ਤੇਰੇ ਨਾਲ ਆ ਉਹਦੇ ਨਾਲ ਮੈਂ ਥੋੜੀ ਹਾਂ ਅਦਰਵਾਈਜ਼ ਮੇਰੇ ਲਈ ਬਹੁਤ ਔਖਾ ਹੋ ਜਾਣਾ ਸੀ ਪਰਿਵਾਰ ਨਹੀਂ ਕਦੇ ਕਹਿੰਦਾ ਕਿਉਂਕਿ ਇੱਕ ਕੁੜੀ ਦੇ ਲਈ ਬੜੇ ਚੈਲੰਜ ਆ ਬੇਸ਼ੱਕ ਤੁਸੀਂ ਵਿਦੇਸ਼ ਰਹਿੰਦੇ ਹੋ ਤੁਹਾਡਾ ਪ੍ਰੋਫੈਸ਼ਨ ਜਿਸ ਤਰ੍ਹਾਂ ਦਾ ਹੈਗਾ ਸ਼ਾਇਦ ਉਹਦੇ ਵਿੱਚ ਜ਼ਿਆਦਾ ਨਾ ਬੌਦਰ ਕਰਦੇ ਹੋ ਪਰ ਤੁਸੀਂ ਪੰਜਾਬ ਨਵੇਂ ਸ਼ਹਿਰ ਦੇ ਹੋ ਤੁਸੀਂ ਹਾਂਜੀ ਨਵੇਂ ਸ਼ਹਿਰ ਦਾ ਤੁਹਾਡਾ ਪਰਿਵਾਰ ਆ ਤਾਂ ਪਰਿਵਾਰ ਕਦੇ ਕਹਿੰਦਾ ਕਿ ਰੀਨਾ ਹੁਣ ਚੁੱਪ ਕਰ ਜਾਣਾ ਸੀ ਪਰਿਵਾਰ ਨੂੰ ਦਿੱਕਤਾਂ ਮਾਸੀਆਂ ਚਾਚੀਆਂ ਤਾਏ ਫੁੱਫੜ ਬੜੇ ਰਿਸ਼ਤੇ ਹੁੰਦੇ ਨੇ ਉਹ ਰਿਸ਼ਤੇਦਾਰ ਨਹੀਂ ਕਹਿੰਦੇ ਕਿ ਰੀਨਾ ਚੁੱਪ ਕਰ ਜਾ ਛੱਡ ਜੋ ਹੋ ਗਿਆ ਨਹੀਂ ਉਹਨਾਂ ਨੂੰ ਪਤਾ ਕਿੰਨਾ ਦੀਪ ਸਾਡਾ ਪਿਆਰ ਸੀ ਦੀਪ ਲਈ ਦੀਪ ਤੇ ਸੱਚ ਲਈ ਮੇਰੇ ਲਈ ਬਹੁਤ ਇੰਪੋਰਟੈਂਟ ਆ ਉਹਨਾਂ ਨੂੰ ਇਹ ਚੀਜ਼ ਸਮਝਦੇ ਆ ਕਿ ਉਹਨਾਂ ਨੂੰ ਵੀ ਪਤਾ ਕਿ ਮੈਂ ਹਟਣ ਵਾਲੀ ਨਹੀਂ ਜਦ ਤੱਕ ਸੱਚ ਨਿਕਲਦਾ ਬਿਕਾਜ਼ ਮੈਂ ਵੀ ਗੁਰੂ ਨੂੰ ਮੰਨਦੀ ਆ ਮੈਨੂੰ ਇਹ ਜਦੋਂ ਮੈਂ ਗੁਰੂ ਨੂੰ ਮਿਲੂੰਗੀ ਐਟਲੀਸਟ ਮੈਂ ਸੱਚ ਦੇ ਨਾਲ ਜਾਊਂਗੀ ਇਸ ਚੀਜ਼ ਮੇਰੀ ਆਤਮਾ ਨੂੰ ਪੀਸ ਹੋਊਗੀ ਕਿ ਮੈਂ ਜਾ ਕੇ ਐਟਲੀਸਟ ਅਰਥ ਤੇ ਤਾਂ ਮੈਂ ਸੱਚ ਦੱਸਦਾ ਜਦੋਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਜਿਹੜੀ ਹੈਗੀ ਤੁਹਾਡੀ ਸਾਹਮਣੇ ਆਈ ਸੀ ਕਿ ਤੁਸੀਂ ਕਿਹਾ ਸੀਗਾ ਕਿ ਇਹੀ ਚੀਜ਼ਾਂ ਜਿਹੜੀਆਂ ਤੁਸੀਂ ਕਾਫੀ ਉਹਦੇ ਵਿੱਚ ਦਾਅਵੇ ਕੀਤੇ ਸੀ ਉਸ ਤੋਂ ਬਾਅਦ ਤੁਹਾਨੂੰ ਕੋਈ ਫੋਨ ਆਇਆ ਤੁਹਾਨੂੰ ਕਿਸੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਚਾਹੇ ਦਿਲਜੀਤ ਹੋਵੇ ਚਾਹੇ ਦੀਪ ਦਾ ਪਰਿਵਾਰ ਹੋਵੇ ਮਨਦੀਪ ਹੋਵੇ ਅੰਮ੍ਰਿਤਪਾਲ ਹੋਣ ਕਿਸੇ ਨੇ ਤੁਹਾਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਰੀਨਾ ਕੀ ਪ੍ਰੋਬਲਮ ਹੈ ਤੁਸੀਂ ਆਪਾਂ ਬੈਠ ਕੇ ਗੱਲ ਕਰਦੇ ਹਾਂ ਕਿਸੇ ਨੇ ਕੋਈ ਤੁਹਾਡੇ ਤੇ ਸਵਾਲ ਕੀਤਾ ਨਹੀਂ ਕਿਸੇ ਨੇ ਨਹੀਂ ਐਕਚੁਅਲੀ ਮੈਨੂੰ ਪੁੱਛਿਆ ਕੁਛ ਸਿਰਫ ਵਾਰਿਸ ਪੰਜਾਬ ਨੂੰ ਮੈਂ ਕੰਟੈਕਟ ਕੀਤਾ ਸੀ ਮੈਂ ਉਹਨਾਂ ਨੇ ਕਿਹਾ ਕਿ ਵੀਡੀਓ ਜਾਰੀ ਕਰਨ ਤੋਂ ਬਾਅਦ ਜਾਂ ਪਹਿਲਾਂ ਬਾਅਦ ਆਹੀ ਹੁਣ ਪਹਿਲੇ ਲਾਈਕ ਫੈਬਰੂਰੀ ਦੇ ਵਿੱਚ ਕਿਹਨੂੰ ਕੀਤਾ ਸੀ ਖਾਲਸੀ ਬਾਈ ਨੂੰ ਮੈਂ ਖਾਲਸੀ ਨੂੰ ਕਿਹਾ ਸੀ ਕਿ ਤੁਸੀਂ ਹੁਣ ਆ ਕੇ ਇਕੱਠੇ ਅਸੀਂ ਸੱਚ ਦੱਸ ਦੂੰਗੇ ਉਹਨਾਂ ਨੇ ਕਿਹਾ ਸੀ ਮੈਨੂੰ 1 ਮਹੀਨਾ ਦੇ ਦਿਓ ਮੈਂ ਸਾਰਾ ਕੁਝ ਕਲੀਅਰ ਕਰ ਦੂੰਗੇ ਮੈਂ ਕਿਹਾ ਮੇਰੇ ਕੋਲ 1 ਮਹੀਨਾ ਹੈ ਨਹੀਂ ਮੈਨੂੰ ਹੋਰ ਬਦਨਾਮ ਕਰ ਦੋਗੇ ਮੈਂ ਕਿਹਾ ਨਹੀਂ ਮੇਰੇ ਕੋਲ ਨਹੀਂ ਰਹਿ ਹੁੰਦਾ ਬਰਸੀ ਤੇ ਪਹਿਲਾਂ ਅਸੀਂ ਪਲੀਜ਼ ਸੱਚ ਦੱਸ ਸਕਦੇ ਹਾਂ ਹੁਣ ਕਿੱਥੇ ਮੈਂ ਆ ਕੇ ਫਿਰ ਸ਼ੁਰੂ ਕੀਤਾ ਮੀਡੀਆ ਦੇ ਮੋੜੇ ਬਿਕਾਜ਼ ਮੈਂ ਇੱਕ ਫੋਟੋ ਦੇਖੀ ਸੀ ਕਿੱਥੇ ਤੁਸੀਂ ਕਹਿੰਦੇ ਸੀ ਸੌਰੀ ਉਹ ਪਿੰਡ ਦਾ ਨਾ ਬੁੱਢਾਵਾਲ ਉਹ ਜਿੱਥੇ ਬੋਧ ਸਿੰਘ ਵਾਲਾ ਜਿੱਥੇ ਗੇਟ ਲਾਇਆ ਹਾਂ ਉੱਥੇ ਪਤਾ ਨਹੀਂ ਉੱਥੇ ਸੀ ਉਹਨਾਂ ਦੀ ਕਿੱਥੇ ਬਰਸੀ ਸੀ ਐਨੀਵੇਜ਼ ਕਿੱਥੇ ਬਰਸੀ ਸੀ ਦੀਪ ਮੈਂ ਖਾਲਸੀ ਬਾਈ ਨੂੰ ਕਿਹਾ ਸੀ ਕਿ ਮੈਂ ਆਉਣ ਲੱਗੀ ਹਾਂ ਹੁਣ ਤੁਸੀਂ ਸੱਚ ਦੱਸ ਦਿਓ
ਐਨੀਵੇਜ਼ ਉਹ ਕਹਿੰਦੇ ਸੀ ਠੀਕ ਆ ਅਸੀਂ ਸੱਚ ਦੱਸੂੰ ਮੈਨੂੰ 1 ਮਹੀਨਾ ਦੇ ਦੇ ਮੈਂ ਕਿਹਾ ਠੀਕ ਮੈਂ ਕਿਹਾ ਨਹੀਂ ਮੇਰੇ ਕੋਲ ਨਹੀਂ ਹੈਗਾ ਸੋ ਕਦੋਂ ਮੈਂ ਇੱਕ ਫੋਟੋ ਦੇਖੀ ਕਿੱਥੇ ਮਨਦੀਪ ਤੇ ਅਮਰਪਾਲ ਇਕੱਠੇ ਖੜੇ ਸੀ ਫਿਰ ਮੈਂ ਕਿਹਾ ਇਹ ਨਹੀਂ ਠੀਕ ਮੈਂ ਕਿਹਾ ਇੱਥੇ ਹੁਣ ਮੈਨੂੰ ਪਤਾ ਲੱਗਿਆ ਨਾ ਇਹਨਾਂ ਨੇ ਸੱਚ ਬੋਲਣਾ ਨਾ ਮਨਦੀਪ ਨੇ ਸੱਚ ਬੋਲਣਾ ਇਹ ਇਕੱਠੇ ਆ ਮੈਂ ਤਾਂ ਇੱਥੇ ਕਹਿ ਕੇ ਦੇਖਦੀ ਸੱਚ ਹੈ ਕੀ ਆ ਹੁਣ ਇਹ ਫੋਟੋ ਦੇਖ ਕੇ ਮੈਨੂੰ ਮੈਂ ਟੁੱਟ ਗਈ ਸੀ ਮੈਂ ਕਿਹਾ ਇਹਨਾਂ ਨੇ ਨਾ ਕੁਝ ਕਰਨਾ ਸੋ ਮੈਂ ਵਾਰਨਿੰਗ ਉਹਨਾਂ ਨੂੰ ਦੇਤੀ ਸੀ ਜਦ ਤੁਸੀਂ ਨਹੀਂ ਸੱਚ ਦੱਸਣਾ ਫਿਰ ਮੈਨੂੰ ਆ ਕੇ ਕਾਸੇ ਬਾਈ ਨੂੰ ਮੈਂ ਕਾਸੇ ਬਾਈ ਮਨਦੀਪ ਨੂੰ ਕੰਟੈਕਟ ਨਹੀਂ ਕੀਤਾ ਤੁਸੀਂ ਵੀ ਤੁਸੀਂ ਤਾਂ ਇਕੱਠੇ ਹੋ ਨਹੀਂ ਮੇਰੇ ਕੋ ਇਵੇਂ ਮਨਦੀਪ ਦਾ ਨੰਬਰ ਉਹਨਾਂ ਨੇ ਭਾਵੇਂ ਮੈਨੂੰ ਬਲੌਕ ਕੀਤਾ ਕੀ ਕੀਤਾ ਮੈਂ ਉਹਨਾਂ ਦਾ ਨੰਬਰ ਮੈਂ ਨਹੀਂ ਉਹਨਾਂ ਨੂੰ ਕੋਸ਼ਿਸ਼ ਕਰਦੀ ਇਹ ਗੱਲ ਉਹਨਾਂ ਨੇ ਮੰਚ ਤੋਂ ਵੀ ਕਹੀ ਕਿ ਅਸੀਂ ਅੱਜ ਇਕੱਠੇ ਆ ਬੜਾ ਫਰਕ ਮਨਾਂ ਦੇ ਵਿੱਚ ਕਈ ਕਾਰਨਾਂ ਕਰਕੇ ਪੈ ਗਿਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਇਕੱਠੇ ਆ ਕਿਉਂਕਿ ਇਹ ਦੀਪ ਦਾ ਭਰਾ ਹੈ ਔਰ ਅਸੀਂ ਦੀਪ ਦੇ ਵਾਰਸ ਆ ਉਹਨਾਂ ਦੀ ਸੰਸਥਾ ਦੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਅਸੀਂ ਇਕੱਠੇ ਪੰਜਾਬ ਲਈ ਕੰਮ ਕਰਾਂਗੇ ਔਰ ਮਨਦੀਪ ਨੇ ਵੀ ਕਿਹਾ ਸੀਗਾ ਕਿ ਉਹ ਸ਼ਹੀਦ ਆ ਦੀਪ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਵੱਖ-ਵੱਖ ਸੀਗੇ ਵੱਖ-ਵੱਖ ਹੈਗੇ ਸੀ ਮੈਨੂੰ ਐਕਚੁਅਲੀ ਇਹਦਾ ਪਤਾ ਨਹੀਂ ਜਾਂ ਪਲੈਨਿੰਗ ਸੀ ਉਹਨਾਂ ਦੀ ਕਿਹਦੀ ਅਮਰਪਾਲ ਤੇ ਮਨਦੀਪ ਦੀ ਉਹਨੂੰ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਪਰ ਕੀ ਸ਼ੰਕਾ ਤੁਹਾਨੂੰ ਕੀ ਪਲੈਨਿੰਗ ਮੇਬੀ ਪਲੈਨਿੰਗ ਹੋਊਗੀ ਕਿ ਆ ਕੇ ਹੁਣ ਇਕੱਠੇ ਸੀ ਵਾਰਿਸ ਪੰਜਾਬ ਇਕੱਠੇ ਹੋ ਕੇ ਅਸੀਂ ਵੀ ਕੈਨ ਲੀਡ ਦ ਲੈਗੇਸੀ ਪਰ ਨਹੀਂ ਇਸ ਚੀਜ਼ ਤੇ ਮੈਨੂੰ ਬਹੁਤ ਦੁੱਖ ਲੱਗਿਆ ਕਿ ਤੁਸੀਂ ਦੋਨਿਆਂ ਨੂੰ ਪਤਾ ਸੱਚ ਹੈ ਕੀ ਆ ਨਾ ਉਹ ਬੋਲਦੇ ਆ ਹੁਣ ਮੈਨੂੰ ਹੁਣ ਇੰਨਾ ਥੱਲੇ ਸੱਟਿਆ ਉਹਨਾਂ ਨੇ ਕਿ ਹਾਂ ਵੀਨੇ ਨੇ ਆ ਕੇ ਨਹੀਂ ਬੋਲਣਾ ਠੀਕ ਆ ਸੀ ਇਹ ਨੈਰੇਟਿਵ ਤੇ ਚੱਲਦੇ ਆ ਪਰ ਇਹ ਇੰਨਾ ਚੈਨ ਨਹੀਂ ਚੱਲੂਗਾ ਨਹੀਂ ਮਨਦੀਪ ਦੇ ਕੀ ਮਨਸ਼ਾ ਹੈ ਤੁਸੀਂ ਆਪ ਕਿਹਾ ਕਿ ਇਹ ਨਹੀਂ ਮੈਨੂੰ ਪਤਾ ਕਿ ਕੀ ਮਨਦੀਪ ਵਾਰਿਸ ਪੰਜਾਬ ਦੇ ਦਾ ਮੁਖੀ ਬਣਨਾ ਚਾਹੁੰਦਾ ਸੀ ਜਾਂ ਅਮਰਤਪਾਲ ਬਣਨਾ ਚਾਹੁੰਦਾ ਜਾਂ ਅਮਰਤਪਾਲ ਬਣ ਗਿਆ ਤਾਂ ਫਿਰ ਤੁਸੀਂ ਕਿ ਦੋਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਵਾਰਿਸ ਪੰਜਾਬ ਦੇ ਦਾ ਰੋਲ ਹੈ ਜਾਂ ਕੀ ਰੋਲ ਹੈ ਨਹੀਂ ਮੈਨੂੰ ਇਸ ਚੀਜ਼ ਦਾ ਪਤਾ ਨਹੀਂ ਕੀ ਇਹਨਾਂ ਦਾ ਰੋਲਾ ਹੋਊਗਾ ਇਹੀ ਸਵਾਲ ਲੋਕਾਂ ਦੇ ਜ਼ਿਹਨ 'ਚ ਨਹੀਂ ਆ ਰਿਹਾ ਇਹੀ ਸਵਾਲ ਦਾ ਜਵਾਬ ਲੋਕਾਂ ਨੂੰ ਮਿਲ ਰਿਹਾ ਮੈਨੂੰ ਵੀ ਨਹੀਂ ਮਿਲ ਰਿਹਾ ਕਿ ਦੋਵਾਂ ਦੇ ਵਿੱਚ ਰੌਲਾ ਕੀ ਹੈ ਠੀਕ ਆ ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਕਤਲ ਨਹੀਂ ਐਕਸੀਡੈਂਟ ਆ ਫਿਰ ਉਹ ਕਹਿੰਦੇ ਆ ਕਿ ਸ਼ਹੀਦ ਆ ਉਹਦਾ ਕਤਲ ਹੋਇਆ ਫਿਰ ਇਹ ਚੀਜ਼ਾਂ ਕਿਉਂ ਐਸੀਆਂ ਪੈਦਾ ਹੋਈਆਂ ਜਾਂ ਇੱਕ ਮਾਹੌਲ ਬਣ ਗਿਆ ਫਿਰ ਉਸ ਵਹਿਣ ਜਿੱਦਾਂ ਕਹਿੰਦੇ ਪਾਣੀ ਦਰਿਆ ਜਿੱਧਰ ਵਹਿ ਰਿਹਾ ਸਾਰੇ ਉਸ ਵਹਿਣ ਦੇ ਨਾਲ ਵਹਿੰਦੇ ਤੁਰੇ ਗਏ ਪਰ ਇਹ ਇਦਾਂ ਨਹੀਂ ਤੁਰਨਾ ਚਾਹੀਦਾ ਬਿਕਾਜ਼ ਇਹ ਸੱਚ ਨਹੀਂ ਇਹ ਤਾਂ ਸਾਰਾ ਕਿਹੜਾ ਫੇਕ ਨੈਰੇਟਿਵ ਆ ਉੱਤੇ ਚੱਲਦੇ ਆ ਹੁਣ ਇਹ ਸੀ ਇਹੀ ਤਾਂ ਚੀਜ਼ ਹੈ ਕਿਦੋਂ ਸੱਚ ਬੋਲਦਾ ਹਨਾ ਬੰਦਾ ਉਹ ਇਕੱਲਾ ਰਹਿ ਜਾਂਦਾ ਕਿਦਾ ਦੀਪ ਸੀ ਉਹ ਵੀ ਇਕੱਲਾ ਰਹਿ ਗਿਆ ਕਦੋਂ ਮਸੀ ਉਹਦੀ ਵੀਡੀਓਜ਼ ਸੱਚ ਪਾ ਕੇ ਆ ਕੇ ਅੱਗੇ ਦੀਪ ਗੱਲ ਕਰਦਾ ਸੀ ਫੇਰ ਲੋਕਾਂ ਨੂੰ ਪਤਾ ਲੱਗਿਆ ਕਿ ਹਾਂ ਉਹ ਬੰਦਾ ਸੱਚਾ ਵਾ ਸੰਨੀ ਤੇ ਲੋਰਾਂ ਨਾਲ ਕਦੇ ਗੱਲ ਹੋਈ ਸੀ ਤੁਹਾਡੀ ਨਹੀਂ ਹੋਈ ਨਹੀਂ ਪਹਿਲਾਂ ਕਦੇ ਹੋਈ ਸੀ ਪਹਿਲਾਂ ਮਿਲੇ ਸੀ ਉਹਨਾਂ ਨੂੰ ਦੀਪ ਦੇ ਨਾਲ ਮਿਲੇ ਸੀ ਦੀਪ ਦੀ ਮੌਤ ਤੋਂ ਬਾਅਦ ਨਹੀਂ ਸੰਨੀ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਕਿਉਂਕਿ ਤੁਸੀਂ ਜਿਸ ਤਰ੍ਹਾਂ ਇਹ ਪਰਿਵਾਰ ਤੁਸੀਂ ਬਣਨ ਵਾਲਾ ਸੀ ਤੁਸੀਂ ਕਹਿੰਦੇ ਹੋ ਤਾਂ ਫਿਰ ਸੰਨੀ ਨੇ ਕਦੇ ਅਫਸੋਸ ਵੀ ਨਹੀਂ ਕੀਤਾ ਨਹੀਂ ਕਦੇ ਗੱਲ ਨਹੀਂ ਹੋਈ ਦੀ ਉਹ ਫੈਮਿਲੀ ਦੇ ਨਾਲ ਅੱਗੇ ਕੀ ਕਰਨ ਵਾਲੀ ਹੈ ਰੀਨਾ ਕਿੰਨੀ ਦੇਰ ਇੱਥੇ ਰਹਿਣਾ ਹੈ ਪੰਜਾਬ ਜਾਂ ਹੁਣ ਫੈਸਲਾ ਕਰ ਲਿਆ ਵੀ ਹੁਣ ਸੱਚ ਸਾਹਮਣੇ ਲਿਆ ਕੇ ਜਾਣਾ ਮੈਂ ਇੱਕ ਚੀਜ਼ ਫਰਸਟ ਅਸੀਂ ਸਾਡਾ ਫੋਕਸ ਆ ਕਿ ਤੁਸੀਂ ਸੱਚ ਆ ਕੇ ਮੈਨੂੰ ਮਿਲੋ ਮੈਂ ਅਸੀਂ ਸੱਚ ਅਸੀਂ ਸੰਗਤ ਨੂੰ ਦੱਸੂਗੇ ਇਸ ਤੋਂ ਬਾਅਦ ਅਸੀਂ ਦੇਖਦੇ ਹੁਣ ਕਿਹੜੀ ਦੀਪ ਦੀ ਸੋਚ ਤੇ ਅਸੀਂ ਉੱਤੇ ਤੁਰੂਗੇ ਇੱਕ ਲਾਈਨ ਦੇ ਵਿੱਚ ਦੀਪ ਦੀ ਸੋਚ ਦੱਸ ਦਿਓ ਵੀ ਕਿਹੜੀ ਸੋਚ ਤੁਸੀਂ ਕਹਿੰਦੇ ਹੋ ਕਿ ਦੀਪ ਦੀ ਆਹ ਸੋਚ ਹੈ ਤੇ ਵਾਰਿਸ ਪੰਜਾਬ ਦੇ ਆਹ ਸੋਚ ਤੇ ਚੱਲ ਰਹੀ ਹੈ ਪਰ ਦੀਪ ਦੀ ਆਹ ਸੋਚ ਹੈ ਉਹ ਤਾਂ ਕਹਿੰਦੇ ਕਿ ਅਸੀਂ ਜਿਹੜੀ ਸੋਚ ਚੱਲ ਰਹੇ ਦੀਪ ਦੀ ਸੋਚ ਹੈ ਤੁਸੀਂ ਕਹਿ ਰਹੇ ਹੋ ਦੀਪ ਦੀ ਸੋਚ ਨਹੀਂ ਹੈ ਫਿਰ ਦੀਪ ਦੀ ਸੋਚ ਕੀ ਹੈ ਜਿਹੜੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਠੀਕ ਹੈ ਹੁਣ ਸੋ ਇੱਕ ਬਹੁਤ ਇਹ ਤਾਂ ਕਾਫੀ ਹੁਣ ਚੀਜ਼ਾਂ ਦੀਪ ਗੱਲ ਕਰਦਾ ਸੀ ਪਰ ਇੱਕ ਚੀਜ਼ ਆ ਅੰਡਰ ਦ ਕਨਸਟੀਟਿਊਸ਼ਨ ਆਫ ਲਾ ਅਸੀਂ ਕਿਹੜਾ ਪੰਜਾਬ ਦੇ ਇਸ਼ੂਜ਼ ਆ ਜਾਂ ਕੋਈ ਪ੍ਰੋਬਲਮਸ ਆ ਸੀ ਉਹ ਅੱਗੇ ਆ ਕੇ ਇਹਦੀ ਨਹੀਂ ਪਰ ਬਾਕੀ ਤਾਂ ਦੀਪ ਵੀ ਤੇਵਰ ਤਾਂ ਬਾਕੀ ਸੀਗੇ ਦੀਪ ਦੇ ਵੀ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਨੂੰ ਮੰਨਣ ਵਾਲਾ ਬਾਕੀ ਤੇਵਰ ਤਾਂ ਦੀਪ ਦੇ ਵੀ ਸੀਗੇ ਓਏ ਸਰ ਮੈਨੂੰ ਇਹ ਤਾਂ ਸਮਝ ਨਹੀਂ ਆਇਆ ਕੀ ਤੁਸੀਂ ਕਹਿੰਦੇ ਥੋੜੀ ਪੰਜਾਬੀ ਚ ਮੈਨੂੰ ਕਿਉਂਕਿ ਦੀਪ ਵੀ ਤਾਂ ਇਸ ਸੰਵਿਧਾਨ ਤੋਂ ਜਾਂ ਉਹ ਵੀ ਫਰਸਟ੍ਰੇਸ਼ਨ ਦੇ ਵਿੱਚ ਤਾਂ ਸੀ ਨਾ ਹਾਂਜੀ ਹਾਂਜੀ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਉਹ ਸੰਵਿਧਾਨ ਨੂੰ ਮੰਨਦਾ ਸੀ ਪਰ ਫਿਰ ਉਹ ਜਿਹੜੀ ਫਰਸਟ੍ਰੇਸ਼ਨ ਸੀ ਫਿਰ ਉਹ ਸੰਵਿਧਾਨ ਦੇ ਉਲਟੀ ਸੀ ਇੱਕ ਚੀਜ਼ ਕਲੀਅਰ ਕਰੋ ਫਰਸਟ੍ਰੇਸ਼ਨ ਸੀ ਜਾਂ ਸੰਵਿਧਾਨ ਦੇ ਨਾਲ ਸੀ ਸੰਵਿਧਾਨ ਦਾ ਮਤਲਬ ਦੇਸ਼ ਦੇ ਕਾਨੂੰਨ ਨਾਲ ਸੀ ਦੇਸ਼ ਦੇ ਸਿਸਟਮ ਨਾਲ ਸੀ ਹਾਂ ਓਕੇ ਠੀਕ ਹੈ ਸੀ ਕਿਦੋਂ ਦੀਪ ਗੱਲ ਕਰਦਾ ਸੀ ਸਿਸਟਮ ਉਹ ਵੀ ਅੰਡਰ ਦਾ ਕਨਸਟੀਟਿਊਸ਼ਨ ਆਫ ਲਾ ਗੱਲ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿੱਦਾਂ ਗੱਲ ਕਰਨ ਨੂੰ ਪ੍ਰੋਸੈਸ ਹੁੰਦਾ ਸਟਰਕਚਰ ਉਹੀ ਮੈਂ ਗੱਲ ਕਰਦੀ ਪ੍ਰੋਸੈਸ ਹੁੰਦਾ ਇਹ ਚੀਜ਼ਾਂ ਤੇ ਤੁਸੀਂ ਆ ਕੇ ਅੱਗੇ ਗਵਰਨਮੈਂਟ ਦੇ ਨਾਲ ਤੁਸੀਂ ਬੈਠੋ ਤੁਸੀਂ ਆ ਕੇ ਉਹਨਾਂ ਨੂੰ ਆਪਣਾ ਪ੍ਰਪੋਜ਼ਲ ਦੇਵੋ ਕਿ ਇਹ ਚੀਜ਼ਾਂ ਸੀ ਸਾਨੂੰ ਇਹਦਾ ਹੱਲ ਚਾਹੀਦਾ ਯੂਥ ਨੂੰ ਇਹ ਅੱਗੇ ਜਾ ਕੇ ਦੇ ਨੀਡ ਦ ਸਪੋਰਟ ਔਰ ਐਜੂਕੇਸ਼ਨ ਕਿਹੜੀ ਚੀਜ਼ਾਂ ਦੀ ਮੇਰੇ ਨਾਲ ਸ਼ੇਅਰ ਕੀਤੀ ਸੀ ਸਪੈਸ਼ਲ ਐਜੂਕੇਸ਼ਨ ਤੇ ਉਹ ਤੁਸੀਂ ਆ ਕੇ ਉਹਨਾਂ ਨੂੰ ਪ੍ਰਪੋਜ਼ ਕਰੋ ਤੁਸੀਂ ਹੁਣ ਜਦ ਤੁਸੀਂ ਵਾਰ ਸ਼ੁਰੂ ਕਰਨਾ ਉਹਨਾਂ ਨੇ ਨਹੀਂ ਸੁਣਨਾ ਇਹ ਚੀਜ਼ ਨਹੀਂ ਕਦੇ ਨਹੀਂ
ਗਵਰਨਮੈਂਟ ਨੇ ਇਹ ਚੀਜ਼ ਤੇ ਵਾਰ ਤੋਂ ਮਤਲਬ ਜੋ ਸੁਣੋਗੇ। ਹੁਣ ਜੋ ਚੱਲ ਰਿਹਾ ਹਾਂ ਹਾਂ ਸੋ ਅਜਨਾਲਾ ਇਨਸੀਡੈਂਟ ਦੀ ਤੁਸੀਂ ਗੱਲ ਕਰ ਰਹੇ ਰਾਈਟ ਉਹ ਵੀ ਫॉर ਐਗਜ਼ਾਮਪਲ ਤੁਸੀਂ ਇਹ ਤਾਂ ਹੁਣ ਤੁਸੀਂ ਵਾਇਲੈਂਸ ਕ੍ਰੀਏਟ ਕਰਦੇ ਆ ਵਾਇਲੈਂਸ ਦੇ ਨਾਲ ਕੋਈ ਨਹੀਂ ਸੁਣੋਗੇ ਇਹ ਚੀਜ਼ ਤੁਸੀਂ ਪਿਆਰ ਦੇ ਨਾਲ ਲਵਿੰਗ ਦੇ ਨਾਲ ਕਿਤੇ ਦੀਪ ਮੇਰੇ ਨਾਲ ਗੱਲ ਕਰਦਾ ਸੀ ਮੈਨੂੰ ਦੱਸਦਾ ਸੀ ਲੈਟਸ ਮੇਕ ਪੰਜਾਬ ਅ ਬੈਟਰ ਪਲੇਸ ਉਹਨੂੰ ਫਿਰ ਅਸੀਂ ਉਹਨੂੰ ਗੋਲਡ ਬਣਾ ਸਕਦੇ ਆ ਪਰ ਸਿਰਫ ਪਿਆਰ ਦੇ ਨਾਲ ਟਰਸਟ ਮੀ ਇਹ ਚੀਜ਼ ਦੇ ਨਾਲ ਠੀਕ ਆ ਇੱਧਰ ਉੱਧਰ ਫਾਇਰ ਚਾਹੀਦੀ ਆ ਪਰ ਫਾਇਰ ਦੇ ਵਿੱਚ ਵੀ ਪਿਆਰ ਚਾਹੀਦਾ ਕਿਹਨੂੰ ਸੱਦਾ ਦੇਣਾ ਚਾਹੁੰਦੇ ਤੁਸੀਂ ਕਿਹਨੂੰ ਇਨਵਾਈਟ ਕਰਨਾ ਚਾਹੁੰਦੇ ਹੋ ਤੁਸੀਂ ਕਿ ਕੌਣ ਆ ਕੇ ਤੁਹਾਡੇ ਨਾਲ ਗੱਲ ਕਰੇ ਤੁਸੀਂ ਵਾਰਸ ਪੰਜਾਬ ਦੇ ਤੁਸੀਂ ਅਮਰਤਪਾਲ ਨੂੰ ਇਨਵਾਈਟ ਕਰ ਰਹੇ ਹੋ ਤੁਸੀਂ ਮਨਦੀਪ ਨੂੰ ਕਹਿ ਰਹੇ ਹੋ ਤੁਸੀਂ ਦਲਜੀਤ ਕਲਸੀ ਨੂੰ ਕਹਿ ਰਹੇ ਹੋ ਜਾਂ ਤੁਸੀਂ ਪੰਜਾਬ ਦੀ ਸੰਗਤ ਨੂੰ ਕਹਿ ਰਹੇ ਹੋ ਕਿਹਨੂੰ ਕਹਿ ਰਹੇ ਹੋ ਮੈਂ ਸਾਰਿਆਂ ਨੂੰ ਕਹਿੰਦੀ ਆ ਮੈਂ ਸੰਗਤ ਨੂੰ ਵੀ ਕਹਿੰਦੀ ਆ ਮੈਂ ਮਨਦੀਪ ਨੂੰ ਵੀ ਕਹਿੰਦੀ ਆ ਮੈਂ ਵਾਰਿਸ ਪੰਜਾਬ ਨੂੰ ਵੀ ਕਹਿੰਦੀ ਆ ਕਿ ਤੁਸੀਂ ਆ ਕੇ ਇਕੱਠੇ ਹੋ ਕੇ ਅਸੀਂ ਗੱਲ ਕਰ ਸਕਦੇ ਆ ਇਹ ਨੈਰੇਟਿਵ ਤੁਸੀਂ ਸੱਚ ਤੇ ਦੱਸ ਸਕਦੇ ਆ ਤੁਸੀਂ ਚਾਹੁੰਦੇ ਹੋ ਕਿ ਇਹ ਸੱਚ ਦੱਸਿਆ ਜਾਵੇ ਕਿ ਦੀਪ ਸਿੱਧੂ ਐਕਸੀਡੈਂਟ ਦੇ ਵਿੱਚ ਉਸਦੀ ਮੌਤ ਹੋਈ ਕਤਲ ਨਹੀਂ ਸੀ ਸ਼ਹੀਦ ਨਹੀਂ ਆ ਤੁਸੀਂ ਕਹਿੰਦੇ ਹੋ ਯਾ ਠੀਕ ਆ ਇਹੀ